ਮਸਲਾ ਭਖਦਾ ਚੁੱਕਿ ਮਸਲਾ ਪੰਜਾਬ ਦੀ ਸੱਤਾ ਤੇ ਕਾਬਜ਼ ਪਾਰਟੀ ਦਾ ਇੱਕ ਅੰਦਰੂਨੀ ਮਸਲਾ ਹੈ। ਮਸਲਾ ਇਸ ਕਰਕੇ ਵੀ ਭਖਦਾ ਚੁੱਕਿ ਮਸਲਾ ਅੰਦਰੂਨੀ ਗੁੱਟਬਾਜ਼ੀ ਜਾਂ ਸਿੱਧੇ ਤੌਰ ਤੇ ਜੇ ਮੈਂ ਕਹਾਂ ਕਾਂਗਰਸ ਦੀ ਕਾਟੋ ਕਲੇਸ਼ ਦਾ ਹੈ। ਜੋ ਹਾਲਾਤ ਇਸ ਵੇਲੇ ਬਣੇ ਹੋਏ ਨੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ, ਦਿੱਲੀ ਤੋਂ ਲੈ ਕੇ ਰਾਜਸਥਾਨ ਤੱਕ, ਚਾਰੇ ਪਾਸੇ ਕੁਝ ਇਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ। ਔਰ ਇਹਨਾਂ ਹਾਲਾਤਾਂ ਦੇ ਵਿਚਕਾਰ ਜਦੋਂ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਤਾਂ ਉਸ ਦੇ ਵਿੱਚ ਜੋ ਕੁਝ ਹੋਇਆ ਉਸ ਤੋਂ ਬਾਅਦ ਸਵਾਲ ਵੱਡੇ ਹੋਏ। ਉਹਨਾਂ तमाम ਸਵਾਲਾਂ ਤੇ ਚਰਚਾ ਕਰਾਂਗੇ, ਪਰ ਉਸ ਤੋਂ ਪਹਿਲਾਂ ਵੱਡੀ ਖਬਰ ਦੇ ਨਾਲ ਸ਼ੁਰੂਆਤ ਕਰ ਲੈਂਦੇ ਹਾਂ। ਸੋਨੀਆ ਗਾਂਧੀ ਕਾਂਗਰਸ ਦੇ ਅੰਤਰਿਮ ਪ੍ਰਧਾਨ ਬਣੇ ਰਹਿਣਗੇ, ਜੋ ਇੱਕ ਫੈਸਲਾ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਲਿਆ ਗਿਆ। ਪਰ ਇਸ ਦੇ ਵਿਚਕਾਰ ਅੱਜ ਜੋ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਉਸ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਰਿਐਕਟ ਕੀਤਾ। ਦਰਅਸਲ ਕੈਪਟਨ ਨੇ ਕਾਂਗਰਸ ਵਰਕਿੰਗ ਕਮੇਟੀ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਰਕਿੰਗ ਕਮੇਟੀ ਦੇ ਫੈਸਲੇ ਦਾ ਸਵਾਗਤ ਕਰਦਿਆਂ ਜੋ ਅੱਗੇ ਕਿਹਾ ਉਹ ਵੱਡੀ ਖਬਰ ਹੈ। ਉਹਨਾਂ ਨੇ ਕਿਹਾ ਕਿ ਅਗਲੇ AICC ਸੈਸ਼ਨ ਤੱਕ ਸੋਨੀਆ ਗਾਂਧੀ ਪ੍ਰਧਾਨ ਰਹਿਣਗੇ, ਪਰ AICC ਦਾ ਸੈਸ਼ਨ ਜਲਦ ਤੋਂ ਜਲਦ ਸੱਦਿਆ ਜਾਏ, ਚਾਹੇ ਵਰਚੁਅਲੀ ਹੋ ਜਾਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਅਗਲੇ AICC ਸੈਸ਼ਨ ਤੱਕ ਉਡੀਕ ਨਹੀਂ ਕੀਤੀ ਜਾ ਸਕਦੀ, ਸੋ ਹਾਲਾਤ ਨੂੰ ਵੇਖਦੇ ਹੋਏ ਵਰਚੁਅਲ ਸੈਸ਼ਨ ਸੱਦਿਆ ਜਾਏ। ਸੋ ਇਸ ਪੂਰੇ ਮਸਲੇ ਤੇ ਅਸੀਂ ਚਰਚਾ ਕਰਾਂਗੇ। ਕੁਝ ਖਾਸ ਮਹਿਮਾਨ ਸਾਡੇ ਨਾਲ ਜੁੜ ਚੁੱਕੇ ਨੇ, ਪਰ ਉਸ ਤੋਂ ਪਹਿਲਾਂ ਕੁਝ ਸਵਾਲ ਨੇ, ਇੱਕ ਵਾਰੀ ਉਹਨਾਂ ਸਵਾਲਾਂ ਤੇ ਨਜ਼ਰ ਪਾ ਲੈਂਦੇ ਹਾਂ, ਕਿਉਂਕਿ ਮਸਲਾ ਵੱਡਾ ਹੈ ਔਰ ਆਖਿਰਕਾਰ ਉਸ ਪਾਰਟੀ ਨਾਲ ਜੁੜਿਆ ਜਿਹੜੀ ਕਿ ਪੰਜਾਬ ਦੀ ਸੱਤਾ ਤੇ ਕਾਬਜ਼ ਹੈ। ਔਰ ਜੋ ਹਾਲਾਤ ਇੱਥੇ ਵੀ ਬਣੇ ਹੋਏ ਨੇ, ਚਾਹੇ ਸਿੱਧੂ ਨੂੰ ਲੈ ਕੇ, ਪ੍ਰਤਾਪ ਬਾਜਵਾ, ਸ਼ਮਸ਼ੇਰ ਦੁੱਲੋ ਨੂੰ ਲੈ ਕੇ, ਯਾਨੀ ਕਿ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਉਹੀ ਕਿਤੇ ਦਿੱਲੀ 'ਚ ਹੀ ਹੋ ਰਿਹਾ ਹੈ, ਰਾਜਸਥਾਨ 'ਚ ਹੋ ਕੇ ਨਿਪਟ ਚੁੱਕਿਆ ਹੈ ਜਾਂ ਅਜੇ ਨਹੀਂ ਨਿਪਟਿਆ। ਸੋ ਇਸ ਕਰਕੇ ਸਵਾਲ ਵੱਡੇ ਨੇ। ਇੱਕ ਵਾਰੀ ਉਹਨਾਂ ਸਵਾਲਾਂ ਤੇ ਨਜ਼ਰ ਪਾ ਲੈਂਦੇ ਹਾਂ ਕਿ ਆਖਿਰਕਾਰ ਅੱਜ ਦੀ ਚਰਚਾ ਕਿਹਨਾਂ ਸਵਾਲਾਂ ਦੇ ਆਲੇ ਦੁਆਲੇ ਜਾਂ ਕਹੀਏ ਕਿ ਕਿਹਨਾਂ ਸਵਾਲਾਂ ਤੇ ਰਹੇਗੀ। ਪ੍ਰਧਾਨਗੀ ਨੂੰ ਲੈ ਕੇ ਆਖਿਰਕਾਰ ਇਹ ਸਾਰਾ ਕਲੇਸ਼ ਹੋ ਕਿਉਂ ਰਿਹਾ, ਸਭ ਤੋਂ ਵੱਡਾ ਤੇ ਅਹਿਮ ਸਵਾਲ। ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਤਾਂ ਕਾਂਗਰਸੀਆਂ ਦੀ ਚਿੱਠੀ ਤੇ ਇਹ ਕਲੇਸ਼ ਆਖਿਰਕਾਰ ਪਿਆ ਕਿਉਂ, ਜੋ ਕੁਝ ਆਗੂਆਂ ਵੱਲੋਂ ਚਿੱਠੀ ਲਿਖੀ ਗਈ ਉਸ ਤੇ ਕਲੇਸ਼ ਪਿਆ ਕਿਉਂ ਹੈ, ਇੱਕ ਸਭ ਤੋਂ ਵੱਡਾ ਸਵਾਲ। ਕੀ ਪੰਜਾਬ ਕਾਂਗਰਸ ਵਿੱਚ ਵੀ ਇਸ ਨੂੰ ਲੈ ਕੇ ਹਲਚਲ ਹੋਏਗੀ? ਜੋ ਹਾਲਾਤ ਦਿੱਲੀ ਦੇ ਵਿੱਚ ਬਣੇ ਨੇ ਜਾਂ AICC ਨੂੰ ਲੈ ਕੇ ਨੇ, ਕਿ ਉਸ ਦੀ ਹਲਚਲ ਪੰਜਾਬ 'ਚ ਵੀ ਨਜ਼ਰ ਆਏਗੀ ਜਾਂ ਪੰਜਾਬ 'ਚ ਹਲਚਲ ਹੋ ਰਹੀ ਹੈ, ਦਿੱਲੀ ਤੋਂ ਪੰਜਾਬ ਤੱਕ ਇਸ ਹਲਚਲ ਦਾ ਅਸਰ ਕੀ ਰਹੇਗਾ? ਸਭ ਤੋਂ ਵੱਡਾ ਸਵਾਲ ਕਿ ਦਿੱਲੀ ਤੋਂ ਪੰਜਾਬ ਤੱਕ ਆਖਿਰਕਾਰ ਇਸ ਦਾ ਅਸਰ ਹੋਏਗਾ ਕੀ? ਚਰਚਾ ਕਰਨੇ ਆ ਜਿਹੜੇ ਖਾਸ ਮਹਿਮਾਨ ਸਾਡੇ ਨਾਲ ਜੁੜ ਚੁੱਕੇ ਨੇ ਸਟੂਡੀਓ 'ਚ। ਭਾਰਤੀ ਜਨਤਾ ਪਾਰਟੀ ਤੋਂ ਵਿਨੀ ਜੋਸ਼ੀ ਜੀ ਸਾਡੇ ਨਾਲ ਜੁੜੇ ਹੋਏ ਨੇ, ਪ੍ਰਿਤਪਾਲ ਸਿੰਘ ਬਲੀਵਾਲ ਸਾਹਿਬ ਕਾਂਗਰਸ ਪਾਰਟੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਅਰਸ਼ਦੀਪ ਕਲੇਰ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਸਾਡੇ ਨਾਲ ਜੁੜੇ ਹੋਏ ਨੇ, ਹਰਚੰਦ ਜੀ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਜੁੜੇ ਨੇ, ਤੇ ਗੁਰਵਿੰਦਰ ਸਿੰਘ ਬਾਲੀ ਜੀ ਜੋ ਕਿ ਕਾਂਗਰਸ ਦਾ ਹਿੱਸਾ ਰਹੇ ਨੇ ਔਰ ਸੀਨੀਅਰ ਲੀਡਰ ਨੇ, ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ। ਚੁੱਕਿ ਮਸਲਾ ਕਾਂਗਰਸ ਦੀ ਅੰਦਰੂਨੀ ਹਾਲਾਤ ਦਾ, ਜੋ ਹਾਲਾਤ ਬਾਹਰ ਨਿਕਲ ਕੇ ਆਏ ਨੇ ਜਾਂ ਕਹਿ ਲਓ ਕਿ ਜੋ ਅੰਦਰ ਦੀਆਂ ਗੱਲਾਂ ਬਾਹਰ ਆਈਆਂ ਨੇ ਉਹਨਾਂ ਦਾ। ਬਲੀਵਾਲ ਸਾਹਿਬ, ਕੀ ਸਭ ਕੁਝ ਠੀਕ ਠਾਕ ਹੈ? ਆਲ ਇਜ਼ ਵੈਲ ਔਰ ਆਲ ਇਜ਼ ਅਨਵੈਲ? ਮੈਂ ਪਹਿਲਾ ਸਵਾਲ ਇਹੀ ਕਰੂੰਗਾ, ਚूंकि ਮਸਲਾ ਭਖਦਾ ਵੀ ਹੈ, ਹਾਲਾਂਕਿ ਅੰਦਰੂਨੀ ਮਸਲਾ ਹੈ, ਪਰ ਜਦੋਂ ਬਾਹਰ ਆ ਗਿਆ ਤੇ ਫਿਰ ਉਹ ਅੰਦਰੂਨੀ ਰਿਹਾ ਨਹੀਂ। ਦੇਖੋ, ਗੱਲ ਇਹ ਆ ਵਾਦਵਾ ਜੀ ਕਿ ਕਈ ਦਿਨਾਂ ਤੋਂ ਇਹ ਗੱਲਾਂ ਚੱਲਦੀਆਂ ਸੀ। ਸਭ ਤੋਂ ਪੁਰਾਣੀ ਪਾਰਟੀ ਹੈ ਕਾਂਗਰਸ ਪਾਰਟੀ ਹਿੰਦੁਸਤਾਨ ਦੇ ਵਿੱਚ, 135 ਵਰੇ ਹੋ ਚੱਲੇ ਆ ਉਹਨੂੰ ਲੋਕਾਂ ਦੀ ਸੇਵਾ ਕਰਦੇ ਨੂੰ। ਤੇ ਜਿੱਥੋਂ ਤੱਕ ਦੀ ਗੱਲ ਹੈ ਕਿ ਚਾਹੇ ਕਿਸੇ ਨੇ ਚਿੱਠੀ ਲਿਖੀ ਜਾਂ ਨਹੀਂ ਲਿਖੀ, ਉਹਦੇ ਤੇ ਅੱਜ ਸਾਡਾ ਰੈਜ਼ੋਲੂਸ਼ਨ ਹੁਣੇ KC ਵੇਨੂਗੋਪਾਲ ਤੇ ਰਣਦੀਪ ਸੁਰਜੇਵਾਲਾ ਨੇ ਜੋ CWC ਦੇ ਵਿੱਚ ਫੈਸਲਾ ਹੋਇਆ ਉਹਨੂੰ ਬੜਾ ਜਗ ਜ਼ਾਹਰ ਕਰਤਾ ਤੇ ਮੀਡੀਆ ਦੇ ਵਿੱਚ ਕਲੀਅਰ ਕਰਤਾ ਕਿ ਪਹਿਲਾਂ ਤਾਂ ਜਿਹੜੀ ਕਰੋਨਾ ਦੇ ਖਿਲਾਫ ਲੜਾਈ ਲੜੀ ਜਾ ਰਹੀ ਹੈ, ਇਕਨੋਮੀ ਦੇ ਖਿਲਾਫ ਲੜੀ ਜਾ ਰਹੀ ਹੈ, ਚਾਈਨਾ ਦੇ ਖਿਲਾਫ ਲੜੀ ਜਾ ਰਹੀ ਹੈ, ਉਸ ਦੇ ਖਿਲਾਫ ਕਾਂਗਰਸ ਪਾਰਟੀ ਨੇ ਸੰਸਦ ਤੋਂ ਲੈ ਕੇ ਸੜਕ ਤੱਕ ਇਸ ਦਾ ਵਿਰੋਧ ਕੀਤਾ ਤੇ ਪਹਿਲਾਂ ਵੀ ਕਰਦੀ ਰਹੀ ਤੇ ਹੁਣ ਵੀ ਕਰੂਗੀ। ਸੈਕੰਡਲੀ, ਜਿਹੜੇ ਵੀ ਪਾਰਟੀ ਦੀ ਅਨੁਸ਼ਾਸਨਤਾ ਨੂੰ ਨਹੀਂ ਮੰਨਣਗੇ ਜਾਂ ਹੋਰ ਚੀਜ਼ਾਂ ਕਰਨਗੇ ਉਹਨਾਂ ਖਿਲਾਫ ਬੜਾ ਸਟ੍ਰਿਕਟ ਐਕਸ਼ਨ ਲਿਆ ਜਾਊਗਾ, ਜਿਵੇਂ ਕਿ ਪਹਿਲਾਂ ਵੀ ਸਾਡੇ ਜਿਹੜਾ ਰਾਜਸਥਾਨ ਦੇ ਵਿੱਚ ਕ੍ਰਾਈਸਿਸ ਆਇਆ ਉਸ ਟਾਈਮ ਲਿਆ ਗਿਆ। ਥਰਡਲੀ, ਸੈਸ਼ਨ ਬੁਲਾਉਣ ਦੀ ਗੱਲ ਕਹੀ ਗਈ ਆ, ਮੈਡਮ ਨੂੰ ਐਕਸਟੈਂਡ ਕੀਤਾ ਗਿਆ ਕਿ ਜਦ ਤੱਕ ਕਰੋਨਾ ਮਹਾਮਾਰੀ ਚੱਲਦੀ ਪਈ ਆ ਤੇ ਜਦ ਤੱਕ ਮੈਡਮ ਪ੍ਰਧਾਨ ਰਹਿਣਗੇ ਤੇ ਜਦ ਤੱਕ ਨਵਾਂ ਅਧਿਕਸ਼ ਨਹੀਂ ਚੁਣਿਆ ਜਾਂਦਾ ਉਹ ਕੰਟੀਨਿਊ ਕਰਦੇ ਰਹਿਣਗੇ। ਗੱਲ ਇਹ ਹੈ ਕਿ ਸਾਡਾ ਅੰਦਰੂਨੀ ਮਸਲਾ ਬਥੇਰੀਆਂ ਆਈਆਂ ਜਾਂ ਅੱਜ ਸਾਰਾ ਦਿਨ ਮੀਡੀਆ ਦੇ ਵਿੱਚ ਚਰਚਾ ਹੋਈ ਕਿ ਬਲੀਵਾਲ ਸਾਹਿਬ ਅੰਦਰੂਨੀ ਇਸ ਕਰਕੇ ਨਹੀਂ ਹੈ ਜੋ ਚਰਚਾ ਆਈਆਂ ਨੇ, ਹਾਲਾਂਕਿ ਬਾਅਦ ਚ ਉਹਨੂੰ ਡਿਨਾਈ ਕਰ ਦਿੱਤਾ ਗਿਆ ਜਾਂ ਉਹਦੇ ਤੇ ਯੂ ਟਰਨ ਕਹਿ ਲਾਂ ਜਾਂ ਕੁਝ ਹੋਰ ਵੀ ਕਿਹਾ ਜਾ ਸਕਦਾ ਹੈ। ਜੋ ਕਾਂਗਰਸ ਪਾਰਟੀ ਦੇ ਪੁਰਾਣੇ ਲੀਡਰਾਂ ਤੱਕ ਨੂੰ ਇਹ ਕਹਿ ਦਿੱਤਾ ਗਿਆ ਤੇ ਤੁਸੀਂ BJP ਨਾਲ ਮਿਲੇ ਹੋਏ ਹੋ, ਤੇ ਮਸਲਾ ਕਿਵੇਂ ਅੰਦਰੂਨੀ ਰਹਿ ਗਿਆ? ਉਹ ਤੇ ਸਾਰਾ ਕੁਝ ਬਾਹਰ ਆ ਗਿਆ। ਦੇਖੋ, ਦੈਟ ਇਜ਼ ਵੈਰੀ ਕਲੀਅਰ। ਮੈਂ ਉਹੀ ਕਹਿ ਰਿਹਾ ਕਿ ਮੀਡੀਆ ਦੇ ਸੋਰਸਿਸ ਤੋਂ ਇਹ ਖਬਰਾਂ ਨਿਕਲੀਆਂ ਸੀਗੀਆਂ, ਨਾ ਕਿ ਸਾਡੀ ਪਾਰਟੀ ਵੱਲੋਂ ਨਿਕਲੀਆਂ ਸੀ। ਬਾਅਦ ਚੋਂ ਕਪਿਲ ਸਿੱਬਲ ਲੀਡਰ ਨੇ ਆਪਣੇ ਟਵਿੱਟਰ ਹੈਂਡਲ ਤੋਂ ਕਾਂਗਰਸ ਪਰਸਨ ਹਟਾਤਾ। ਮੈਂ ਉਹੀ ਗੱਲ ਕਪਿਲ ਸਿੱਬਲ ਵਰਗੇ ਲੀਡਰ ਨੇ ਆਪਣੇ ਨਾਂ ਦੇ ਅੱਗੋਂ ਕਾਂਗਰਸ ਲੀਡਰ ਹਟਾਤਾ।
ਤੁਸੀਂ ਕਿਹੜੀ ਗੱਲ ਸੋਰਸਸ ਵਾਲੀ ਕਹਿ ਰਹੇ ਹੋ ਬਲੀਵਾਲ ਸਾਹਿਬ? ਗੱਲ ਇਹ ਆ ਵਾਧਵਾ ਸਾਹਿਬ, ਜਦੋਂ ਉਹਨਾਂ ਨੇ ਕਪਿਲ ਸਿੱਬਲ ਉਹਨਾਂ ਨੇ ਟਵੀਟ ਕੀਤਾ, ਦੈਨ ਹੀ ਸੈਡ ਕਿ ਆਈ ਟੇਕ ਮਾਈ ਟਵੀਟ ਬੈਕ, ਕਿ ਮੈਨੂੰ ਰਿਊਮਰਸ ਆਈਆਂ। ਮੈਂ ਸਵਾਲ ਕਰਨ ਤੋਂ ਪਹਿਲਾਂ ਤੁਹਾਨੂੰ ਇਹੀ कहता कि बाद ਚ ਯੂਟਰਨ ਬਹੁਤ ਹੋ ਗਏ, ਪਰ ਜੋ ਨਿਕਲ ਕੇ ਆਇਆ ਚਰਚਾ ਇਸ ਕਰਕੇ ਜ਼ਰੂਰੀ ਹੈ। ਮੈਂ ਉਹੀ ਬੇਨਤੀ ਕਰ ਰਿਹਾ ਕਿ ਕਈ ਮੀਡੀਆ ਚੈਨਲਸ ਨੇ ਜਿਹੜੇ ਬੀਜੇਪੀ ਦੀ ਗੋਦ ਦੇ ਵਿੱਚ ਖੇਡਦੇ ਨੇ, ਉਹਨਾਂ ਨੇ ਅੱਜ ਬੜੇ ਸਾਰਾ ਦਿਨ ਰਿਊਮਰਸ ਦਾ, ਸਾਰਾ ਦਿਨ ਗੇਮਿੰਗ ਚੱਲੀ ਹੈਗੀ ਆ, ਤੇ ਉਹ ਗੇਮਿੰਗ ਦੇ ਵਿੱਚੋਂ ਅਲਟੀਮੇਟਲੀ ਜੋ ਸਾਡੀ CWC ਨੇ ਫੈਸਲਾ ਕੀਤਾ ਵਾ ਉਹ ਸਰਪ੍ਰਾਈਜ਼ ਆ ਤੇ ਸਭ ਉੱਪਰ ਹੈਗਾ ਕਿ ਜੋ ਫੈਸਲਾ ਹੋਇਆ, ਜੋ ਡਿਸਕਸ ਹੋਇਆ, ਮੈਂ ਤੁਹਾਨੂੰ ਦੱਸਤਾ ਹੋਇਆ ਉਹਦੇ ਵਿੱਚ। ਅੱਛਾ, ਤੇ ਫਿਰ ਉਹ ਚਿੱਠੀ ਕੀ ਸੀ ਬਲੀਵਾਲ ਸਾਹਿਬ? ਚਿੱਠੀ ਕੀ ਸੀ? ਰਿਪੋਰਟਸ ਦੇ ਉੱਪਰ ਕੋਈ ਕਮੈਂਟ ਕਰੇ, ਮੇਰੀ ਗੱਲ ਸੁਣੋ, ਚਿੱਠੀ ਵੀ ਤੇ ਲਿਖੀ ਗਈ ਹੈ ਔਰ ਉਸ ਚਿੱਠੀ ਤੇ ਆਪ ਕੈਪਟਨ ਸਾਹਿਬ ਰਿਐਕਟ ਕਰ ਰਹੇ ਨੇ, ਯਾਨੀ ਉਹ ਵੀ ਫਿਰ ਝੂਠਾ ਹੈ ਸਾਰਾ ਕੁਝ। ਬੇਨਤੀ ਉਹੀ ਹੈ ਕਿ ਚਿੱਠੀ ਸਾਡੀ ਇੰਟਰਨਲ ਡੈਮੋਕ੍ਰੇਸੀ ਦਾ ਪਾਰਟ ਹੈ। 9 ਅਗਸਤ ਨੂੰ ਲਿਖੀ ਗਈ ਸੀ, ਉਸ ਤੋਂ ਬਾਅਦ ਉਹ ਜਨਤਕ ਕੀਤੀ ਕਿਹਨੇ ਕੀਤੀ, ਇਸੇ ਕਰਕੇ ਤਾਂ ਅੱਜ ਰੈਜ਼ੋਲੂਸ਼ਨ 'ਚ ਬੜਾ ਕਲੀਅਰ ਕਿਹਾ ਗਿਆ ਕਿ ਜਿਹੜਾ ਵੀ ਪਾਰਟੀ ਦੇ ਵਿੱਚ ਇਹੀ ਜੀ ਕਹਿੰਦੇ ਅਨੁਸ਼ਾਸਨਹੀਣਤਾ ਕਰੂਗਾ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ, ਉਹ ਚਾਹੇ ਸੀਨੀਅਰ ਤੋਂ ਸੀਨੀਅਰ ਲੀਡਰ ਕਿਉਂ ਨਾ ਹੋਵੇ, ਉਹਦੇ ਅਗੇਂਸਟ ਕਾਰਵਾਈ ਕੀਤੀ ਜਾਊਗੀ। ਮੈਂ ਉਹੀ ਤਾਂ ਗੱਲ ਬੜੀ ਸਿੱਧੀ ਕੀਤੀ ਆ। CWC ਦਾ ਰੈਜ਼ੋਲੂਸ਼ਨ ਅਸੀਂ ਬੜੀ ਕਲੀਅਰਲੀ ਪੜ੍ਹ ਕੇ ਸੁਣਾਤਾ ਗਿਆ ਤੇ ਸਾਰਿਆਂ ਲਈ ਸਭ ਉੱਪਰ ਹੈ। ਉਹੀ ਕੈਪਟਨ ਅਮਰਿੰਦਰ ਸਿੰਘ ਨੇ ਉਹਦਾ ਸਵਾਗਤ ਕੀਤਾ ਹੈ ਕਿ ਜੋ CWC ਨੇ ਫੈਸਲਾ ਕੀਤਾ ਉਹਨੂੰ ਵੈਲਕਮ ਕਰਨਾ ਚਾਹੀਦਾ। ਰਾਹੁਲ ਜੀ ਨੂੰ ਅਸੀਂ ਵੀ ਚਾਹੁੰਦੇ ਹਾਂ, ਬਟ ਹੁਣ ਸੋਨੀਆ ਗਾਂਧੀ ਜੀ ਦੁਬਾਰਾ ਕੰਟੀਨਿਊ ਕਰ ਰਹੇ ਜਦ ਤੱਕ ਕਰੋਨਾ ਮਹਾਮਾਰੀ ਚੱਲਦੀ ਹੈ। ਨਹੀਂ, ਰਾਹੁਲ ਜੀ ਨੂੰ ਤੁਸੀਂ ਤੇ ਚਾਹੁੰਦੇ ਹੋ, ਰਾਹੁਲ ਜੀ ਨੂੰ ਤੁਸੀਂ ਚਾਹੁੰਦੇ ਹੋ, ਮੈਂ ਸਮਝ ਗਿਆ ਤੁਹਾਡੀ ਗੱਲ ਨੂੰ। ਰਾਹੁਲ ਜੀ ਨੂੰ ਸਾਰੇ ਨਹੀਂ ਨਾ ਚਾਹੁੰਦੇ ਬਾਲੀ ਸਾਹਿਬ, ਕਿ ਪੰਜਾਬ ਦੇ ਵੀ ਸਾਰੇ ਲੀਡਰ ਚਾਹੁੰਦੇ ਨੇ ਰਾਹੁਲ ਜੀ ਅੱਗੇ ਆਣ, ਤਾਂ ਹੀ ਇਸ ਕਰਕੇ ਰੈਜ਼ੋਲੂਸ਼ਨ ਦਾ ਸਵਾਗਤ ਵੀ ਕੀਤਾ ਜਾ ਰਿਹਾ। ਮੈਂ ਤੇ ਬ੍ਰੇਕਿੰਗ ਕਰਤੀ, ਹੁਣ ਜਵਾਬ ਬਾਦਲ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਵਿਸਤਾਰ ਨਾਲ ਸਾਰੇ ਮੇਰੇ ਮਾਨਯੋਗ ਜਿਹੜੇ ਬੈਠੇ ਨੇ ਕਾਂਗਰਸ ਵਾਲੇ, ਉਹਨਾਂ ਨਾਲ ਅੱਛੀ ਗੱਲ ਕੀਤੀ ਹੈ, ਤੁਸੀਂ ਬੜਾ ਕੁਝ ਦੱਸਿਆ। ਮੈਨੂੰ ਲੱਗਦਾ ਕਿ ਮੇਨ ਲੀਡਰ ਮੈਂ ਇੰਨੀ ਗੱਲ ਕਹਾਂਗਾ, ਹੁਣ ਮੈਂ ਨਾਂ ਵੀ ਲਾ ਦੇਣਾ ਜੇ ਕਹਿੰਦੇ ਹੋ ਤਾਂ, ਮੇਨ ਲੀਡਰ ਨਹੀਂ ਚਾਹੁੰਦੇ ਵੀ ਉਹ ਰਾਹੁਲ ਗਾਂਧੀ ਅਧਿਅਕਸ਼ ਬਣਨ ਪਾਰਟੀ ਦੇ। ਦੂਸਰੀ ਗੱਲ ਇਹ, ਜਿਹੜੇ ਕਾਂਗਰਸ ਸਾਹਿਬਾਨ ਜਿਹੜੇ ਬੈਠੇ ਨੇ ਲੀਡਰ ਜਿਹੜੇ ਉੱਥੇ ਤੁਹਾਡੇ ਦਾ ਪ੍ਰਵਕਤਾ, ਉਹ ਇੰਨੀ ਗੱਲ ਕਹਿ ਰਹੇ ਨੇ ਕਿ ਸੀਨੀਅਰ ਤੋਂ ਸੀਨੀਅਰ ਲੀਡਰ, ਬਿਲਕੁਲ ਠੀਕ ਕਰ ਰਹੇ हैं कि उन्होंने पार्टी तो बाहर का रास्ता दिखाता जाएगा। बिल्कुल सच बोलना गुनाह है। साढ़े बुजुर्गों ने भी कहा, साढ़े ग्रंथों ने भी कहा, साढ़े कईयों ने कहा कि सच बोलना चाहिए, मगर जड़ा सच बोलेगा उन्होंने पार्टी जो बाहर का रास्ता दिखाने की कोशिश की जाएगी। तुसी बेइंसाफी करोगे, तुसी लोकां नाल बेइंसाफी करोगे, तुसी चोर बाजारी करोगे, तुसी डकैती मारोगे, तुसी बहुत पुठे काम करोगे तो तुहाडे अगे बोले कोई ना, ਤੁਸੀਂ ਕਹੋਗੇ ਕਿ ਪਾਰਟੀ ਦੀ ਰਹਿਨੁਮਾਈ ਜੇ ਚੱਲੋ ਤੁਹਾਡੇ ਤਲਵੇ ਚੜਦਾ ਰਹੇ ਬੰਦਾ ਫੇਰ ਠੀਕ ਰਹੇਗਾ। ਇਹ ਰੋਂਗ ਹੈ। ਲੀਡਰ ਉਹੀ ਹੁੰਦਾ, ਵਰਕਰ ਉਹੀ ਹੁੰਦਾ, ਸਿਪਾਹੀ ਉਹੀ ਹੁੰਦਾ ਜਿਹੜਾ ਆਪਣੇ ਲੀਡਰ ਨੂੰ ਜਗਾਉਂਦਾ ਰਹੇ, ਜਿਹੜਾ ਆਪਣੇ ਰਾਜਾ ਨੂੰ ਜਗਾਉਂਦਾ ਰਹੇ, ਜਿਹੜਾ ਆਪਣੇ ਮੁੱਖ ਮੰਤਰੀ ਨੂੰ ਜਗਾਉਂਦਾ ਰਹੇ, ਨਾ ਕਿ ਉਹਦੇ ਤਲਵੇ ਚੜਦਾ ਰਹੇ। ਉਹਦੇ ਤਲਵੇ ਚੱਟਣ ਨਾਲ ਲੀਡਰ ਡਾਊਨ ਹੋ ਜਾਏਗਾ, ਲੀਡਰਸ਼ਿਪ ਡਾਊਨ ਹੋ ਜਾਏਗੀ, ਉਹਦੀ ਖਤਮ ਹੋ ਜਾਏਗੀ ਲੀਡਰਸ਼ਿਪ, ਜੋ ਅੱਜ ਪੰਜਾਬ ਦੇ ਅੰਦਰ ਹੋ ਰਿਹਾ। ਇੱਕ ਮਿੰਟ ਬੱਲੇਵਾਲ ਸਾਹਿਬ, ਇੱਕ ਮਿੰਟ, ਮੈਂ ਬੋਲਿਆ ਨਹੀਂ ਵਿੱਚ, ਮੈਨੂੰ ਟਾਈਮ ਦਿੱਤਾ ਉਹਨਾਂ ਨੇ, ਮੈਨੂੰ ਬੋਲਣ ਦਿਓ। ਮੇਰੀ ਬੇਨਤੀ ਹੱਥ ਜੋੜ ਕੇ ਕਿ ਜੋ ਪੰਜਾਬ ਦੇ ਜਵਾਬ ਦਿਓ। ਇੱਕ ਮਿੰਟ, ਨਹੀਂ ਬੱਲੀਵਾਲ ਸਾਹਿਬ ਜਵਾਬ ਦਿਓ। ਦੇਖੋ ਅੱਜ ਖੁੱਲਾ ਸਮਾਂ ਹੈ, ਬੋਲੋਗੇ ਨਹੀਂ, ਅੱਜ ਮਸਲਾ ਤੁਹਾਡੀ ਪਾਰਟੀ ਦਾ ਅੰਦਰੂਨੀ, ਅੱਜ ਖੁੱਲਾ ਸਮਾਂ ਹੈ। ਮੇਰੀ ਗੱਲ ਨਹੀਂ, ਤੁਸੀਂ ਬੋਲ, ਤੁਸੀਂ ਖੁੱਲਾ ਸਮਾਂ। ਬਾਲੀ ਸਾਹਿਬ ਰੱਖੋ ਆਪਣੀ ਗੱਲ। ਬੱਲੇਵਾਲ ਸਾਹਿਬ ਮੈਂ ਵਿੱਚ ਬੋਲਿਆ ਨਹੀਂ, ਕਾਈਂਡਲੀ ਬੇਨਤੀ ਹੈ ਮੇਰੀ। ਦੇਖੋ ਜੇ ਤੱਕ ਲੀਡਰ ਬੋਲਣਗੇ, ਮੈਂ ਛੋਟਾ ਲੀਡਰ ਸੀ, ਮੈਨੂੰ ਛੋਟਾ ਕਹਿਤਾ ਗਿਆ ਯਾਰ ਗੁਰਵਿੰਦਰ ਸਿੰਘ ਬਾਲੀ ਦਾ ਪਦ ਅਧਿਕਾਰੀ ਹੈ, ਸਪੋਕਸਮੈਨ ਹੈ, ਇਹ ਕੀ ਕਰ ਲੇਗਾ। ਅੱਜ ਅੱਗ ਲੱਗ ਗਈ ਤੁਹਾਡੇ ਸਾਹਮਣੇ ਪੰਜਾਬ 'ਚ। ਸੀਨੀਅਰ ਲੀਡਰ ਬੋਲੇ, ਅੱਜ ਜ਼ਿਲ੍ਹਾ ਪ੍ਰਧਾਨ ਬੋਲ ਰਹੇ ਨੇ, ਜਨਰਲ ਸੈਕਟਰੀ ਬੋਲ ਰਹੇ ਨੇ। ਆਉਣ ਵਾਲੇ ਸਮੇਂ 'ਚ ਦੇਖੋ ਕੌਣ ਬੋਲੇਗਾ। ਉਹਦੇ ਕਾਰਨ ਕੀ ਨੇ? ਉਹਦੇ ਕਾਰਨ ਮਾਨਯੋਗ ਸਤਿਕਾਰਯੋਗ ਮੁੱਖ ਮੰਤਰੀ ਜੀ ਨੂੰ ਲੱਭਣੇ ਚਾਹੀਦੇ ਸੀ, ਜਿਹੜੇ ਨਾਲ ਬੰਦੇ ਲਾਏ ਨੇ ਉਹਨਾਂ ਨੂੰ ਲੱਭਣਾ ਚਾਹੀਦਾ ਸੀ, ਉਹਨਾਂ ਨੂੰ ਬਿਠਾ ਕੇ ਗੱਲ ਕਰਨੀ ਚਾਹੀਦੀ ਸੀ ਉਹਨਾਂ ਨਾਲ। ਵਨ ਸਾਈਡਡ ਕਦੀ ਨਹੀਂ ਚੱਲਦਾ ਹੁੰਦਾ ਮੁੱਖ ਮੰਤਰੀ। ਅਗਰ ਸਟੇਟ ਨੂੰ ਲੈ ਕੇ ਚੱਲਣਾ ਤੇ ਸਟੇਟ ਦੇ ਲੋਕਾਂ ਦੀ ਗੱਲ ਕਰਨੀ ਪੈਗੀ, ਸਟੇਟ ਦੇ ਲੋਕਾਂ ਦੇ ਕੰਮ ਕਰਨੇ ਪੈਣਗੇ, ਜੋ ਕਿਹਾ ਸੀ ਉਹ ਕਰਨਾ ਪਏਗਾ। ਅਗਰ ਮੈਂ ਕਹਾਂ 75% ਵੀ ਤੁਸੀਂ ਕਰ ਦਿੰਦੇ, 50% ਵੀ ਤੁਸੀਂ ਅਗਰ ਕੰਮ ਕਰ ਦਿੰਦੇ, ਅੱਜ ਇਹ ਨੌਬਤ ਨਾ ਆਉਂਦੀ। ਜੇ CWC ਨੇ ਇਹ ਕਿਹਾ ਤੇ ਇਹ ਨਹੀਂ ਕਿਹਾ CWC ਨੇ ਕਿ ਜੇ ਸੱਚ ਬੋਲਣਾ ਗੁਨਾਹ ਹੈਗਾ, ਉਹ ਕਹਿੰਦੇ ਸੱਚ ਜ਼ਰੂਰ ਬੋਲੋ। ਹੁਣ ਤੁਸੀਂ ਕਹੋਗੇ ਪਲੇਟਫਾਰਮ ਤੇ ਆ ਕੇ ਬੋਲੋ, ਪਲੇਟਫਾਰਮ ਤੋਂ ਬਾਹਰ ਨਾ ਬੋਲੋ। ਤੁਹਾਡੇ ਪ੍ਰਧਾਨ ਅਧਿਅਕਸ਼ ਉਹਦੇ ਚਿੱਠੀ ਲਿਖਦੇ ਨੇ ਤੇ ਸਾਰੇ ਮੀਡੀਆ ਚਾਹੁੰਦਾ ਕਿ ਮੈਂ ਅੱਜ ਸੋਨੀਆ ਗਾਂਧੀ ਨੂੰ ਚਿੱਠੀ ਲਿਖਤੀ ਹੈ, ਤੇ ਜੋ ਸਾਬਕਾ ਪ੍ਰਧਾਨ ਬੋਲਦੇ ਨੇ ਦੋ, ਤੇ ਉਹਨਾਂ ਬਾਰੇ ਇਹ ਕਹਿਤਾ ਜਾਂਦਾ ਕਿ ਉਹਨਾਂ ਨੇ ਸੱਚ ਕਿਉਂ ਬੋਲਿਆ। ਇਸ ਕਰਕੇ ਸੱਚ ਬੋਲਣਾ ਜਿਹੜਾ ਹੈਗਾ ਵੇ ਹਰ ਵਰਕਰ ਵਾਸਤੇ ਸਹੀ ਹੈ। ਅਸੀਂ ਪਾਰਟੀ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ, ਪਾਰਟੀ ਨੂੰ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਲੋਕ ਕਹਿੰਦੇ ਨੇ ਮੇਰੇ ਬਾਰੇ ਵੀ ਕਿ ਮੈਂ ਅਕਾਲੀ ਦਲ 'ਚ ਗਿਆ ਸੀ, ਮੈਂ ਅਕਾਲੀ ਦਲ ਤੋਂ ਰਿਜ਼ਾਈਨ ਕਰਤਾ ਹੈ, ਪਾਰਟੀਆਂ 'ਚ ਪ੍ਰਧਾਨ ਮਾਨਯੋਗ ਸਤਿਕਾਰਯੋਗ ਜਿਹੜੇ ਮੁੱਖ ਮੰਤਰੀ ਨੇ 14 ਸਾਲ ਰਹੇ ਨੇ ਔਰ 5 ਪਾਰਟੀਆਂ ਬਦਲੀਆਂ ਨੇ ਉਹਨਾਂ ਨੇ,
ਤੇ ਅੱਜ ਉਹ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਨੂੰ ਕੋਈ ਨਹੀਂ ਕਹਿੰਦਾ। ਫਿਰ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਰਦੇ ਨੇ ਕਿ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਤੋਂ ਆਏ ਨੇ, ਤੇ ਫਿਰ ਮੁੱਖ ਮੰਤਰੀ ਪੰਜਾਬ ਅਕਾਲੀ ਦਲ ਚੋਂ ਆਏ ਨੇ, ਫਿਰ ਅਜੇ ਤੱਕ 5 ਪਾਰਟੀਆਂ ਬਦਲ ਕੇ ਆਏ ਨੇ। ਅੱਜ ਪੰਜਾਬ ਦੇ ਅੰਦਰ ਅਗਰ ਕੋਈ ਕਮਾਨ ਸੰਭਾਲ ਸਕਦਾ, ਅਗਰ ਕੋਈ ਇਹ 5 ਸਾਲ ਦੇ ਅੰਦਰ ਕੋਈ ਸੱਚਾਈ ਲਿਆ ਸਕਦਾ, ਮੇਰੇ ਹਿਸਾਬ ਦੇ ਨਾਲ, ਮੇਰੀ ਰਾਜਨੀਤੀ ਦੇ ਹਿਸਾਬ ਦੇ ਨਾਲ, ਕਿਉਂਕਿ ਮੈਂ 37 ਸਾਲ ਪਾਰਟੀ ਦੇ ਅੰਦਰ ਗਿਲੇ ਰਿਹਾ ਔਰ 21 ਪਦਾਂ ਤੇ ਰਿਹਾ ਵਾਂ ਮੈਂ ਜਿਹੜੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨੇ, ਉਹ ਨਵਜੋਤ ਸਿੰਘ ਸਿੱਧੂ ਹੈ। ਮੈਨੂੰ ਕਹਿਣ 'ਚ ਕੋਈ ਇਤਰਾਜ਼ ਨਹੀਂ ਹੈਗਾ, ਮੈਂ ਡਟ ਕੇ ਕਹਾਂਗਾ ਇਸ ਗੱਲ ਨੂੰ, ਔਰ ਡਟ ਕੇ ਬਾਰ-ਬਾਰ ਇਹ ਸਾਰੀਆਂ ਚੀਜ਼ਾਂ ਬਾਹਰ ਲਿਆਂਦੇ ਰਵਾਂਗੇ। AICC ਕੁਛ ਵੀ ਕਵੇ, ਅਸੀਂ ਆਜ਼ਾਦ ਹਾਂ ਅੱਜ ਦੀ ਡੇਟ 'ਚ, ਕਿਸੇ ਪਾਰਟੀ ਪਲੇਟਫਾਰਮ ਤੇ ਹੈਗੇ। ਹੁਣ ਬੱਲੇਵਾਲ ਸਾਹਿਬ ਤੁਸੀਂ ਜੋ ਗੱਲ ਕਹੋਗੇ ਉਹਦਾ ਜਵਾਬ ਦੇਵਾਂਗੇ। ਅਗਰ ਮੈਂ ਉਹਨਾਂ ਕੋਲ ਜਾਊਂਗਾ। ਬੱਲੇਵਾਲ ਸਾਹਿਬ ਮੈਂ ਆਨਾ ਹੁਣੇ। ਵਿਨੀਤ ਜੀ ਸਵਾਲ ਵੱਡਾ ਹੈ ਕਿ ਰਾਜਸਥਾਨ 'ਚ ਕੁਛ ਹੋਇਆ ਤੇ ਤੁਸੀਂ ਕਸੂਰਵਾਰ ਹੋ, ਸਾਰਾ ਕੁਝ ਜੀ ਜੋੜੀ ਕਰਾ ਰਹੀ ਹੈ। ਮਹਾਰਾਸ਼ਟਰ 'ਚ ਵੀ ਪਿੱਛੇ ਬਹੁਤ ਕੁਝ ਹੁੰਦਾ ਰਿਹਾ, ਉਦੋਂ ਵੀ। ਅੱਜ AICC ਦੇ ਵਿੱਚ ਜੋ ਕੁਝ ਹੋਇਆ, ਜਾਂ ਮੈਂ ਕਹਿ ਲਾਂ ਵਰਕਿੰਗ ਕਮੇਟੀ ਦੇ ਵਿੱਚ, ਜਾਂ ਉਸ ਤੋਂ ਪਹਿਲਾਂ ਚਿੱਠੀ ਨੂੰ ਲੈ ਕੇ ਜੋ ਕੁਝ ਹੋਇਆ, ਅੱਜ ਵੀ ਇਹ ਕਹਿ ਦਿੱਤਾ ਗਿਆ ਜੀ ਤੁਸੀਂ ਕਸੂਰਵਾਰ ਹੋ, ਸਭ ਤੁਹਾਡੇ ਕਰਕੇ ਹੋ ਰਿਹਾ। ਦੇਖੋ ਮੈਂ ਤਾਂ ਇੰਨਾ ਕਹੂੰਗਾ ਸਾਰੇ ਕਾਂਗਰਸ ਵੀਰਾਂ ਨੂੰ ਜਿਹੜੇ ਬੱਲੇਵਾਲ ਸਾਹਿਬ ਪੈਨਲ 'ਚ ਨੇ ਔਰ ਜਿਹੜੇ ਬਾਹਰ ਸੁਣ ਰਹੇ ਨੇ, ਗਾਲਿਬ ਦਿਲ ਬਹਿਲਾਨੇ ਕੋ ਖਿਆਲ ਅੱਛਾ ਹੈ। ਬੰਦਾ ਉਹ ਜ਼ਿੰਦਗੀ 'ਚ ਅੱਗੇ ਵੱਧਦਾ ਹੈ ਜਿਹੜਾ ਹਮੇਸ਼ਾ ਜਿਹੜਾ ਹੈਗਾ ਆਪਣੀਆਂ ਚੀਜ਼ਾਂ ਨੂੰ ਇਵੈਲੂਏਟ ਕਰਦਾ ਹੈ, ਰੀਇਵੈਲੂਏਟ ਕਰਦਾ ਹੈ, ਔਰ ਕਿੱਥੇ ਕਮੀ ਰਹਿ ਗਈ ਠੀਕ ਕਰਦਾ ਹੈ, ਤਾਂ ਉਹ ਜ਼ਿੰਦਗੀ 'ਚ ਅੱਗੇ ਵੱਧਦਾ ਹੈ। ਤੇ ਜੇ ਬੰਦਾ ਇਹ ਚੀਜ਼ ਨਹੀਂ ਕਰਦਾ, ਇੱਕ ਹੈ ਨਾ ਨਿੰਦਕ ਨੇੜੇ ਰਾਖੀਏ, ਜੇ ਇਹ ਕੰਮ ਨਹੀਂ ਕਰਦਾ ਤੇ ਫਿਰ ਡੈਫੀਨੇਟਲੀ ਉਹ ਹਾਲ ਹੁੰਦਾ ਹੈ ਜੋ ਅੱਜ ਕਾਂਗਰਸ ਪਾਰਟੀ ਔਰ ਗਾਂਧੀ ਪਰਿਵਾਰ ਦਾ ਹੋ ਰਿਹਾ ਹੈ। ਠੀਕ ਹੈ, ਤੁਸੀਂ ਕਹਿ ਸਕਦੇ ਹੋ ਕਿ ਪਰਿਵਾਰ ਦੀ ਅੰਦਰ ਦੀ ਗੱਲ ਹੈਗੀ ਹੈ, ਪਾਰਟੀ ਦੇ ਅੰਦਰ ਦੀ ਗੱਲ ਹੈਗੀ ਹੈ, ਇਸ 'ਚ ਵੀ ਕੋਈ ਸ਼ੱਕ ਨਹੀਂ, ਕਾਂਗਰਸ ਦੇ ਅੰਦਰ ਦੀ ਗੱਲ ਹੈ। ਸਾਡਾ ਅੱਜ ਇਸ ਪੈਨਲ ਤੇ ਬੈਠਣ ਦਾ ਕੋਈ ਬਹੁਤ ਜ਼ਿਆਦਾ ਔਚਿਤਯ ਵੀ ਨਹੀਂ ਹੈ, ਜਿਸ ਵਿੱਚ ਬਾਲੀ ਸਾਹਿਬ ਸਾਡੇ ਸਾਬਕਾ ਕਾਂਗਰਸੀ ਨੇਤਾ ਆਏ ਜ਼ਿਕਰ ਹੋਇਆ। ਇੱਕ ਸੈਕਿੰਡ ਸਾਬਕਾ ਕਾਂਗਰਸੀ ਨੇਤਾ ਬਾਲੀ ਸਾਹਿਬ ਆਏ ਨੇ। ਇਸ ਤਰ੍ਹਾਂ ਜੇ ਹੋਰ ਸਾਬਕਾ ਕਾਂਗਰਸੀ ਨੇਤਾ ਲੈ ਲੈਂਦੇ ਤੇ ਸ਼ਾਇਦ ਉਹ ਬੈਟਰ ਗੱਲ ਰੱਖ ਪਾਉਂਦੇ, ਪਾਰਟੀ ਦਾ ਅੰਦਰ ਦਾ ਦਰਦ ਬਿਹਤਰ ਰੱਖ ਪਾਉਂਦੇ। ਸਾਡਾ ਚਲੋ ਤੁਸੀਂ ਸਾਨੂੰ ਬੁਲਾਇਆ ਕਿਉਂਕਿ ਸਾਡੇ ਉੱਪਰ ਅਟੈਕ ਹੋ ਰਿਹਾ, ਕੋਈ ਗੱਲ ਨਹੀਂ, ਸਾਨੂੰ ਬੁਲਾ ਲਿਆ, ਸਾਡੇ ਤੇ ਅਟੈਕ ਕਰ ਰਹੇ, ਕੋਈ ਗੱਲ ਨਹੀਂ, ਧੰਨਵਾਦ ਤੁਹਾਡਾ, ਲੇਕਿਨ ਬਿਹਤਰ ਉਹ ਆਉਂਦੇ। ਹੁਣ ਦੱਸੋ ਪਾਰਟੀ ਦੇ ਅੰਦਰ ਇੰਨਾ ਬੁਰਾ ਹਾਲ ਹੋ ਗਿਆ ਹੈ ਕਿ 23 ਲੀਡਰ ਕੌਣ? ਗੁਲਾਮ ਨਬੀ ਆਜ਼ਾਦ, ਜਿਹਨੂੰ ਤੁਸੀਂ ਰਾਜ ਸਭਾ 'ਚ ਵਿਪਕਸ਼ ਦਾ ਨੇਤਾ ਬਣਾਇਆ, ਉਹਦਾ ਤੁਸੀਂ ਕਾਂਗਰਸ ਪਾਰਟੀ ਨੇ ਬਣਾਇਆ ਨਾ ਜੀ। ਸ਼੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਜੀ ਦੇ ਆਸ਼ੀਰਵਾਦ ਤੋਂ ਬਣੇ ਨਾ ਜੀ ਗੁਲਾਮ ਨਬੀ ਆਜ਼ਾਦ। ਫਿਰ ਕੌਣ ਬੋਲਦੇ ਨੇ ਜੀ? ਜਿਹੜੇ ਪਹਿਲੇ ਮੰਤਰੀ ਰਹਿ ਚੁੱਕੇ ਨੇ। ਹੁਣ ਜੇ ਤੁਸੀਂ ਕੇਂਦਰ 'ਚ ਕਿਸੇ ਨੂੰ ਵਜ਼ੀਰ ਬਣਾਇਆ, 5-5 8 ਸਾਲ ਵਜ਼ੀਰ ਬਣਾ ਕੇ ਰੱਖਿਆ, ਇਹਦਾ ਮਤਲਬ ਤੁਹਾਡੇ ਪਾਰਟੀ ਦੇ ਸੀਨੀਅਰ ਲੀਡਰ ਸੀਗੇ, ਹਾਲੇ ਵੀ MP ਨੇ। ਆਨੰਦ ਸ਼ਰਮਾ, ਕਪਿਲ ਸਿੱਬਲ, ਮਨੀਸ਼ ਤਿਵਾੜੀ, ਸ਼ਸ਼ੀ ਥਰੂਰ, ਇਹ ਕੌਣ ਨੇ? ਇਹ ਲੋਕ ਪਾਰਟੀ ਦੇ ਜਿਹੜੇ ਪਹਿਲੇ ਮੰਤਰੀ ਰਹਿ ਚੁੱਕੇ ਨੇ, ਕੇਂਦਰ 'ਚ ਮੰਤਰੀ ਰਹਿ ਚੁੱਕੇ ਨੇ, ਉਹ ਬੋਲ ਰਹੇ ਨੇ। ਫਿਰ ਕੌਣ ਬੋਲਦਾ ਜੀ? ਮੁਕੁਲ ਵਾਸਨਿਕ, ਕਿਸ ਤੋਂ ਨਾ ਛੁਪਿਆ? ਜਤਿੰਦਰ ਪ੍ਰਸਾਦ ਦਾ ਨਾਮ ਕਿਸ ਤੋਂ ਛੁਪਿਆ? ਜਾਂ ਭੁਪਿੰਦਰ ਸਿੰਘ ਸਾਡੇ ਹੁੱਡਾ ਸਾਹਿਬ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਰਹਿ ਚੁੱਕੇ, ਲਗਭਗ 10 ਸਾਲ ਰਹਿ ਚੁੱਕੇ। ਜਾਂ ਫਿਰ ਬੀਬੀ ਭੱਠਲ ਜੀ ਪੰਜਾਬ ਤੋਂ। ਹੁਣ ਭੱਠਲ ਭੈਣ ਜੀ ਜਿਹੜੇ ਹੈ, ਉਹਨਾਂ ਦਾ ਜਿਹੜਾ ਪੰਜਾਬ ਦੇ ਅੰਦਰ ਆਪਣਾ ਦਬਦਬਾ ਹੈ, ਪੰਜਾਬ ਦੇ ਅੰਦਰ ਜਿਹੜੀ ਉਹਨਾਂ ਦੀ ਪੋਲੀਟੀਕਲ ਪੋਜੀਸ਼ਨ ਹੈ, ਕਿਸੇ ਛੁਪੀ ਹੈ? ਵਰੇਪਾ ਮੋਲੀ, ਅਸੀਂ ਅਖਬਾਰਾਂ ਕਈ ਸਾਲਾਂ ਤੋਂ ਪੜ੍ਹਦੇ ਆ ਰਹੇ ਹਾਂ। ਪ੍ਰਿਥਵੀ ਰਾਜ ਚੌਹਾਨ ਮਹਾਰਾਸ਼ਟਰ, ਕੁਰੀਅਨ, ਰੇਨੂਕਾ ਚੌਧਰੀ, ਮਿਲਿੰਦ ਦੇਓਰਾ, ਇਹ ਕੌਣ ਨੇ? ਇਹ ਉਹ ਨਾਮ ਨੇ ਜਿਹੜੇ ਕਿ ਸਾਰੀਆਂ ਸਾਡੇ ਪੰਜਾਬ ਦੇ ਲੋਕ ਕਈ ਵਰਸ਼ਾਂ ਤੋਂ ਅਖਬਾਰਾਂ 'ਚ ਪੜ੍ਹਦੇ ਆ ਰਹੇ, ਕਾਂਗਰਸ ਦੇ ਵੱਡੇ ਲੀਡਰਾਂ ਵੱਲੋਂ ਜਾਣਦੇ ਨੇ। ਰਾਜ ਬੱਬਰ ਸਾਬਕਾ ਪ੍ਰਧਾਨ ਯੂਪੀ ਦਾ, ਅਰਵਿੰਦਰ ਸਿੰਘ ਲਵਲੀ ਦਿੱਲੀ ਦਾ ਸਾਬਕਾ ਪ੍ਰਧਾਨ, ਕੌਲ ਸਿੰਘ ਠਾਕੁਰ ਹਿਮਾਚਲ ਦਾ ਸਾਬਕਾ ਪ੍ਰਧਾਨ, ਇਹ ਸੂਬਿਆਂ ਦੇ ਸਾਬਕਾ ਪ੍ਰਧਾਨ ਵੀ ਹੁਣ ਖੁੱਲ ਕੇ ਬੋਲਦੇ ਪਏ ਨੇ। ਭਾਵੇਂ ਹੈ ਕਿ ਲਿਸਟ ਬਹੁਤ ਲੰਬੀ ਹੈ, ਲੇਕਿਨ ਕਾਂਗਰਸ ਦੇ ਪੰਜਾਬ 'ਚ ਵੀ ਸਾਬਕਾ ਹੀ ਬੋਲ ਰਹੇ, ਟੌਪ ਤੋਂ ਲੈ ਕੇ ਹੁਣ ਤਾਂ ਪ੍ਰੈਜ਼ੈਂਟ ਲੀਡਰ ਆਫ ਰਾਜ ਸਭਾ ਨੇ ਨਾ, ਕੀ ਨਾਮ ਹੈ ਆਪਣਾ, ਗੁਲਾਮ ਨਬੀ ਆਜ਼ਾਦ, ਉਹ ਟੌਪ ਤੋਂ ਲੈ ਕੇ ਬਾਟਮ ਤੱਕ ਤੁਹਾਨੂੰ ਜਿਹੜੇ ਲੋਕ ਅੱਜ ਬੋਲਦੇ ਦਿਖ ਰਹੇ ਨੇ। ਕਿਉਂ? ਕਿਤੇ ਨਾ ਕਿਤੇ ਕਾਂਗਰਸ ਦੇ ਅੰਦਰ ਜਿਹੜਾ ਹੈਗਾ ਅੰਦਰੂਨੀ ਜਿਹੜੀ ਡੈਮੋਕ੍ਰੇਸੀ ਉਹ ਖਤਮ ਹੋ ਚੁੱਕੀ ਹੈ। ਪਰ ਉਹ ਤੇ ਬਾਰ-ਬਾਰ ਇਹ ਕਹਿ ਰਹੇ ਤੁਸੀਂ ਕਰ ਰਹੇ ਹੋ। ਦੇਖੋ ਮੈਂ ਤਾਂ ਕਹਿੰਦਾ ਸਵਾਲ ਤੁਹਾਡੇ ਤੇ ਆ ਰਹੇ ਨੇ ਕਿ ਤੁਸੀਂ ਕਰ ਰਹੇ ਹੋ। ਗਾਲਿਬ ਦਿਲ ਬਹਿਲਾਨੇ ਦਾ ਖਿਆਲ ਅੱਛਾ ਹੈ। ਅਗਰ ਅਸੀਂ ਕਰ ਰਹੇ ਹਾਂ ਤੇ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ ਕਿ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ, ਅਸੀਂ ਲੋਕਾਂ ਵਿੱਚ ਗੱਲ ਰੱਖ ਰਹੇ ਹਾਂ, ਲੋਕ ਸਾਡੀ ਗੱਲ ਸੱਚੀ ਮੰਨ ਰਹੇ ਹੈ ਔਰ ਲੋਕ ਸਾਨੂੰ ਵੋਟ ਕਰ ਰਹੇ ਨੇ। ਲੋਕ ਅਸੀਂ 5 ਸਾਲ ਰਾਜ ਕਰਦੇ ਹਾਂ,
5 ਸਾਲ ਅਸੀਂ ਸੇਵਾ ਕਰਦੇ ਹਾਂ ਜੋ 70-75 ਸਾਲ ਚ ਕਾਂਗਰਸ ਨਹੀਂ ਕਰ ਪਾਈ, ਅਸੀਂ ਉਹ ਗਰੀਬ ਦੀ ਸੇਵਾ ਕਰਦੇ ਆ ਔਰ 5 ਸਾਲ ਬਾਅਦ ਸਾਨੂੰ ਦੁਬਾਰਾ ਫਿਰ ਜਿਹੜਾ ਹੈ ਸੱਤਾ ਜਿਹੜੀ ਹੈ ਦੇਸ਼ ਦੇ ਲੋਕ ਦਿੰਦੇ ਨੇ। ਅਸੀਂ ਇਹ ਕਰ ਰਹੇ ਹਾਂ, ਅਸੀਂ ਪੋਜ਼ਿਟਿਵਿਟੀ ਦੀ ਰਾਜਨੀਤੀ ਕਰ ਰਹੇ ਹਾਂ। ਭਾਰਤੀ ਜਨਤਾ ਪਾਰਟੀ ਚ ਜਿਹੜਾ ਹੈਗਾ ਇੱਕ ਆਦਮੀ ਜਿਹੜਾ ਮੰਡਲ ਪ੍ਰਧਾਨ ਰਿਹਾ ਹੈ ਉਹ ਪ੍ਰਦੇਸ਼ ਦਾ ਪ੍ਰਧਾਨ ਵੀ ਬਣ ਸਕਦਾ ਹੈ। ਪਰ ਮੈਨੂੰ ਤਾਂ ਲੱਗਦਾ ਉਹ 2014 ਵਾਲਾ ਜਿਹੜਾ ਨਾਰਾ ਨਰਿੰਦਰ ਮੋਦੀ ਜਿਹਾ ਵਿਅਕਤੀ ਜਿਹੜਾ ਗਰੀਬ ਆਦਮੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ। 2014 ਦੇ ਇਲੈਕਸ਼ਨ ਤੋਂ ਪਹਿਲੇ ਜੋ ਕਿਹਾ ਸੀ ਨਾ ਕਾਂਗਰਸ ਮੁਕਤ ਭਾਰਤ, ਲੇਕਿਨ ਕਾਂਗਰਸ ਦੇ ਅੰਦਰ ਤੁਸੀਂ ਕਿਤੇ ਲੱਗਦਾ ਕਿ ਉਸ ਪਾਸੇ ਵੀ ਜਾ ਰਹੇ ਹੋ। ਲੇਕਿਨ ਕਾਂਗਰਸ ਦੇ ਅੰਦਰ ਨੈਸ਼ਨਲ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਢਿੱਡ ਤੋਂ ਪੈਦਾ ਹੁੰਦਾ ਹੈ, ਉਹ ਜਿਹੜਾ ਹੈ ਵੋਟਾਂ ਦੇ ਰਾਹੀਂ ਪੈਦਾ ਨਹੀਂ ਹੁੰਦਾ। ਨੈਸ਼ਨਲ ਪ੍ਰੈਜ਼ੀਡੈਂਟ ਦੇ ਇਲਾਵਾ ਸਭ ਜਗ੍ਹਾ ਇਲੈਕਸ਼ਨ ਹੁੰਦੇ ਨੇ, ਪਰ ਜਦ ਨੈਸ਼ਨਲ ਪ੍ਰੈਜ਼ੀਡੈਂਟ ਦੀ ਵਾਰੀ ਆਉਂਦੀ ਹੈ ਉਹ ਤਾਂ ਫਿਰ ਢਿੱਡ ਤੋਂ ਹੀ ਪੈਦਾ ਹੁੰਦਾ ਹੈ, ਉਹ ਵੋਟਾਂ ਤੋਂ ਨਹੀਂ ਪੈਦਾ ਹੋ ਸਕਦਾ। ਇਹ ਗੰਭੀਰ ਸਵਾਲ। ਕਲੇਰ ਸਾਹਿਬ, ਹਾਲਾਤ ਜੋ ਹੋ ਰਹੇ ਨੇ ਕੀ ਲੱਗਦਾ ਪੰਜਾਬ 'ਚ ਵੀ ਹਲਚਲ ਹੋਏਗੀ? ਹਾਲਾਂਕਿ ਹਲਚਲ ਬਹੁਤ ਪਹਿਲੇ ਤੋਂ ਸ਼ੁਰੂ ਹੋ ਚੁੱਕੀ ਹੈ। ਬਾਜਵਾ ਸਾਹਿਬ, ਦੁੱਲੋ ਸਾਹਿਬ ਕਈ ਚਿੱਠੀਆਂ ਉਹ ਵੀ ਕਰ ਚੁੱਕੇ ਨੇ, ਚਿੱਠੀ ਬੰਮ ਉਹ ਵੀ ਕਈ ਫੋੜ ਚੁੱਕੇ ਨੇ, ਪਰ ਸਵਾਲ ਵੱਡਾ ਹੈ ਕਿ ਜਿਹੜਾ ਵਰਕਿੰਗ ਕਮੇਟੀ ਦੇ ਵਿੱਚ ਜੋ ਕੁਝ ਹੋ ਰਿਹਾ ਉਹਦਾ ਇੰਪੈਕਟ ਪੰਜਾਬ ਤੇ ਕੀ ਕੁਝ? ਨਵਨੀਤ ਜੀ, ਸਭ ਤੋਂ ਪਹਿਲਾਂ ਮੈਂ ਆਪਣੀ ਡਿਬੇਟ ਇਸ ਤੋਂ ਸ਼ੁਰੂ ਕਰਦਾ ਹਾਂ ਕਿ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਹਨੇ ਦੇਸ਼ ਦੇ ਵਿੱਚ ਸਭ ਤੋਂ ਲੰਬਾ ਸਮਾਂ ਰਾਜ ਕੀਤਾ, ਪਰ ਅੱਜ ਜਦੋਂ ਗੈਰ ਕਾਂਗਰਸੀ ਸਰਕਾਰਾਂ ਨੇ ਬਹੁਤ ਘੱਟ ਸਮੇਂ ਦੇ ਵਿੱਚ ਦੇਸ਼ ਲਈ ਬਹੁਤ ਕੁਝ ਕਰਕੇ ਦਿਖਾਤਾ ਤਾਂ ਲੋਕਾਂ ਦਾ ਕਾਂਗਰਸ ਕਦੀ ਮੋਹ ਭੰਗ ਹੋ ਗਿਆ। ਫਿਰ ਚਾਹੇ ਉਹ ਦਿੱਲੀ ਦੇ ਵਿੱਚ ਹੋਵੇ ਚਾਹੇ ਪੰਜਾਬ ਦੇ ਵਿੱਚ ਹੋਵੇ। ਪੰਜਾਬ ਦੇ ਵਿੱਚ ਵੀ ਆਪਾਂ ਜਿੱਦਾਂ ਦੇਖਿਆ ਕਿ ਜੋ ਲੋਕਾਂ ਦੇ ਨਾਲ ਇੱਕ ਧੋਖਾ ਕਰਕੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਸਰਕਾਰ ਬਣਾਈ ਗਈ ਔਰ ਉਹ ਲੋਕ ਤਾਂ ਬੋਲ ਹੀ ਰਹੇ ਸੀ, ਹੁਣ ਵਿੱਚੋਂ ਵੀ ਆਵਾਜ਼ਾਂ ਸ਼ੁਰੂ ਹੋ ਗਈਆਂ। ਪ੍ਰਤਾਪ ਸਿੰਘ ਬਾਜਵਾ ਹੋਣ ਚਾਹੇ ਦੁੱਲੋ ਸਾਹਿਬ ਹੋਣ ਸਾਬਕਾ ਪ੍ਰਧਾਨ, ਹੁਣ ਔਰ ਪੱਠਲ ਵੀ ਉਹਦੇ ਵਿੱਚ ਜੁੜ ਰਹੇ ਨੇ। ਸੋ ਕਿਤੇ ਨਾ ਕਿਤੇ ਕਾਂਗਰਸ ਦਾ ਜਿਹੜਾ ਕਲਚਰ ਹੈ, ਚਾਹੇ ਉਹ ਦਿੱਲੀ ਦਾ ਹੋਵੇ ਚਾਹੇ ਉਹ ਪੰਜਾਬ ਦਾ ਹੋਵੇ, ਕਲਚਰ ਬਿਲਕੁਲ ਇੱਕੋ ਜਿਹਾ। ਉਰੇ ਕੋਈ ਬਾਹਲੀ ਲੋਕਾਂ ਦੀ ਜਾਂ ਵਰਕਰਾਂ ਦੀ ਤਾਂ ਸੁਣੀ ਨਹੀਂ ਜਾਂਦੀ। ਔਰ ਪੰਜਾਬ ਦੇ ਵਿੱਚ ਵੀ ਜੋ ਸਰਕਾਰ ਹੈ, ਆਪਾਂ ਨੂੰ ਸਭ ਨੂੰ ਪਤਾ ਹੈ ਕਿ ਮੁੱਖ ਮੰਤਰੀ ਸਾਹਿਬ ਤੱਕ ਕਿੰਨੀ ਐਕਸੈਸਿਬਿਲਿਟੀ ਹੈ ਔਰ ਦੇਸ਼ ਦੇ ਵਿੱਚ ਵੀ ਆਹੀ ਕੁਝ ਹੋ ਰਿਹਾ, ਗਾਂਧੀ ਪਰਿਵਾਰ ਤੱਕ ਕਿੰਨੀ ਐਕਸੈਸਿਬਿਲਿਟੀ ਹੈ। ਸੋ ਕਲਚਰ ਤਾਂ ਇਹਨਾਂ ਦਾ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਇੱਕੋ ਜਿਹਾ ਕਲਚਰ ਚੱਲ ਰਿਹਾ। ਔਰ ਅੱਜ ਖਾਸ ਕਰਕੇ ਚਲੋ ਇਹਨਾਂ ਦੀ ਪਾਰਟੀ ਦਾ ਅੰਦਰੂਨੀ ਮਸਲਾ, ਮੇਰਾ ਕੋਈ ਉਹਨਾਂ ਬੋਲਣਾ ਬਣਦਾ ਨਹੀਂਗਾ। ਅੱਛਾ, ਨਹੀਂ ਮੈਂ ਜੋ ਸਮਝਣਾ ਚਾਹ ਰਿਹਾ, ਨਹੀਂ ਕਲੇਰ ਸਾਹਿਬ ਤੁਹਾਡੀ ਗੱਲ ਤੋਂ ਮੈਂ 1 ਮਿੰਟ ਵਿਚਕਾਰ ਰੋਕ ਰਿਹਾ। ਕਲੇਰ ਸਾਹਿਬ 1 ਮਿੰਟ, ਜਿਹੜੀ ਗੱਲ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਕਲਚਰ ਤੇ ਉੱਤੋਂ ਥੱਲੇ ਤੱਕ ਚੱਲ ਰਿਹਾ, ਯਾਨੀ ਕਿ ਜੇ ਪ੍ਰਤਾਪ ਬਾਜਵਾ, ਸ਼ਮਸ਼ੇਰ ਦੁੱਲੋ ਆਵਾਜ਼ ਚੁੱਕ ਰਹੇ ਨੇ ਤੇ ਉਹਨਾਂ ਦੀ ਸਿਕਿਉਰਿਟੀ ਵਿਡਰਾ ਕਰਨਾ, ਫਿਰ ਇਹ ਕਹਿਣਾ ਕਿ ਤੁਹਾਨੂੰ ਤੇ ਅਮਿਤ ਸ਼ਾਹ ਨੇ ਦੇਤੀ, ਨੇੜਤਾ ਵੱਧ ਰਹੀ ਹੈ। ਔਰ ਜੇ ਅੱਜ ਕਾਂਗਰਸ ਵਰਕਿੰਗ ਕਮੇਟੀ 'ਚ ਕੁਝ ਲੋਕ ਕਹਿ ਗਏ ਤੇ ਉਹ ਵੀ ਸਾਰਾ ਕੁਝ ਬਲੇਮ ਜੋਸ਼ੀ ਜੀ ਦੀ ਪਾਰਟੀ ਤੇ। ਨਵਨੀਤ ਜੀ, ਫੇਰ ਤਾਂ ਮੈਨੂੰ ਲੱਗਦਾ ਕਿ ਕਾਂਗਰਸ ਨੂੰ ਜਿਸ ਹਿਸਾਬ ਤੇ ਅੱਜ ਅਗਰ ਤੁਸੀਂ ਹਰ ਗੱਲ ਤੇ ਐਲੀਗੇਸ਼ਨ ਲਾਓ ਕਿ ਬੀਜੇਪੀ ਕਰਾ ਰਹੀ ਹੈ, ਫਿਰ ਤਾਂ ਪਾਰਟੀ ਇਹਦਾ ਮਤਲਬ ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਉਹ ਸਰਵਾਈਵ ਕਰਨ ਦੇ ਹੱਕ 'ਚ ਹੀ ਨਹੀਂ। ਫਿਰ ਤਾਂ ਪਾਰਟੀ ਨੂੰ ਵੈਸੇ ਹੀ ਭੰਗ ਕਰ ਦੇਣਾ ਚਾਹੀਦਾ। ਅਗਰ ਤੁਸੀਂ ਆਪਣੇ ਵੱਡੇ ਲੀਡਰਾਂ ਦੇ ਉੱਤੇ ਇਸ ਤਰ੍ਹਾਂ ਦੇ ਐਲੀਗੇਸ਼ਨ ਲਾ ਦੋ ਕਿ ਜੀ ਇਹ ਸਾਰੇ ਬੀਜੇਪੀ ਨਾਲ ਹੈਂਡ ਇਨ ਗਲਵ ਨੇ, ਫਿਰ ਮੈਨੂੰ ਲੱਗਦਾ ਕਿ ਕਾਂਗਰਸ ਨੂੰ ਆਪਣਾ ਢਾਂਚਾ ਹੀ ਭੰਗ ਕਰ ਦੇਣਾ ਚਾਹੀਦਾ। ਫਿਰ ਕੋਈ ਹੱਕ ਹੀ ਨਹੀਂ ਰਿਹਾ ਪਾਰਟੀ ਚਲਾਉਣ ਦਾ। ਸੋ ਮੈਂ ਫਿਰ ਦੁਬਾਰਾ ਇਹ ਗੱਲ ਕਹਿ ਦਿਆਂ ਕਿ ਗੱਲਾਂ ਕਹਿਣ ਦੇ ਸੇਕ ਲਈ ਕਹਿ ਦੇਣੀਆਂ ਚਾਹੀਦੀਆਂ ਨੇ, ਪਰ ਇਹ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਹੈਗਾ। ਔਰ ਉਹ ਬੰਦੇ ਜਿਹੜੇ ਕਿ ਕਾਂਗਰਸ ਦੇ ਮੇਨ ਡਿਸੀਜਨ ਮੇਕਰ ਨੇ, ਅਗਰ ਅੱਜ ਉਹੀ ਸਵਾਲ ਉਠਾ ਰਹੇ ਨੇ, ਔਰ ਮੈਨੂੰ ਲੱਗਦਾ CWC ਅੱਧੀ ਤੋਂ ਜ਼ਿਆਦਾ CWC ਨੇ ਅੱਜ ਨੇਤਰਤਵ ਤੇ ਸਵਾਲ ਉਠਾ ਦਿੱਤੇ ਨੇ। ਸੋ ਬਾਹਲਾ ਸਾਡੇ ਲਈ ਕੁਝ ਕਹਿਣ ਨੂੰ ਬਚਦਾ ਨਹੀਂ ਹੈਗਾ। ਔਰ ਬੈਟਰ ਹੈ ਕਿ ਕਹਿਣ ਨੂੰ ਤਾਂ ਬਹੁਤ ਕੁਝ ਹੈ ਕਲੇਰ ਸਾਹਿਬ, ਕਹਿਣ ਨੂੰ ਬਹੁਤ ਕੁਝ ਹੈ, ਕਿਉਂਕਿ ਕਹਿਣ ਨੂੰ ਇਸ ਕਰਕੇ ਹੈ ਕਿ ਹਾਲਾਤ ਪੰਜਾਬ 'ਚ ਵੀ ਹੋਈ ਨੇ ਔਰ ਪੰਜਾਬ ਤੇ ਉਸ ਪਾਰਟੀ ਦੀ ਸੱਤਾ ਹੈ। ਸੋ ਇਸ ਕਰਕੇ ਕਹਿਣ ਨੂੰ ਬਹੁਤ ਕੁਝ ਹੈ, ਆਪਾਂ ਨਾ ਕਹੀਏ ਕਿ ਕਹਿਣ ਨੂੰ ਕੁਝ ਨਹੀਂ ਹੈ, ਕਿਉਂਕਿ ਪਾਰਟੀ ਦੀ ਇੰਟਰਨਲ ਸਿਚੁਏਸ਼ਨ ਦੇ ਨਾਲ ਹੀ ਸੂਬੇ ਦੀ ਬੜੀ ਚੀਜ਼ਾਂ ਡਿਪੈਂਡ ਕਰਦੀਆਂ ਨੇ ਜਿਹੜੀ ਪਾਰਟੀ ਸੱਤਾ ਤੇ ਕਾਬਜ਼ ਹੁੰਦੀ ਹੈ। ਮੈਂ ਬਲੀਵਾਲ ਸਾਹਿਬ ਤੋਂ ਇਹਦਾ ਜਵਾਬ ਲਵਾਂਗਾ, ਪਰ ਹਰਚੰਦ ਜੀ ਇੱਕ ਚੀਜ਼ ਸਮਝ ਨਹੀਂ ਚਾਹ ਰਿਹਾ ਕਿ ਜੋ ਹਾਲਾਤ ਤੁਸੀਂ ਵੀ ਵੇਖ ਰਹੇ ਹੋ ਅੱਜ ਜਾਂ ਪਿਛਲੇ ਕਈ ਦਿਨਾਂ ਤੋਂ ਪੰਜਾਬ 'ਚ ਵੀ ਇਹ ਹਾਲਾਤ ਨੇ, ਲੱਗਦਾ 22 ਨੂੰ ਲੈ ਕੇ ਕਈ ਸਮੀਕਰਨ, ਮੈਂ ਬਾਕੀ ਵਿਰੋਧੀਆਂ ਦੀ ਗੱਲ ਨਹੀਂ ਕਰੂੰਗਾ, ਨਾ ਤੁਹਾਡੀ ਕਰੂੰਗਾ, ਨਾ ਵਿਨੀਤ ਜੀ ਦੀ ਕਰੂੰਗਾ, ਨਾ ਕਲੇਰ ਸਾਹਿਬ ਦੀ ਕਰੂੰਗਾ, ਸ਼ਾਇਦ ਕਾਂਗਰਸ ਪਾਰਟੀ ਦੇ ਵਿੱਚ ਅੰਦਰੂਨੀ ਕਈ ਆਪੋਜੀਸ਼ਨ ਹੋ ਜਾਣਗੀਆਂ ਉਦੋਂ ਤੱਕ। ਹੈਲੋ ਹਰਚੰਦ ਜੀ, ਹੈਲੋ ਹਰਚੰਦ ਜੀ, ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ? ਹਾਂ, ਤੱਕ ਪਹੁੰਚ ਰਹੀ ਹੈਗੀ ਆਵਾਜ਼। ਹਾਂ, ਰੱਖੋ ਆਪਣੀ ਗੱਲ। ਕੁਐਸਚਨ ਦੱਸੋ, ਕੀ ਕਿਹਾ ਸੀ? ਮੈਂ ਕਹਿ ਰਿਹਾ ਸੀ ਕਿ ਜੋ ਹਾਲਾਤ ਬਣੇ ਹੋਏ ਨੇ, ਲੱਗਦਾ ਨਹੀਂ ਕਿ ਸ਼ਾਇਦ 2022 ਤੱਕ ਵਿਰੋਧੀਆਂ ਦੀ ਲੋੜ ਪਏਗੀ, ਕਿਉਂਕਿ ਅੰਦਰ ਹੀ ਕਈ ਵਿਰੋਧੀ ਹੋ ਜਾਣਗੇ। ਅਸਲੀਅਤ ਇਹ ਹੈ ਜੀ, ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ, ਲੋਕ ਰਾਜ ਤਾਂ ਸਾਰੀਆਂ ਪਾਰਟੀਆਂ 'ਚ ਖਤਮ ਹੀ ਹੋ ਚੁੱਕਿਆ। ਪਰਸਨੈਲਿਟੀ ਬੇਸਡ ਲੀਡਰਸ਼ਿਪ ਖੜੀ ਹੋ ਗਈ ਹਰ ਪਾਸੇ, ਚਾਹੇ
ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਬੀਜੇਪੀ ਹੈ, ਚਾਹੇ ਕੋਈ ਹੋਰ ਪਾਰਟੀ। ਹਾਂ ਜਦੋਂ ਵੀ ਸੱਤਾ ਦੇ ਵਿੱਚ ਕੋਈ ਪਾਰਟੀ ਆਉਂਦੀ ਹੈ, ਜਿਹੜਾ ਲੀਡਰ ਸੱਤਾ 'ਚ ਆਉਂਦਾ ਹੈ, ਉਹਦਾ ਪਹਿਲਾ ਕੰਮ ਇਹ ਹੁੰਦਾ ਕਿ ਪਹਿਲਾਂ ਤਾਂ ਆਪਣੀ ਪਾਰਟੀ ਦੇ ਵਿਰੋਧੀਆਂ ਨੂੰ ਛਾਂਗਦਾ ਉਹ, ਉਸ ਤੋਂ ਬਾਅਦ ਉਹ ਦੂਜੇ ਪਾਸੇ ਜਾਂਦਾ। ਇਸੇ ਕਰਕੇ ਇਹ, ਕਿਉਂਕਿ ਜਦੋਂ ਪ੍ਰਿੰਸੀਪਲ ਆ, ਹੁਣ ਸਾਨੂੰ ਕੋਈ ਬਾਹਲਾ ਕਾਂਗਰਸ ਦੀ ਅੰਦਰ ਦੀ ਫੁੱਟ ਦਾ ਜਾਂ ਅਕਾਲੀ ਦਲ ਦਾ ਜਾਂ ਕਿਸੇ ਹੋਰ ਪਾਰਟੀ ਦੀ ਫੁੱਟ ਦਾ ਜਾਂ ਬੀਜੇਪੀ ਦਾ ਕੋਈ ਫਰਕ ਨਹੀਂ। ਅਸੀਂ ਤਾਂ ਸਿਰਫ ਇਸ ਗੱਲ ਨੂੰ ਕੰਸਰਨ ਕਰਦੇ ਹਾਂ ਕਿ ਪੰਜਾਬ ਦੇ ਜਿਹੜੀ ਆਪਸੀ ਫੁੱਟ ਹੈ, ਇਹਦੇ ਨਾਲ ਪੰਜਾਬ ਦੇ ਆਮ ਲੋਕਾਂ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਪੈ ਰਿਹਾ ਹੈ। ਉਹ ਇਹ ਪੈ ਰਿਹਾ ਹੈ ਕਿ ਕਰੋਨਾ ਦੇ ਹਾਲਾਤਾਂ 'ਚ ਵੀ ਪੰਜਾਬ ਦੀ ਕਾਂਗਰਸ ਪਾਰਟੀ ਸਰਕਾਰ ਹੈ ਜਿਹੜੀ ਕੁਝ ਲੋਕਾਂ ਵਾਸਤੇ ਕਰ ਨਹੀਂ ਸਕੀ। ਠੀਕ। ਨਾ ਇਹਨਾਂ ਕੋਈ ਆਕਸੀਮੀਟਰ ਵੰਡੇ, ਨਾ ਕਿਸੇ ਹਸਪਤਾਲਾਂ ਦੇ ਵਿੱਚ ਕੋਈ ਪ੍ਰਬੰਧ ਕੀਤਾ, ਔਰ ਉਲਟਾ ਹੋ ਕੀ ਰਿਹਾ, ਕਦੇ ਬਿਜਲੀ ਦੇ ਰੇਟ ਵਧਾ ਦਿੰਦੇ ਨੇ, ਕਦੇ ਬੱਸਾਂ ਦੇ ਕਿਰਾਏ ਵਧਾ ਦਿੰਦੇ ਨੇ, ਕਦੇ ਮੁਲਾਜ਼ਮਾਂ ਤੇ ਤਨਖਾਹਾਂ ਤੇ ਕੱਟ ਲਾਉਂਦੇ ਨੇ, ਔਰ ਕਿਸੇ ਦੀ ਕਰੋਨਾ ਦੀ ਆੜ 'ਚ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ। ਇਹੀ ਹਾਲ ਬਾਕੀ ਸੂਬਿਆਂ 'ਚ ਵੀ ਹੋ ਰਿਹਾ ਹੈ। ਔਰ ਕਾਂਗਰਸ ਦਾ ਜਿਹੜੀ ਗਾਂਧੀ ਪਰਿਵਾਰ ਤੋਂ ਬਿਨਾਂ ਤਾਂ ਕਾਂਗਰਸ ਦਾ ਕੋਈ ਅਸਤਿਤਵ ਹੋ ਹੀ ਨਹੀਂ ਸਕਦਾ ਇੰਡੀਆ 'ਚ। ਜੇ ਅੱਜ ਗਾਂਧੀ ਪਰਿਵਾਰ ਦੇ ਹੱਥੋਂ ਕਮਾਂਡ ਖੁੱਸ ਜਾਂਦੀ ਹੈ ਤਾਂ ਕਾਂਗਰਸ ਤਾਂ ਲੱਭਣੀ ਵੀ ਨਹੀਂ ਕਿਤੇ। ਇਹਨਾਂ ਦਾ ਇੱਕੋ ਇੱਕ ਟੇਕ ਕਾਂਗਰਸ ਪਾਰਟੀ ਤੇ ਹੈ। ਜਿਹੜੇ ਵੀ ਕਾਂਗਰਸ ਪਾਰਟੀ ਦੀ ਗੱਲ ਚਿੱਠੀ ਪੱਤਰ ਉੱਠਿਆ ਕਿ ਇਹਦੀ CWC ਬਣਾਈ ਕਿਹਨੇ ਸੀ, ਉਹ ਵੀ ਗਾਂਧੀ ਪਰਿਵਾਰ ਨੇ ਬਣਾਈ ਸੀ। ਅੱਜ ਦੁਬਾਰਾ ਇੱਕ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ, ਭੁਲੇਖਾ ਪਾਉਣ ਵਾਸਤੇ ਕਿ ਜੀ ਬੜਾ ਇਹਦੇ ਵਿੱਚ ਵਿਰੋਧ ਹੋ ਰਿਹਾ ਜੀ। ਅੱਛਾ, ਮੈਂ ਨਾ ਇੱਕ ਮਿੰਟ ਰੋਕਣਾ ਚਾਹੂੰਗਾ। ਸ਼ੁਰੂਆਤ 'ਚ ਜਿਹੜੀ ਗੱਲ ਤੁਸੀਂ ਕਹੀ ਨਾ ਅਰਚਨ ਜੀ ਕਿ ਪਰਸਨੈਲਿਟੀ ਬੇਸਡ, ਮੈਨੂੰ ਨਾ 2013 ਦੇ ਅਖੀਰ ਦੇ ਵਿੱਚੋਂ ਇੱਕ ਨਾ ਪੰਜਾਬ 'ਚ ਬੜਾ ਚੱਲਿਆ ਸੀ, ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਤੇ ਕਿ ਉਹ ਪਰਸਨੈਲਿਟੀ ਬੇਸ ਨਹੀਂ ਸੀਗਾ? ਬਿਲਕੁਲ ਪਰਸਨੈਲਿਟੀ ਬੇਸ ਸੀ, ਪਰ ਜੇ ਪਰਸਨੈਲਿਟੀ ਬੇਸ ਹੋ ਕੇ ਕੰਮ ਤਾਂ ਲੋਕ ਹਿੱਤਾਂ ਦੇ ਕਰੇ ਨਾ ਬੰਦਾ। ਕਿੰਨੀ ਵਾਰ ਆਏ ਪੰਜਾਬ 'ਚ ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਆਪੋਜੀਸ਼ਨ ਤੇ? ਪਹਿਲੀ ਵਾਰ ਇਲੈਕਸ਼ਨ ਲੜਨ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਆਪੋਜੀਸ਼ਨ 'ਚ ਬਿਠਾਇਆ, ਕਿੰਨੀ ਵਾਰੀ ਆਏ? ਗੱਲ ਇਹ ਹੈ, ਅੱਜ ਕੇਜਰੀਵਾਲ ਸਾਹਿਬ ਦੀ ਟੀਮ ਤਾਂ ਅੱਜ ਵੀ ਕੰਮ ਕਰ ਰਹੀ ਹੈ। ਔਰ ਦਿੱਲੀ ਦੇ ਵਿੱਚ ਉਹਨਾਂ ਨੇ ਦੁਬਾਰਾ ਸੱਤਾ 'ਚ ਆਏ ਨੇ, ਸਾਰੇ ਵਿਰੋਧਾਂ ਦੇ ਬਾਵਜੂਦ ਸੱਤਾ 'ਚ ਆਏ ਨੇ, ਬੜੇ ਸ਼ਾਨਦਾਰ ਢੰਗ ਨਾਲ ਆਏ ਨੇ। ਔਰ ਅੱਜ ਜੋ ਦਿੱਲੀ ਦਾ ਪਰ ਕ੍ਰਿਟਿਕ, ਮੇਰੀ ਗੱਲ ਸੁਣੋ ਨਾ ਹਰਚੰਦ ਜੀ, ਦੇਖੋ ਮੈਂ ਇਹ ਨਹੀਂ ਕਹਿ ਰਿਹਾ, ਚਲੋ ਮਸਲਾ ਬਲੀਵਾਲ ਸਾਹਿਬ ਦੀ ਪਾਰਟੀ ਦਾ ਹੈ, ਪਰ ਇਲੈਕਸ਼ਨ ਜਦੋਂ ਨੇੜੇ ਆਏ ਨੇ ਤਾਂ ਤੁਹਾਡੀ ਪਾਰਟੀ ਲਈ ਵੀ ਇਹ ਬਾਰ-ਬਾਰ ਹੁੰਦਾ ਹੈ ਕਿ ਸ਼ਾਇਦ ਜੋ ਆਵਾਜ਼ ਚੁੱਕਦਾ, ਜਿਵੇਂ ਕਾਂਗਰਸ ਪਾਰਟੀ ਦਾ ਜ਼ਿਕਰ ਬਾਕੀ ਸਾਰੇ ਮਹਿਮਾਨ ਇੱਥੇ ਕਰ ਰਹੇ ਨੇ, ਤੁਹਾਡੀ ਪਾਰਟੀ 'ਚ ਵੀ ਹੁੰਦਾ ਹੈ। ਕਿੰਨੇ ਲੀਡਰ ਬਾਹਰ ਗਏ, ਉਹ ਮੇਰੇ ਤੋਂ ਜ਼ਿਆਦਾ ਬਿਹਤਰ ਤੁਹਾਨੂੰ ਪਤਾ ਹੈ। ਬਲੀਵਾਲ ਸਾਹਿਬ, ਬਿਲਕੁਲ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ। ਬਿਲਕੁਲ ਜਿਹੜੇ ਗਏ ਨੇ ਉਹਨਾਂ ਦਾ ਕੋਈ ਤਾਂ ਕਾਰਨ ਹੋਊਗਾ ਨਾ। ਇਹ ਜਿਹੜੇ ਹੁਣ ਬੇਨਤੀ ਬੱਲੇਵਾਲ ਸਾਹਿਬ ਇੱਕ ਮਿੰਟ ਲਊਂਗਾ, ਮੈਂ ਵਿਨੀਤ ਬੋਲ ਰਿਹਾ, ਇੱਕ ਮਿੰਟ ਲਊਂਗਾ। ਬਸੰਤ ਸਾਹਿਬ, ਮੇਰੀ ਬੇਨਤੀ ਹੈ, ਤੁਸੀਂ ਕਿਹਾ ਕਿ ਪਾਰਟੀ ਜਿਹੜੀ ਹੈ ਸੱਤਾ 'ਚ ਆਂਦੇ ਹੀ ਆਪਣੇ ਵਿਰੋਧੀਆਂ ਨੂੰ ਬਾਹਰ ਕੱਢਦੀ ਹੈ। ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ, ਉਹ ਇੱਕ ਕਵੀ ਸੀ, ਕੀ ਨਾਮ ਭੁੱਲ ਗਿਆ ਉਹਦਾ, ਕੁਮਾਰ ਵਿਸ਼ਵਾਸ, ਇਹ ਤੁਸੀਂ ਸਾਰੇ ਫਾਊਂਡਰ ਮੈਂਬਰ ਜਿਹੜੇ ਪਾਰਟੀ ਦੇ ਬਾਹਰ ਕੱਢਦੇ ਸੀਗੇ। ਮਤਲਬ ਜਿਹੜੀ ਗੱਲਾਂ ਤੁਸੀਂ ਕਰ ਰਹੇ ਹੋ, ਤੁਹਾਡੇ ਲੀਡਰ ਪਾਰਟੀ ਦੇ ਆਪ ਕਰਦੇ ਪਏ ਨੇ। ਪੰਜਾਬ 'ਚ ਜਿਹੜਾ ਹੈਗਾ ਭਗਵੰਤ ਮਾਨ ਰੁੱਸ ਕੇ ਘਰੇ ਬਹਿ ਗਿਆ ਸੀਗਾ ਹੈ ਜਦ ਫੂਲਕਾ ਜੀ ਨੂੰ ਬਣਾਇਆ ਸੀਗਾ। ਫੂਲਕਾ ਜੀ, ਸੁਖਪਾਲ ਖਹਿਰਾ, ਇਹ ਸਾਰੇ ਐਗਜ਼ਾਮਪਲਸ ਤੁਹਾਡੇ ਸਾਹਮਣੇ ਨੇ। ਤੁਸੀਂ ਜਿਹੜੀ ਉਦਾਹਰਨ ਦੇ ਰਹੇ ਹੋ ਉਹ ਤੁਹਾਡੇ ਆਪਣੀ ਮੰਜੀ ਥੱਲੇ ਸੋਟਾ ਮਾਰੋ। ਕਿਆ ਕੇਜਰੀਵਾਲ ਸਾਹਿਬ ਨੇ ਪ੍ਰਸ਼ਾਂਤ ਭੂਸ਼ਣ ਨੂੰ ਬੇਇੱਜ਼ਤ ਕਰਕੇ ਬਾਹਰ ਨਹੀਂ ਕੱਢਿਆ ਸੀਗਾ, ਫਾਊਂਡਰ ਮੈਂਬਰ ਨੂੰ, ਜਾਂ ਯੋਗੇਂਦਰ ਯਾਦਵ ਨੂੰ ਕੱਢਿਆ ਨਹੀਂ ਸੀਗਾ? ਆਏ ਨੇ ਤੇ ਬਾਕੀ ਜਿਹੜੇ ਸ਼ਤਰੂਘਨ ਸਿਨੇ ਵਰਗੇ MP ਜਿਹੜੇ ਸੀਨੀਅਰ ਬੰਦੇ ਉਹ ਕਿੱਧਰ ਗਏ ਨੇ? ਮੈਂ ਸਾਰੀਆਂ ਪਾਰਟੀਆਂ ਦੀ ਗੱਲ ਕਰ ਰਿਹਾ ਹਾਂ। ਤੁਸੀਂ ਜੋ ਉਦਾਹਰਨ ਦਿੱਤਾ, ਆਪਣੀ ਮੰਜੀ ਥੱਲੇ ਸੋਟਾ ਮਾਰੋ। ਤੁਹਾਡੇ ਵੀ ਇਹੀ ਹੋ ਰਿਹਾ, ਪਰਸਨੈਲਿਟੀ ਬੇਸਡ ਹੈ। ਕੇਜਰੀਵਾਲ ਦੇ ਨਾਲ ਹੈਗੇ ਠੀਕ ਹੈ, ਨਹੀਂ ਤਾਂ ਬਾਹਰ ਹੋ ਜਾਓ। ਭਗਵੰਤ ਮਾਨ ਨਾਲ ਹੈਗੇ ਠੀਕ ਹੈ, ਨਹੀਂ ਤਾਂ ਬਾਹਰ ਹੋ ਜਾਓ। ਤੁਹਾਡਾ ਵੀ ਵਿਨੀਤ ਜੀ ਕਿਹੜੀ ਪਾਰਟੀ 'ਚ ਨਹੀਂ ਹੈ, ਮੈਨੂੰ ਇਹ ਦੱਸੋ। ਭਾਰਤੀ ਜਨਤਾ ਪਾਰਟੀ ਦੇ ਅੰਦਰ ਕੋਈ ਇੱਕ ਵਿਅਕਤੀ, ਕੱਲਾ ਇੱਕ ਮੋਦੀ ਜੀ ਦੇ ਨਾਂ ਤੇ ਸਾਰਾ ਕੁਝ। ਭਾਰਤੀ ਜਨਤਾ ਪਾਰਟੀ ਦੇ ਅੰਦਰ ਕੋਈ, ਤੁਸੀਂ ਤੇ ਕਹਿ ਰਹੇ ਹੋ ਕਿ ਆਪਣੀ ਪੀੜੀ ਥੱਲੇ ਸੋਟਾ ਦੇ ਰਿਹਾ, ਮੈਂ ਤਾਂ ਕਹਿ ਰਿਹਾ ਹਮਾਮ 'ਚ ਸਾਰੇ ਨੰਗੇ ਜਵਾਬ ਦੇ ਰਿਹਾ ਨਾ। ਭਾਰਤੀ ਜਨਤਾ ਪਾਰਟੀ 'ਚ ਅਟਲ ਬਿਹਾਰੀ ਵਾਜਪਾਈ ਲੀਡਰ ਬਣੇ, ਲਾਲ ਕ੍ਰਿਸ਼ਨ ਅਡਵਾਨੀ ਬਣੇ, ਮੁਰਲੀ ਮਨੋਹਰ ਜੋਸ਼ੀ ਬਣੇ, ਹੁਣ ਨਰਿੰਦਰ मोदी ने 10-12 साल बाद कोई और आ जाएगा। पार्टी के अध्यक्ष जगत प्रकाश नड्डा, अमित शाह तो पहले राजनाथ सिंह तो पहले नितिन गडकरी तो पहले बंगारू लक्ष्मण तो पहले मुरली मनोहर जोशी। तो भारतीय जनता पार्टी के अंदर किसी एक व्यक्ति का राज नहीं है,
ਕੋਈ ਲੰਬਾ ਸਮਾਂ ਨਹੀਂ ਕਰਦਾ। ਹਾਂ, ਜਿਹੜੀ ਪਰਸਨੈਲਿਟੀ ਪਰਫਾਰਮ ਕਰਦੀ ਉਹਨੂੰ ਦੇਸ਼ ਵੋਟ ਕਰ ਰਿਹਾ। ਨਰਿੰਦਰ ਮੋਦੀ ਨੂੰ ਅਗਰ ਪਾਰਟੀ ਨੇ ਆਪਣਾ ਲੀਡਰ ਰੱਖਿਆ ਇਲੈਕਸ਼ਨ ਵਾਸਤੇ, ਉਹਨੇ ਪ੍ਰੂਵ ਕੀਤਾ, ਲੋਕਾਂ ਨੇ ਵੋਟ ਕੀਤੀਆਂ। 5 ਸਾਲ ਅਸੀਂ ਰਾਜ ਕੀਤਾ, 5 ਸਾਲ ਬਾਅਦ ਲੋਕਾਂ ਨੇ ਸਾਡੀ ਸੇਵਾ ਨੂੰ ਦੁਬਾਰਾ ਨਵਾਜ਼ਿਆ, ਸਾਨੂੰ ਫਿਰ ਸੱਤਾ ਦੇਤੀ। ਸੋ ਅਸੀਂ ਨਹੀਂ, ਪਰ ਸਾਡੀ ਪਾਰਟੀ 'ਚ ਕਿਸੇ ਨੂੰ ਬਾਹਰ ਨਹੀਂ ਕੱਢਿਆ ਗਿਆ। ਤੁਹਾਡੀ ਪਾਰਟੀ 'ਚ ਫਾਊਂਡਰ ਮੈਂਬਰ ਆਮ ਆਦਮੀ ਪਾਰਟੀ ਦੇ ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ, ਕੁਮਾਰ ਵਿਸ਼ਵਾਸ, ਇਹਨਾਂ ਨੂੰ ਜਲੀਲ ਕਰਕੇ ਕੱਢਿਆ ਗਿਆ। ਸਾਰੇ ਮੀਡੀਆ ਨੇ ਅੱਜ ਦੇਖਿਆ। ਆਪਾਂ ਫਿਰ ਵਾਪਸ ਕਾਂਗਰਸ ਤੇ ਆ ਜਾਂਦੇ ਹਾਂ। ਕਾਂਗਰਸ ਤੇ ਆ ਜਾਓ। ਹਾਂ ਠੀਕ ਹੈ, ਬਲੀਵਾਲ ਸਾਹਿਬ ਆ ਰਹੇ ਆ, ਹਰਚੰਦ ਜੀ ਆ ਰਹੇ ਆ। ਬਲੀਵਾਲ ਸਾਹਿਬ ਬੇਨਤੀ ਹੈ ਕਿ ਜਿਨ੍ਹਾਂ ਦੇ ਘਰ ਆਪ ਸ਼ੀਸ਼ੇ ਦੇ ਹੁੰਦੇ ਆ, ਦੂਜਿਆਂ ਦੇ ਪੱਥਰ ਨਹੀਂ ਮਾਰਦੇ। ਸਾਰਿਆਂ ਦੇ ਹਾਲ ਇਹੀ ਹੈ, ਚਾਹੇ ਉਹ ਬਰਸਟ ਸਾਹਿਬ ਸਾਡੀ ਪਾਰਟੀ 'ਚ ਰਹੇ ਨੇ, ਚਾਹੇ ਬਾਲੀ ਜੀ ਰਹੇ ਨੇ, ਸੀਨੀਅਰ ਲੀਡਰ ਨੇ। ਮੈਂ ਤਾਂ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ, ਬਾਲੀ ਸਾਹਿਬ ਨੂੰ ਖਾਸ ਕਰਕੇ, ਕਿ 35-37 ਸਾਲ ਤੁਸੀਂ ਪਾਰਟੀ ਦੀ ਸੇਵਾ ਕੀਤੀ ਹੈ, ਬਟ ਉਸ ਪਾਰਟੀ ਦੇ ਪ੍ਰਤੀ ਜਾਂ ਉਹਦੇ ਜਿਹੜੇ ਲੀਡਰਾਂ ਨਾਲ ਤੁਸੀਂ ਰਹੇ ਹੋ, ਉਹਦੇ ਬਾਰੇ ਸ਼ਬਦਾਵਲੀ ਮਾੜੀ ਨਹੀਂ ਵਰਤਣੀ ਚਾਹੀਦੀ। ਜਿੱਥੋਂ ਤੱਕ ਅਰੁਣ ਸ਼ੌਰੀ ਤੋਂ ਲੈ ਕੇ, ਮੈਂ ਗੱਲ ਨਹੀਂ ਕਰਨਾ ਚਾਹੁੰਦਾ ਯਸ਼ਵੰਤ ਸਿਨਹਾ ਦੀ, ਨਹੀਂ ਗੱਲ ਕਰਨਾ ਚਾਹੁੰਦਾ, ਸਾਰੇ ਹੀ ਉਧਰ। ਨਹੀਂ ਮੈਂ ਕਰਨੀ ਨਹੀਂ ਚਾਹੁੰਦਾ, ਮੈਂ ਨਹੀਂ ਕੱਢੇ ਦੀ ਗੱਲ ਨਹੀਂ ਹੈਗੀ। ਆਪ ਗਏ ਨੇ, ਇੱਥੇ ਵੀ ਸਾਰੇ ਕਈ ਆਪ ਚਲੇ ਗਏ ਨੇ, ਸ਼ਤਰੂਘਨ ਸਿਨਹਾ ਵਰਗੇ। ਮੈਂ ਕਹਿੰਦਾ ਜੀ ਅੱਜ ਮੇਰੀ ਬੇਨਤੀ ਇਹ ਆ ਕਿ ਅੱਜ ਦੀ ਡੇਟ ਜੇ ਕਾਂਗਰਸ ਪਾਰਟੀ ਦਾ ਨਾਰਾ ਤੇ ਤੁਹਾਡੀ ਪਾਰਟੀ 'ਚ ਨਾਰਾ ਮੋਦੀ ਮੋਦੀ ਵੱਜਦਾ, ਬੀਜੇਪੀ ਨਹੀਂ ਵੱਜਦਾ ਕਿਤੇ। ਤੁਸੀਂ ਆਪ ਹੀ ਚੈੱਕ ਕਰ ਲਿਓ, ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ। ਇਹੀ ਹਾਲ ਅਕਾਲੀ ਕਰ ਰਿਹਾ। 10 ਸਾਲ ਬਾਅਦ ਤੁਹਾਨੂੰ ਮੋਦੀ ਨਹੀਂ ਕੋਈ ਹੋਰ ਲੀਡਰ ਲੱਭੇਗਾ ਬੀਜੇਪੀ 'ਚ। ਮੈਂ ਕਹਿੰਦਾ ਜੀ ਜਿਹੜਾ ਪਰਫਾਰਮ ਕਰਦਾ ਉਹ ਬਣਾਊਗੀ ਦੇਸ਼ ਦੀ ਜਨਤਾ। ਰਾਹੁਲ ਗਾਂਧੀ ਪਰਫਾਰਮ ਕਰੇ, ਪ੍ਰਧਾਨ ਬਣਾ ਦਿਓ। ਨਹੀਂ, ਰਾਹੁਲ ਗਾਂਧੀ ਦੇ ਨਾਮ ਤੇ ਹੀ ਦੇਸ਼ ਦੇ ਵਿੱਚ 12 ਕਰੋੜ ਲੋਕਾਂ ਨੇ 2019 ਦੇ ਵਿੱਚ ਰਾਹੁਲ ਗਾਂਧੀ ਦੇ ਨਾਮ ਤੇ ਹੀ ਵੋਟਾਂ ਪਾਈਆਂ। UPA 1, UPA 2, ਗਾਂਧੀ ਪਰਿਵਾਰ 14, ਸੋਨੀਆ ਗਾਂਧੀ 14 ਦਾ ਪ੍ਰਧਾਨ ਮੰਤਰੀ ਦੀ ਕੁਰਸੀ ਲੈ ਸਕਦੀ ਸੀ, ਪਰ ਉਹਨਾਂ ਨੇ ਮਨਮੋਹਨ ਸਿੰਘ ਜੀ ਨੂੰ ਟਾਈਮ ਦਿੱਤਾ, ਕਾਬਿਲ ਤੌਰ ਤੇ ਦਿੱਤਾ। ਤੁਹਾਡੀ ਪਾਰਟੀ 'ਚ ਇਹ ਹੁੰਦਾ ਕਿ ਅਡਵਾਨੀ ਜੀ ਲੜਦੇ ਮਰ ਗਏ ਰਾਮ ਮੰਦਿਰ ਦੇ ਪਿੱਛੇ, ਪਰ ਅੱਜ ਕਿੱਥੇ ਖੜੇ ਨੇ ਮੈਨੂੰ ਤਾਂ ਦੱਸਣ ਦੀ ਲੋੜ ਨਹੀਂ ਹੈਗੀ। ਤੁਸੀਂ ਅਡਵਾਨੀ ਜੀ ਤਾਂ ਕੁਝ ਕਹਿ ਨਹੀਂ ਰਹੇ, ਤੁਸੀਂ ਕਿਉਂ ਕਹਿ ਰਹੇ ਹੋ? ਅਡਵਾਨੀ ਜੀ ਤਾਂ ਕੁਝ ਬੋਲੇ ਨਹੀਂ। ਮੈਂ ਕਹਿ ਰਿਹਾ ਜੀ ਕਿ ਜਿੱਥੇ ਜਾਂਦੇ ਆ ਪਾਰਟੀ, ਬੱਲੇਵਾਲ ਸਾਹਿਬ ਕਪਿਲ ਸਿੱਬਲ ਬੋਲ ਰਹੇ ਨੇ, ਗੁਲਾਮ ਨਬੀ ਆਜ਼ਾਦ ਬੋਲ ਰਹੇ ਨੇ, ਯਸ਼ਵੰਤ ਸਿਨਹਾ ਜੀ ਵੀ ਕੁਝ ਬੋਲਦੇ ਸੀ, ਜਿਹੜੇ ਪੁਰਾਣੇ ਫਾਈਨੈਂਸ ਮਿਨਿਸਟਰ। ਗੁਲਾਮ ਨਬੀ ਆਜ਼ਾਦ ਲੀਡਰ ਆਫ ਆਪੋਜੀਸ਼ਨ ਤੁਸੀਂ ਬਣਾਇਆ ਨਾ, ਉਹ ਬੋਲ ਰਹੇ ਨੇ। ਬੇਨਤੀ ਮੈਂ ਕਿਹਾ ਜੀ ਸਾਡੇ ਅੱਜ ਬੋਲਦੇ, ਤੁਹਾਡੇ ਪਹਿਲਾਂ ਵੀ ਬੋਲਦੇ ਆ। ਸਾਡੇ ਕੋਈ ਨਹੀਂ ਬੋਲਦਾ ਜੀ, ਕੋਈ ਨਹੀਂ ਬੋਲਦਾ, ਸਾਡੇ ਕੋਈ ਨਹੀਂ ਬੋਲਦਾ। ਸੁਨੀਲ ਜੋਸ਼ੀ ਵਰਗੇ ਕਿੱਥੇ ਗਏ? ਮੈਨੂੰ ਇਹ ਦੱਸੋ, ਸੁਨੀਲ ਜੋਸ਼ੀ ਕਿੱਥੇ ਗਿਆ? ਸਰ ਸਾਡੇ ਪਾਰਟੀ ਦੇ ਅੰਦਰ ਸਿਸਟਮ ਹੈ, ਸਾਡੇ ਪਾਰਟੀ ਦੇ ਅੰਦਰ ਸਾਰਿਆਂ ਨੂੰ ਮੌਕਾ ਮਿਲਦਾ ਹੈ। ਉਹ ਕਿੱਥੇ ਗਏ ਸੁਨੀਲ? ਸਾਡੇ ਪਾਰਟੀ ਦਾ ਸਾਰਿਆਂ ਨੂੰ ਮੌਕਾ ਮਿਲਦਾ ਹੈ। ਸਾਡੇ ਪਾਰਟੀ 'ਚ ਆਦਮੀ ਪੇਟ 'ਚੋਂ ਪੈਦਾ ਨਹੀਂ ਹੁੰਦਾ ਪ੍ਰਧਾਨ ਸਾਡੀ ਪਾਰਟੀ ਦਾ। ਮੈਂ ਉਹੀ ਬੇਨਤੀ ਕਰਦਾ ਕਿ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਤੋਂ ਬਗੈਰ ਕੋਈ ਦਿਖਦਾ ਇਸ ਪਾਰਟੀ ਦੇ ਵਿੱਚ? ਕੋਈ ਨਹੀਂ ਦਿਖਦਾ, ਕਿਸੇ ਨੂੰ ਨਹੀਂ ਦਿਖਦਾ। ਸੁਸ਼ਮਿਤਾ ਜਿਹੜੇ ਸਾਡੇ ਜਿਹੜੇ ਉਹ ਦੱਸੋ, ਹੱਦ ਹੋ ਗਈ ਜੀ। ਅੱਜ ਮੋਦੀ ਜੀ ਨੂੰ ਪੂਰਾ ਦੇਸ਼ ਪਸੰਦ ਕਰਦਾ, ਪੂਰਾ ਵਰਲਡ ਪਸੰਦ ਕਰਦਾ ਹੈ, ਤੇ ਜੇ ਪਸੰਦ ਕਰਦਾ ਹੈ ਤੇ ਫਿਰ ਬੀਜੇਪੀ ਕਿਉਂ ਨਾ ਉਹਨੂੰ ਅੱਗੇ ਕਰੇ? ਟਿਕਟਾਂ ਕਰਤੀਆਂ ਗਈਆਂ ਜਿਨ੍ਹਾਂ ਨੇ ਸਾਰੀ ਉਮਰ ਆਪਦੀ ਪਾਰਟੀ ਨੂੰ, ਬੀਜੇਪੀ ਨੂੰ ਦੇਣ ਦਿੱਤੀ, ਬਟ ਉਹਨਾਂ ਨੂੰ ਪਿਛਲੀਆਂ ਵਾਰ 2019 ਦੀ ਇਲੈਕਸ਼ਨਾਂ ਦੇ ਵਿੱਚ ਟਿਕਟਾਂ ਨਹੀਂ ਦਿੱਤੀਆਂ। ਉਹ ਇਸੇ ਸਦਮੇ 'ਚ ਕਈ ਕਿਸੇ ਨੇ ਤੁਹਾਨੂੰ ਸ਼ਿਕਾਇਤ ਕੀਤੀ, ਕਿਸੇ ਨੇ ਅਖਬਾਰ 'ਚ ਗੱਲ ਕੀਤੀ, ਕਿਸੇ ਨੇ ਪਾਰਟੀ ਦੇ ਅੰਦਰ ਗੱਲ ਚੱਕੀ, ਕਿਤੇ ਵੀ ਕੋਈ ਗੱਲ ਨਹੀਂ ਹੋਈ। ਤੁਹਾਡੇ ਲੀਡਰ ਤਾਂ ਸ਼ਰੇਆਮ ਬੋਲਦੇ ਪਏ ਨੇ, ਤੁਹਾਡੇ ਲੀਡਰ ਆਫ ਆਪੋਜੀਸ਼ਨ ਰਾਜ ਸਭਾ ਗੁਲਾਮ ਨਬੀ ਆਜ਼ਾਦ ਬੋਲਦੇ ਪਏ ਨੇ, ਕਪਿਲ ਸਿੱਬਲ ਬੋਲਦੇ ਪਏ ਨੇ। ਬੱਲੇਵਾਲ ਸਾਹਿਬ ਤੁਹਾਡੇ ਲੀਡਰ, ਸਾਡਾ ਲੀਡਰ ਤਾਂ ਕੋਈ ਬੋਲਿਆ ਨਹੀਂ, ਇਹ ਤਾਂ ਤੁਸੀਂ ਬੋਲ ਰਹੇ ਹੋ। ਤੁਹਾਨੂੰ ਸਾਡੀ ਪਾਰਟੀ ਦਾ ਵੱਧ ਪਤਾ ਹੈ। ਨਹੀਂ, ਤੁਹਾਨੂੰ ਮੇਰੀ ਪਾਰਟੀ ਦਾ ਜ਼ਿਆਦਾ ਪਤਾ। ਅਸੀਂ ਅਖਬਾਰਾਂ 'ਚ ਪੜਿਆ, ਜਿਹੜਾ ਅਖਬਾਰਾਂ 'ਚ ਪੜਿਆ ਬੱਲੇਵਾਲ ਸਾਹਿਬ ਉਹ ਦੱਸਤਾ ਤੁਹਾਨੂੰ। ਤੇ ਤੁਸੀਂ ਅਖਬਾਰ 'ਚ ਲਿਖੀ ਸਾਰੀ ਗੱਲ ਸੱਚ ਹੁੰਦੀ ਹੈ ਜੀ। ਜਿਹੜੇ ਲੀਡਰ ਦਾ ਤੁਸੀਂ ਨਾਮ ਲੈ ਰਹੇ ਉਹਨਾਂ ਨੇ ਅਖਬਾਰ 'ਚ ਕੋਈ ਬਿਆਨ ਤਾਂ ਨਹੀਂ ਦਿੱਤਾ ਕਿ ਅੱਜ ਦੀ ਡੇਟ ਅਖਬਾਰਾਂ 'ਚ ਬਹੁਤ ਕੁਝ ਛਪ ਰਿਹਾ ਕਿ ਦੇਸ਼ ਦੇ ਪਾਰਟੀ ਦੇ ਕਿਸੇ ਲੀਡਰ ਨੇ ਟਵੀਟ ਤਾਂ ਨਹੀਂ ਕੀਤਾ, ਅਖਬਾਰ 'ਚ ਬਿਆਨ ਤਾਂ ਨਹੀਂ ਦਿੱਤਾ। ਰਾਜ ਦੀ ਗੱਲ ਕੀਤੀ 1947। ਚਲੋ ਮੈਂ ਵਾਪਸ ਬੱਲੀਵਾਲ ਸਾਹਿਬ, ਉਹ ਹੀ ਅਖਬਾਰ ਬੱਲੇਵਾਲ ਸਾਹਿਬ ਡਿਬੇਟ ਘੁਮਾ ਰਹੇ ਹੋ, ਬੱਲੀਵਾਲ ਸਾਹਿਬ ਅੱਛਾ ਇੱਕ ਗੱਲ ਤੇ ਦੱਸੋ। ਇਹ ਦੇਖੋ ਬੱਲੇਵਾਲ ਸਾਹਿਬ ਡਿਬੇਟ ਘੁਮਾ ਰਹੇ ਨੇ। ਨਹੀਂ ਚਲੋ ਨਹੀਂ ਘੁੰਮਦੀ ਆ ਰਹੇ ਆ, ਬਾਲੀ ਸਾਹਿਬ ਆ ਰਹੇ ਹੋ, ਤੁਹਾਡੇ ਕੋਲ ਹੀ ਆ ਰਹੇ ਆ। ਬੱਲੀਵਾਲ ਸਾਹਿਬ ਇੱਕ ਚੀਜ਼, ਮੇਰੀ ਇੱਕ ਚੀਜ਼ ਦਾ ਜਵਾਬ ਦਿਓ। 7 ਲੱਖ ਲੋਕ चलो कांग्रेस वर्किंग कमेटी जो हो गया, बलीवाल साहब एक मिनट, कांग्रेस आ रहे मैं बलीवाल साहब, कांग्रेस वर्किंग कमेटी जो हो गया और मैं अगला सवाल करना, और मैं चाहूंगा कि बड़ा एक वन लाइनर जवाब थोड़े चाहूंगा कि पंजाब च सब कुछ ठीक ठाक है। ਦੇਖੋ ਬੇਨਤੀ ਹੈ ਕਿ ਮੈਨੂੰ ਲੱਗਦਾ ਜਿਹੜਾ ਰੈਜ਼ੋਲੂਸ਼ਨ ਪਾਸ ਹੋਇਆ ਅੱਜ ਪਾਰਟੀ ਦਾ, ਪੰਜਾਬ 'ਚ ਸਭ ਕੁਝ ਠੀਕ ਠਾਕ ਹੈ। ਮੈਂ ਉਹੀ ਗੱਲ ਕਰ ਰਿਹਾ ਕਿ ਜਿਹੜਾ ਰੈਜ਼ੋਲੂਸ਼ਨ ਪਾਸ ਹੋਇਆ ਕਿ ਕੋਈ ਵੀ ਪਾਰਟੀ ਵਿਰੋਧੀ ਕੰਮ ਕਰੂਗਾ ਜਾਂ ਪਲੇਟਫਾਰਮ ਤੋਂ ਬਾਹਰ ਜਾ ਕੇ ਗੱਲ ਕਰੂਗਾ, ਉਹਦੇ ਖਿਲਾਫ ਸਖਤ ਕਾਰਵਾਈ ਹੋਊਗੀ। ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਮੈਨੂੰ ਲੱਗਦਾ ਕਿ ਪੰਜਾਬ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਠਾਕ ਹੈ। ਪੰਜਾਬ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਠਾਕ, ਬਾਲੀ ਸਾਹਿਬ ਸਭ ਕੁਝ ਠੀਕ ਠਾਕ ਹੈ, ਪਾਸ ਕਰਤਾ ਗਿਆ, सब कुछ ठीक ठाक है।
ਮੇਰੇ ਵੀਰ ਬੱਲੇਵਾਲ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਬਾਲੀ ਸਾਹਿਬ 37 ਸਾਲ ਤੁਸੀਂ ਪਾਰਟੀ 'ਚ ਰਹੇ ਤੇ ਤੁਸੀਂ ਅਪਸ਼ਬਦ, ਪਹਿਲੀ ਗੱਲ ਮੈਂ ਕੋਈ ਅਪਸ਼ਬਦ ਨਹੀਂ ਬੋਲਿਆ ਔਰ ਅੱਗੋਂ ਵੀ ਅਪਸ਼ਬਦ ਨਹੀਂ ਬੋਲਾਂਗਾ, ਮਗਰ ਆਗਾਹ ਜ਼ਰੂਰ ਕਰਾਵਾਂਗਾ ਕਿ ਜਿਹੜੇ ਵਾਅਦੇ ਕਰਕੇ ਆਏ ਸੀ ਉਹ ਕਿੱਥੇ ਨੇ। ਬੱਲੇਵਾਲ ਸਾਹਿਬ 5 ਵਾਅਦੇ ਮੈਂ ਗਿਣਾ ਦੇਣਾ ਤੇ 5 ਵਾਅਦੇ ਤੁਸੀਂ ਮੈਨੂੰ ਦੱਸ ਦਿਓ ਵੀ ਪੂਰੇ ਕਰ ਦਿੱਤੇ ਨੇ ਤੇ ਬੱਲੇਵਾਲ ਸਾਹਿਬ ਮੈਂ ਮੰਨ ਜਾਵਾਂਗਾ ਤੁਹਾਡੀ ਸਪੋਕਸਮੈਨੀ ਨੂੰ ਤੇ ਮੈਂ ਲੀਡਰਸ਼ਿਪ ਜਿਹੜੀ ਹੈ ਮੈਂ ਟੀਵੀਆਂ ਤੇ ਆਣਾ ਛੱਡ ਦਿਆਂਗਾ। 5 ਸਿਰਫ, ਮੇਰੀ ਕੋਈ ਕ੍ਰਿਟਿਸਿਜ਼ਮ ਨਹੀਂ ਸੈਂਟਰ ਨਾਲ ਜਿਹੜੀ ਲੀਡਰਸ਼ਿਪ ਨਾਲ, ਮੇਰੀ ਕੋਈ ਕ੍ਰਿਟਿਸਿਜ਼ਮ ਨਹੀਂ ਕਾਂਗਰਸ ਪਾਰਟੀ ਦੇ ਨਾਲ। ਮੈਨੂੰ ਕੋਈ ਕਾਂਗਰਸੀ ਮੰਨੇ ਨਾ ਮੰਨੇ, ਮੈਂ 37 ਸਾਲ ਕਾਂਗਰਸ ਪਾਰਟੀ ਨੂੰ ਦਿੱਤੇ ਨੇ ਔਰ ਮੈਂ ਲਿਆ ਕੁਛ ਨਹੀਂ ਪਾਰਟੀ ਕੋਲੋਂ। ਜਿਨ੍ਹਾਂ ਨੇ 7 ਸਾਲ ਦਿੱਤੇ ਨੇ ਅੱਜ ਚੇਅਰਮੈਨ ਬਣ ਗਏ ਨੇ, ਆਵਾਜ਼ ਬੰਦ ਹੋ ਗਈ ਜੀ। ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਲਿਆਂਦਾ ਤੇ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਬੋਲੀਏ ਵੀ ਨਾ ਤੇ ਸੱਚ ਵੀ ਨਾ ਬੋਲੀਏ ਅਸੀਂ, ਤੇ ਤੁਸੀਂ ਕਹਿੰਦੇ ਹੋ ਜੀ ਬਾਹਰ ਦਾ। ਸੱਚ ਬੋਲਣਾ ਇੱਕ ਕਾਂਗਰਸੀ ਵਾਸਤੇ, ਮੈਂ ਇੰਨੀ ਗੱਲ ਕਰਾਂ। ਦੂਸਰੀ ਮੈਂ ਅਕਾਲੀ ਦਲ ਦੀ ਗੱਲ ਕਰਾਂਗਾ। ਮੇਰੇ ਛੋਟੇ ਵੀਰ ਕਲੀਅਰ ਗੱਲ ਕਰ ਰਹੇ ਸਨ ਕਿ ਕਾਂਗਰਸ ਪਾਰਟੀ ਅੰਦਰ ਇਹ ਬੱਲੇਵਾਲ ਸਾਹਿਬ ਇਹਨੂੰ ਡਿਫੈਂਡ ਨਹੀਂ ਕਰ ਪਾਣਗੇ, ਮੈਨੂੰ ਕਰਨਾ ਪਏਗਾ। ਇਹ ਤੁਸੀਂ ਆਪਣੇ ਵੱਲ ਧਿਆਨ ਦਿਓ ਕਿ ਤੁਹਾਡੀ ਪਾਰਟੀ ਦਾ ਹਾਲ ਕੀ ਹੋਇਆ ਪੰਜਾਬ ਦੇ ਅੰਦਰ ਤੇ ਤੁਹਾਡੇ ਕਿੰਨੇ ਲੀਡਰ ਛੱਡ ਕੇ ਚਲੇ ਗਏ। ਤੁਸੀਂ ਬਾਕੀ ਪਾਰਟੀਆਂ ਨੂੰ ਛੱਡੋ ਕਿ ਕਾਂਗਰਸ 'ਚ ਕੀ ਹੋ ਰਿਹਾ। ਕਾਂਗਰਸ 'ਚ ਅਜੇ ਲੋਕ ਜਾ ਨਹੀਂ ਰਹੇ, ਕਾਂਗਰਸ 'ਚ ਲੋਕ ਵਾਪਸ ਆ ਰਹੇ ਨੇ। ਧਿਆਨ ਰੱਖਣਾ, ਇਹ ਵੀ ਜਿਹੜੀ ਲੀਡਰਸ਼ਿਪ 23 ਲੀਡਰਸ਼ਿਪ ਨੇ ਲਿਖਿਆ ਇਹਦੇ ਪਿੱਛੇ ਵੀ ਬੜੀ ਵੱਡੀ ਪੋਲਿਟਿਕਸ ਹੈ। ਸਮਝਣ ਦੀ ਕੋਸ਼ਿਸ਼ ਕਰੋ ਇਹਨੂੰ। ਅਸੀਂ ਸਮਝਦੇ ਹਾਂ ਇੰਨੀ ਪਾਰਟੀ 'ਚ ਅਸੀਂ ਦੇਰ ਕੰਮ ਕੀਤਾ। ਮੈਂ ਅਕਾਲੀ ਦਲ ਨੂੰ ਸਪਸ਼ਟ ਕਹਾਂਗਾ ਕਿ ਆਪਣੀ ਲੀਡਰਸ਼ਿਪ ਵੱਲ ਧਿਆਨ ਦੇਣ, ਆਪਣੀ ਕੋਈ ਗਰਾਊਂਡ ਨੂੰ ਤਿਆਰ ਕਰਨ। ਜੇ ਕਰਨੀ ਹੈਗੀ ਇਹ ਕਾਂਗਰਸ ਪਾਰਟੀ ਵੱਲ ਧਿਆਨ ਨਾ ਦੇਣ। ਕਾਂਗਰਸ ਵਾਸਤੇ ਅਸੀਂ ਬਹੁਤ ਹੈਗੇ ਆ ਕਹਿਣ ਵਾਸਤੇ, ਜਿਹੜੀ ਸੱਚਾਈ ਕਾਂਗਰਸ ਦੀ ਹੈਗੀ ਉਹ ਕੱਢ ਕੇ ਬਾਹਰ ਲਿਆਵਾਂਗੇ, ਬਿਲਕੁਲ ਲਿਆਵਾਂਗੇ। ਮੁੱਖ ਮੰਤਰੀ ਜੀ ਨੂੰ ਆਗਾਹ ਕਰਾਂਗੇ, ਉਹਨਾਂ ਦੇ ਕੰਨ ਵੀ ਖੋਲਾਂਗੇ ਮੁੱਖ ਮੰਤਰੀ ਜੀ ਦੇ ਕਿ ਜਿਹੜੇ ਪੰਜਾਬ ਦੇ ਅੰਦਰ ਲੋਕਾਂ ਦੇ ਕੰਮ ਨਹੀਂ ਹੋ ਰਹੇ, ਜਿਹੜੇ ਲੋਕੀ ਆਤਮ ਹੱਤਿਆ ਵੀ ਕਰ ਰਹੇ ਨੇ। ਕਰੋਨਾ ਮੇਰੀ ਗੱਲ ਤੁਸੀਂ ਸੁਣੋ ਕੰਟਰੋਲ ਨਹੀਂ ਕਰ ਪਾਏ। ਬਾਲੀ ਸਾਹਿਬ ਤੁਸੀਂ ਆਪ ਹੀ ਤੇ ਕਈ ਵਾਰੀ ਕਿਹਾ ਹੈ ਜੀ ਕਿ ਮਹਾਰਾਜਾ ਸਾਹਿਬ ਸੁਣਦੇ ਨਹੀਂ, ਜਿਸ ਕਰਕੇ ਹਾਲ ਹੋ ਰਿਹਾ ਹੈ। ਹੁਣ ਤੁਸੀਂ ਕਹਿ ਰਹੇ ਹੋ ਜੀ ਉਹਨਾਂ ਦੇ ਕੰਨਾਂ ਤੱਕ ਪਹੁੰਚਾਵਾਂਗੇ। ਮੇਰਾ ਸਵਾਲ ਹੈ ਕਿਵੇਂ ਪਹੁੰਚਾਓਗੇ? ਮਹਾਰਾਜ ਮੈਂ ਪਹਿਲੇ ਵੀ ਹੱਥ ਜੋੜ ਕੇ ਬੇਨਤੀ ਕੀਤੀ ਸੀ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਜਦ ਤੁਸੀਂ ਦਿਖਾਉਂਦੇ ਰਹੋਗੇ ਲੋਕਾਂ ਦੇ, ਤੁਸੀਂ ਹਤੈਸ਼ੀ ਹੋ। ਮੀਡੀਆ, ਇਲੈਕਟ੍ਰੋਨਿਕ ਮੀਡੀਆ ਔਰ ਪ੍ਰਿੰਟ ਮੀਡੀਆ, ਤੁਸੀਂ ਜਦ ਸਾਨੂੰ ਬੁਲਵਾਓਗੇ ਅਸੀਂ ਕੰਨ ਖੋਲਾਂਗੇ। ਤੁਸੀਂ ਜਦ ਲੋਕਾਂ ਤੱਕ ਗੱਲ, ਤੁਹਾਡੀ ਇੰਨੀ ਵੱਡੀ ਫੋਲੋਇੰਗ ਹੈ, ਤੁਸੀਂ ਇੰਨੀ ਦੁਨੀਆ ਸੁਣਦੀ ਹੈ ਤੇ ਗੱਲ ਜਾਈਦੀ ਹੈ ਨਾ ਲੋਕਾਂ ਤੱਕ। ਤੇ ਜਦੋਂ ਲੋਕੀ ਸੜਕਾਂ ਤੇ ਆਣਗੇ ਤਾਂ ਮੁੱਖ ਮੰਤਰੀ ਦੇ, ਜੇ ਯੂਥ ਕਾਂਗਰਸ ਦਾ ਪ੍ਰਧਾਨ ਬਾਹਰ ਬੈਠਾ ਵੇ ਤੁਹਾਡੇ ਸਾਹਮਣੇ, ਉਹ ਯੂਥ ਕਾਂਗਰਸ ਦਾ ਪ੍ਰਧਾਨ ਹੈ ਨਾ ਕਿ ਉਹ ਕੋਈ ਰਵਿੰਦਰ ਢਿੱਲੋਂ ਹੈ, ਉਹਦਾ ਕੀ ਹਾਲ ਹੋਇਆ। ਜੇ ਬਾਜਵਾ ਜੀ ਬੋਲਦੇ ਨੇ ਉਹਨਾਂ ਨਾਲ ਕੀ ਕੀਤਾ, ਜੇ ਮੈਂ ਬੋਲਿਆ ਮੇਰੇ ਨਾਲ ਕੀ ਕੀਤਾ, ਸ਼ਮਸ਼ੇਰ ਸਿੰਘ ਦੂਲੋ ਬੋਲ ਰਹੇ ਨੇ ਉਹਨਾਂ ਨਾਲ ਕੀ ਕੀਤਾ, ਨਵਜੋਤ ਸਿੰਘ ਸਿੱਧੂ ਬੋਲੇ ਨੇ ਉਹਨਾਂ ਨੇ ਕੀ ਕੀਤਾ। ਲੋਕਾਂ ਦੀ ਤੇ ਗੱਲ ਰੱਖੀ ਹੈ, ਹੋਰ ਕਿਹਦੀ ਰੱਖੀ ਹੈ ਕਿ ਇਨਸਾਫ ਕਰੋ। ਜੋ ਤੁਸੀਂ ਕਹਿ ਕੇ ਆਏ ਸੀ ਉਹ ਕਰੋ, ਜੋ ਤੁਸੀਂ ਗੱਲ ਕੀਤੀ ਸੀ ਉਹ ਕਰੋ। ਜੋ ਪੰਥ ਦੇ ਨਾਲ ਹੋਇਆ ਪੰਜਾਬ ਦੇ ਵਿੱਚ, ਕਿਆ ਇੱਕ ਵੀ ਉਹਦਾ ਹੱਲ ਹੋਇਆ? ਜੋ ਕਿਸਾਨਾਂ ਨਾਲ ਹੋਇਆ, ਕਿਆ ਕਿਸੇ ਦਾ ਹੱਲ ਹੋਇਆ? ਜੇ ਫੋਨਾਂ ਦੀ ਗੱਲ ਕੀਤੀ 50 ਲੱਖ ਕਿਹਾ ਤੇ 50,000 ਦਿੱਤੇ, ਕਿਆ ਕੋਈ ਹੱਲ ਹੋਇਆ? 50 ਲੱਖ ਨੌਕਰੀਆਂ ਕਹੀਆਂ ਤੇ 50,000 ਦੇਾਂਗੇ, ਕਿਆ ਕੋਈ ਹੱਲ ਹੋਇਆ? ਤੁਸੀਂ ਮੈਨੂੰ ਇੱਕ ਵੀ ਮਸਲਾ ਟੀਚਰਾਂ ਦਾ ਕੀ ਹਾਲ ਹੈ, ਇੰਡਸਟਰੀ ਦਾ ਕੀ ਹਾਲ ਹੈ ਪੰਜਾਬ ਦੇ ਅੰਦਰ, ਫਿਰ ਅਸੀਂ ਕਹਿ ਦਈਏ ਜੀ ਲੀਡਰਾਂ ਨੂੰ ਇਹੋ ਜਿਹੀ ਗੱਲ ਨਾ ਕਹੋ, ਤੁਸੀਂ ਉਹਨਾਂ ਨੂੰ ਸੱਚਾਈ ਨਾ ਦੱਸੋ ਤੇ ਤਲਵੇ ਚੱਟੋ ਤੇ ਝੂਠ ਬੋਲੋ ਉਹਨਾਂ ਅੱਗੇ। ਨਹੀਂ ਬੋਲਿਆ ਜਾਂਦਾ ਸਰ। ਆਪਣੀ ਆਤਮਾ ਔਰ ਆਪਣੀ ਜਾਤ ਬਲਾਦਰੀ ਇਹ ਨਹੀਂ ਕਹਿੰਦੀ ਕਿ ਆਪਾਂ ਝੂਠ ਬੋਲੀਏ ਔਰ ਤਲਵੇ ਚੱਟੀਏ। ਅਸੀਂ ਜਾ ਕੇ ਅਸੀਂ ਕਹੀਏ ਨਹੀਂ ਮਹਾਰਾਜਾ ਸਾਹਿਬ ਤੁਸੀਂ ਬੜੇ ਅੱਛੇ ਹੋ। ਮਹਾਰਾਜਾ ਸਾਹਿਬ ਨੂੰ ਆਗਾਹ ਕਰਾਓ, ਆਪਣੇ ਲੀਡਰ ਨੂੰ ਆਗਾਹ ਕਰਾਓ, ਉਹਨਾਂ ਦੀ ਬੱਲੇ ਬੱਲੇ ਕਰਾਓ। ਉਹਨਾਂ ਨੂੰ ਕਹੋ ਸਰ ਲੋਕਾਂ ਦੇ ਕੰਮ ਕਰੋ, ਲੋਕਾਂ ਨੂੰ ਮਿਲੋ, ਲੋਕਾਂ ਦੇ ਜਿਹੜੇ ਅਸਲੀ ਮਸਲੇ ਨੇ ਉਹ ਹੱਲ ਕਰੋ। ਮਗਰ ਉਹ ਅਮਰਿੰਦਰ ਸਿੰਘ ਸਾਹਿਬ ਨੇ ਨਹੀਂ ਕੀਤੇ। ਬਾਰ-ਬਾਰ ਕਿਹਾ, ਅੱਜ ਵੀ ਕਵਾਂਗੇ ਤੇ ਮੀਡੀਆ ਦਾ ਧੰਨਵਾਦ ਕਰਾਂਗੇ। ਜਦ ਤੁਸੀਂ ਬੁਲਾਓਗੇ ਤਦ ਇਹ ਕੰਨ ਖੋਲਾਂਗੇ ਮੁੱਖ ਮੰਤਰੀ ਜੀ ਦੇ। ਮੈਂ ਕਲੇਰ ਸਾਹਿਬ ਤੋਂ ਤੁਹਾਡੀ ਗੱਲ ਦਾ ਜਵਾਬ ਸਿੱਧਾ ਉਹਨਾਂ ਨੂੰ ਕਵਾਂਗੇ। ਕਲੇਰ ਸਾਹਿਬ ਬਾਲੀ ਸਾਹਿਬ ਦੀ ਗੱਲ ਦਾ ਜਵਾਬ ਦਿਓ। ਮੈਂ ਬਲੀਆਵਾਲਾ ਸਾਹਿਬ ਬੜੇ ਸਤਿਕਾਰਯੋਗ ਨੇ ਤੇ ਆਪਣਾ ਬਾਲੀ ਸਾਹਿਬ ਵੀ ਅੱਜ ਮੈਂ ਇਹ ਕਹਿੰਦੇ ਨੇ ਕਿ ਅਕਾਲੀ ਬਾਲੀ ਸਾਹਿਬ ਨੂੰ ਮੈਂ ਯਾਦ ਕਰਾ ਦਿਆਂ ਕਿ ਪੰਜਾਬ ਦੇ ਵਿੱਚ ਪਿਛਲੇ 23 ਸਾਲਾਂ ਦੇ ਵਿੱਚ 15 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਔਰ ਜੋ ਕੰਮ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਨੇ, ਬਾਲੀ ਸਾਹਿਬ ਤੁਸੀਂ ਟੀਵੀ ਦੇ ਉੱਤੇ ਬੈਠੇ ਹੋ, ਡਿਵੈਲਪਮੈਂਟ ਦੇ ਉੱਤੇ ਮੈਨੂੰ ਜਵਾਬ ਦਿਓ, ਇੰਪਲੋਇਮੈਂਟ ਦੇ ਉੱਤੇ ਮੈਨੂੰ ਜਵਾਬ ਦਿਓ। ਅਕਾਲੀ ਦਲ ਜੋ ਕੰਮ ਕਰ ਗਿਆ, ਇੱਕ ਵਾਰੀ ਲੋਕਾਂ ਨੂੰ ਝੂਠ ਬੋਲ ਕੇ, ਗੁਟਕਾ ਸਾਹਿਬ ਤੋਂ ਉੱਪਰ ਪਵਿੱਤਰ ਕੋਈ ਚੀਜ਼ ਨਹੀਂ, ਪੰਜਾਬੀਆਂ ਲਈ, ਸਿੱਖਾਂ ਲਈ, ਦੁਨੀਆ ਦੇ ਵਾਸਤੇ ਗੁਰੂ ਨਾਨਕ ਨਾਮ ਲੈਵਾ ਲੋਕਾਂ ਲਈ ਗੁਟਕਾ ਸਾਹਿਬ ਤੋਂ ਉੱਤੇ ਕੋਈ ਚੀਜ਼ ਨਹੀਂ। ਝੂਠ ਬੋਲ ਕੇ ਅਗਰ ਕਾਂਗਰਸ ਪਾਰਟੀ ਨੇ ਇੱਕ ਵਾਰ ਸਰਕਾਰ ਬਣਾ ਲਈ ਤਾਂ ਉਹਦਾ ਹਾਲ ਵੀ ਹੁਣ ਸਭ ਦੇ ਸਾਹਮਣੇ ਹੈ।
ਕਿਹੜਾ ਵਾਅਦਾ? ਤੁਸੀਂ ਆਪ ਇੰਨੇ ਵਾਅਦੇ ਗਿਣਾਤੇ, ਬਲੀਆਵਾਲਾ ਸਾਹਿਬ ਤੋਂ ਤੁਸੀਂ ਆਪ ਜਵਾਬ ਮੰਗ ਲਿਆ। ਕਿਹੜਾ ਵਾਅਦਾ ਜੋ ਕਾਂਗਰਸ ਸਰਕਾਰ ਨੇ ਪੂਰਾ ਕਰਤਾ, ਚਾਹੇ ਫਿਰ ਉਹ ਮੋਬਾਈਲ ਫੋਨ ਦਾ ਹੋਵੇ, ਚਾਹੇ ਘਰ ਘਰ ਰੁਜ਼ਗਾਰ ਦੇਣ ਦਾ ਹੋਵੇ, ਚਾਹੇ ਕਿਸਾਨ ਕਰਜ਼ਾ ਮਾਫੀ ਹੋਵੇ, ਕਿਹੜਾ ਵਾਅਦਾ ਜਿਹੜਾ ਪੂਰਾ ਕੀਤਾ? ਅੱਜ ਸ਼੍ਰੋਮਣੀ ਅਕਾਲੀ ਦਲ 10 ਸਾਲ ਸਰਕਾਰ ਚਲਾਉਣ ਤੋਂ ਬਾਅਦ ਅਗਰ ਸੱਤਾ ਤੋਂ ਬਾਹਰ ਬੈਠਾ ਤਾਂ ਠੀਕ ਹੈ, ਵਿੱਚ ਬਗਾਵਤ ਹੋਈ, ਪਰ ਦੇਖਣ ਦੀ ਗੱਲ ਇਹ ਹੈ ਕਿ ਕਾਂਗਰਸ ਦੇ ਵਿੱਚ ਬਗਾਵਤ ਕਿੱਥੇ ਹੋ ਰਹੀ ਹੈ? ਹਰ ਉਸ ਜਗ੍ਹਾ ਤੇ ਹੋ ਰਹੀ ਹੈ ਜਿੱਥੇ ਸਰਕਾਰ ਹੈ। ਜੋ ਮੱਧ ਪ੍ਰਦੇਸ਼ ਦੇ ਵਿੱਚ ਹੋਇਆ, ਜਿੱਥੇ ਜੋਤੀਰਾਦ ਸਿੰਧਿਆ ਛੱਡ ਕੇ ਗਏ, ਸਰਕਾਰ ਦੇ ਵਿੱਚ ਛੱਡ ਕੇ ਗਏ। ਸਚਿਨ ਪਾਇਲਟ ਡਿਪਟੀ ਮੁੱਖ ਮੰਤਰੀ ਹੁੰਦੇ ਹੋਏ ਉਹਨਾਂ ਦੇ ਐਡੇ ਮਤਭੇਦ ਹੋਏ ਆਪਣੀ ਲੀਡਰਸ਼ਿਪ ਦੇ ਨਾਲ, ਉਹ ਕਿਨਾਰਾ ਕਰਕੇ ਬੈਠ ਗਏ। ਔਰ ਪੰਜਾਬ ਦੇ ਵਿੱਚ ਸ਼ਮਸ਼ੇਰ ਦੂਲੋ ਤੇ ਪ੍ਰਤਾਪ ਬਾਜਵਾ ਦੋਨੇ ਸਿਟਿੰਗ ਰਾਜ ਸਭਾ ਦੇ ਮੈਂਬਰ ਨੇ ਜਿਨ੍ਹਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੱਕਿਆ। ਔਰ ਜੋ ਅੱਜ ਸ਼ਰਾਬ ਦਾ ਜਿਹਦੇ ਕਰਕੇ 150 ਲੋਕਾਂ ਦੀ ਮੌਤ ਹੋਈ ਹੈ, ਉਹਦਾ ਜਵਾਬ ਕੌਣ ਦਊਗਾ? ਕਾਂਗਰਸ ਪਾਰਟੀ ਦਊ। ਸੋ ਆਪਾਂ ਅੱਜ ਇਹ ਗੱਲਾਂ, ਮੈਂ ਪਹਿਲਾਂ ਹੀ ਗੱਲ ਕਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਸਾਡਾ ਇਹਦੇ ਵਿੱਚ ਕੋਈ ਕਾਂਗਰਸ ਦਾ ਅੰਦਰੂਨੀ ਮਸਲਾ, ਪਰ ਗੱਲ ਇਹ ਹੈਗੀ ਹੈ ਕਿ ਜਦੋਂ ਇਹੀ ਜੀ ਕੋਈ ਸਿਚੁਏਸ਼ਨ ਖੜੀ ਹੁੰਦੀ ਹੈ, ਜਿਵੇਂ ਬਰਸਟ ਸਾਹਿਬ ਨੇ ਗੱਲ ਕਹੀ ਕਿ ਨੁਕਸਾਨ ਪੰਜਾਬੀਆਂ ਦਾ, ਸਾਰਾ ਧਿਆਨ ਆਪਣੇ ਲੋਕਾਂ ਨੂੰ ਖੁਸ਼ ਕਰਨ ਦੇ ਉੱਤੇ ਹੋ ਜਾਂਦਾ ਹੈ ਔਰ ਆਮ ਲੋਕਾਂ ਨੂੰ ਨਾ ਕੋਈ ਫੈਸਿਲਿਟੀ ਮਿਲਦੀ ਹੈ, ਨਾ ਆਮ ਲੋਕਾਂ ਦੇ ਕੋਈ ਕੰਮ ਹੁੰਦੇ ਨੇ। ਮੈਂ ਇੱਕ ਵਾਰੀ ਬਾਲੀ ਸਾਹਿਬ ਨੂੰ ਕਹੂੰਗਾ ਕਿ ਅੱਜ ਤੁਸੀਂ ਇਸ ਪਲੇਟਫਾਰਮ ਦੇ ਉੱਤੇ ਬੈਠੇ ਹੋ, ਜੋ ਕੋਵਿਡ ਦੇ ਵਿੱਚ ਰਾਸ਼ਨ ਵੀ ਨਹੀਂ ਪਹੁੰਚਾ ਸਕੀ ਸਰਕਾਰ, ਉਹਦੇ ਬਾਰੇ ਸਰਕਾਰ ਨੂੰ ਘੇਰੋ। ਅਸੀਂ ਤਾਂ ਆਪੋਜੀਸ਼ਨ ਦੇ ਵਿੱਚ ਬੈਠੇ ਆ, ਅਸੀਂ ਆਪਣਾ ਕੰਮ ਕਰੀ ਜਾਣਾ, ਪਰ ਜੋ ਲੋਕਾਂ ਦੇ ਨਾਲ ਅੱਜ ਵਾਅਦੇ ਪੂਰੇ ਕਰਨੇ ਨੇ ਉਹ ਸਰਕਾਰ ਨੇ ਕਰਨੇ ਨੇ। ਔਰ ਅਗਰ ਸਰਕਾਰ ਆਪਸੀ ਗੁੱਟਬਾਜ਼ੀ ਦੇ ਵਿੱਚ ਉਲਝ ਜੂਗੀ ਤਾਂ ਲੋਕ ਹੀ ਸਫਰ ਕਰਨਗੇ। ਚਲੋ ਮੈਂ ਉਸ ਤੋਂ ਵੀ ਅੱਗੇ ਚੱਲਣਾ, ਮੈਂ ਕਲੇਰ ਸਾਹਿਬ ਥੋੜਾ ਜਿਹਾ ਹੋਰ ਅੱਗੇ ਦੇਖੋ ਗੱਲ ਕਾਂਗਰਸ ਸਰ ਜਵਾਬ ਸਰ ਬਾਲੀ ਸਾਹਿਬ ਜਵਾਬ ਸਰ ਦਿਓ, ਬਾਲੀ ਸਾਹਿਬ ਜਵਾਬ ਦਿਓ ਸਰ। ਦੇਖੋ ਮੈਂ ਕਲੇਰ ਜੀ ਦੀ ਗੱਲ ਦਾ ਜਵਾਬ ਦੇ ਦੇਣਾ। ਮੈਂ कहना ਉੱਚ ਕਾਂਗਰਸੀ ਔਰ ਸਹੀ ਕਾਂਗਰਸੀ ਜਿਨ੍ਹਾਂ ਨੇ ਸੱਚੀ ਆਵਾਜ਼ ਉਠਾਈ। ਦੂਸਰੀ ਗੱਲ ਇਹ, ਤੁਸੀਂ ਕਹਿੰਦੇ ਹੋ ਡਿਵੈਲਪਮੈਂਟ ਦੀ ਗੱਲ ਕੀਤੀ ਪੰਜਾਬ ਦੇ ਅੰਦਰ, ਅਗਰ ਸਰਕਾਰ ਤੁਸੀਂ ਡਿਵੈਲਪਮੈਂਟ ਕੀਤੀ ਪੰਜਾਬ 'ਚ, ਅਗਰ ਤੁਸੀਂ ਪੰਜਾਬ 'ਚ ਬਹੁਤ ਚੰਗੇ ਕੰਮ ਕੀਤੇ ਤੇ ਸਰਕਾਰ ਗਈ ਕਿਉਂ? ਤੁਸੀਂ ਡਰੱਗਸ ਦਾ ਮਸਲਾ, ਸਾਡੀ ਬਦਨਸੀਬੀ ਰਹੀ ਕਿ ਅਮਰਿੰਦਰ ਸਿੰਘ ਸਾਹਿਬ ਤੁਹਾਡੇ ਨੇ, ਅਕਾਲੀ ਦਲ ਦੇ ਨੇ, ਤੁਹਾਡੇ ਨਾਲ ਮਿਲੇ ਹੋਏ ਨੇ, ਇਸ ਕਰਕੇ ਕੋਈ ਜਿੱਦਣ ਮੁੱਖ ਮੰਤਰੀ ਪੰਜਾਬ ਦਾ ਕੋਈ ਹੋਰ ਆ ਗਿਆ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਕਿ ਕੀ ਕੀਤਾ ਤੁਸੀਂ ਤੇ ਕੀ ਹੋਇਆ। ਤੁਸੀਂ ਡਿਵੈਲਪਮੈਂਟ ਕੀਤੀ, ਮੈਂ ਅੱਜ ਵੀ ਕਹਿਣਾ ਕੀਤੀ, ਇਮਾਨਦਾਰੀ ਨਾਲ ਕਹਿਣਾ ਤੁਸੀਂ ਡਿਵੈਲਪਮੈਂਟ ਕੀਤੀ, ਕਿਉਂਕਿ ਉਸ ਵੇਲੇ ਸਾਡੇ ਪੰਜਾਬ ਦੇ ਮੁੱਖ ਮੰਤਰੀ, ਮੈਂ ਪਾਰਟੀ 'ਚ ਸੀ, ਉਹਨਾਂ ਨੇ ਬੰਬੇ ਵਿੱਚ ਇਹ ਗੱਲ ਕਹੀ ਕਿ ਰੋਡਸ ਬਹੁਤ ਅੱਛੇ ਨੇ, ਇਲੈਕਟ੍ਰਿਸਿਟੀ ਬਹੁਤ ਅੱਛੀ ਹੈ, ਪੰਜਾਬ ਦੇ ਇਨਫਰਾਸਟ੍ਰਕਚਰ ਜਿਹੜਾ ਉਹ ਬਹੁਤ ਅੱਛਾ ਹੈ। ਕੀਤਾ ਕੰਮ 10 ਸਾਲ 'ਚ ਤੁਸੀਂ ਕੰਮ ਤੇ ਕਰੋਗੇ, ਕਮਾਇਆ ਕੀ ਹੈ ਪੰਜਾਬ ਦੇ ਅੰਦਰ? ਤੁਸੀਂ ਇਹ ਤੁਹਾਨੂੰ ਵੀ ਬਹੁਤ ਅੱਛੀ ਤਰ੍ਹਾਂ ਪਤਾ ਕਿ ਰੈਵਨਿਊ ਘਟ ਗਿਆ ਪੰਜਾਬ ਦਾ, ਤੁਹਾਡਾ ਰੈਵਨਿਊ ਤੁਹਾਡੀ ਪਾਰਟੀ ਦਾ ਵੱਧ ਗਿਆ ਪੰਜਾਬ ਦੇ ਅੰਦਰ, ਤੁਹਾਡਾ ਰੈਵਨਿਊ ਵੱਧ ਗਿਆ। ਤੁਸੀਂ ਇੱਧਰ ਵੀ ਤਾਂ ਦੇਖੋ, ਧਿਆਨ ਦਿਓ। ਅੱਜ ਤੇ ਵਿਤਕਰਾ ਵੀ ਬੜਾ ਵੱਡਾ ਪੰਜਾਬ ਦੇ ਅੰਦਰ ਕਿ ਮੈਂ ਕਹਿ ਸਕਦਾ ਕਿ ਕਾਂਗਰਸ ਸਰਕਾਰ ਨੂੰ ਸੈਂਟਰ ਗਵਰਨਮੈਂਟ ਇੱਕ ਨਵਾਂ ਪੈਸਾ ਵੀ ਨਹੀਂ ਦਿੰਦੀ ਹੈਗੀ, ਫਿਰ ਵੀ ਉਹਨਾਂ ਦਾ ਆਪਣਾ, ਮਗਰ ਵਾਅਦਿਆਂ ਤੇ ਅਸੀਂ ਬੋਲਾਂਗੇ ਜ਼ਰੂਰ ਕਿ ਜੇ ਵਾਅਦੇ ਕੀਤੇ ਨੇ ਤੇ ਉਹ ਪੂਰੇ ਕਰਨੇ ਪੈਣਗੇ। ਮੈਂ ਕਹਾਂਗਾ ਜਿਹੜਾ ਲੀਡਰ ਪੰਜਾਬ ਦੇ ਅੰਦਰ ਬੋਲ ਰਿਹਾ ਉਹ ਸਹੀ ਕਾਂਗਰਸੀ ਹੈ, ਉਹ ਸੱਚਾ ਕਾਂਗਰਸੀ ਹੈ। ਕੋਈ ਅਕਾਲੀ ਦਲ ਰੋਲ ਅਦਾ ਕਰੇ ਜਾਂ ਨਾ ਕਰੇ, ਆਮ ਆਦਮੀ ਪਾਰਟੀ ਰੋਲ ਅਦਾ ਕਰੇ ਜਾਂ ਨਾ ਕਰੇ, ਮਗਰ ਅਸੀਂ ਉਹ ਰੋਲ ਅਦਾ ਕਰਾਂਗੇ ਜ਼ਰੂਰ ਜਦ ਤੱਕ ਜਾਨ ਹੈਗੀ ਹੈ ਕਿ ਜਿਹੜੇ ਵਾਅਦੇ ਕਰਕੇ ਆਏ ਸੀ ਪਾਰਟੀ, ਮਗਰ 50% ਵੀ ਵਾਅਦੇ ਉਹ ਪੂਰੇ ਕਰ ਦੇਵੇ ਤੇ ਅਸੀਂ ਪਾਰਟੀ ਦੇ ਧੰਨਵਾਦੀ ਹੋਵਾਂਗੇ। ਮਗਰ ਉਹਨਾਂ ਨੇ ਇੱਕ ਵੀ ਵਾਅਦਾ ਜਿਹੜਾ ਪੰਜਾਬ ਦੇ ਅੰਦਰ ਪੂਰਾ ਨਹੀਂ ਕੀਤਾ। ਮਗਰ ਜੇ ਤੁਸੀਂ ਕਹੇਗਾ ਅਕਾਲੀ ਦਲ ਦੁੱਧ ਦਾ ਧੋਤਾ ਹੋਇਆ, ਬਿਲਕੁਲ ਵੀ ਨਹੀਂ ਹੈਗਾ। ਔਰ ਅਗਲੀ ਆਸ ਵੀ ਨਾ ਰੱਖੋ ਕਿ ਅਕਾਲੀ ਦਲ ਬੜੀ ਜਲਦੀ ਆਉਣ ਵਾਲਾ ਹੈਗਾ। ਇਹ ਛੱਡ ਦਿਓ ਇਹਨਾਂ ਗੱਲਾਂ ਨੂੰ। ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਤੁਸੀਂ ਬਹੁਤ ਕੰਮ ਕੀਤੇ ਪੰਜਾਬ 'ਚ, ਤੁਸੀਂ ਕੀ ਕੀਤਾ? ਆਉਣ ਵਾਲੀਆਂ 5 ਜਨਰੇਸ਼ਨਾਂ ਭੁੱਲਣਗੀਆਂ ਨਹੀਂ ਪੰਜਾਬ ਦੇ ਅੰਦਰ ਕਿ ਅਕਾਲੀ ਦਲ ਨੇ ਪੰਜਾਬ ਦੇ ਅੰਦਰ ਕੀ ਕੀਤਾ ਹੈਗਾ। ਐਂਡੀ ਜਲਦੀ ਨਾ ਕਰੋ ਕਿ ਤੁਸੀਂ ਕੱਲ, ਹਾਂ ਅਮਰਿੰਦਰ ਸਿੰਘ ਤੁਹਾਡੇ ਹੱਥ ਸਰਕਾਰ ਫੜਾ ਜਾਣ, ਉਹ ਵੱਖਰੀ ਗੱਲ ਹੈ, ਉਹ ਅਸੀਂ ਮੰਨ ਵੀ ਰਹੇ ਹਾਂ ਤੇ ਦੇਖ ਵੀ ਰਹੇ ਹਾਂ। ਅੱਜ ਦੀ ਡੇਟ 'ਚ ਆਉਣ ਵਾਲਾ ਮੁੱਖ ਮੰਤਰੀ ਬੜੀ ਜਲਦੀ ਇਸ ਚੀਜ਼ ਨੂੰ ਦੇਖੇਗਾ ਕਿ ਕੀ ਹੋਇਆ ਕੀ ਨਹੀਂ ਹੋਇਆ। ਬੇਇਨਸਾਫੀ ਫਿਰ ਵੀ ਨਹੀਂ ਹੋਏਗੀ, ਮਗਰ ਲੋਕਾਂ ਦੇ ਕੰਮ ਅੱਜ ਦੀ ਡੇਟ ਦੇ ਵਿੱਚ ਨਹੀਂ ਹੋਏ। ਮੈਨੂੰ ਕਹਿਣ 'ਚ ਕੋਈ ਇਤਰਾਜ਼ ਨਹੀਂ, ਕਾਂਗਰਸ ਗਵਰਨਮੈਂਟ ਅਮਰਿੰਦਰ ਸਿੰਘ ਨੇ ਉਹ ਕੰਮ ਨਹੀਂ ਕੀਤੇ। ਬਸੰਤ ਸਾਹਿਬ, ਬਸੰਤ ਜੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਹੈਲੋ, ਹਾਂਜੀ ਹਾਂਜੀ। मैं कहना चाह रहे हैं कि जो लगातार पिछले काफ़ी देर तो तुम सुन भी रहे हो, बलीवाल साहब का कहना है कि हर पार्टी का ही मसला है, पर साडा अपना पर्सनल मसला। पर मेरा सवाल सिर्फ थोनू एक है कि जो हालात इस वे कांग्रेस पार्टी के ने, तुसी अपोजिशन दे विच हो, अकाली दल नूं लैके कई गल्लां इत्थे बाली साहब ने भी कहती, सारा कुछ करता,
ਤੁਹਾਡੇ ਲਈ ਵੀ ਮੌਕਾ ਹੈ, ਪਰ ਕਿਤੇ ਨਾ ਕਿਤੇ ਇੰਟਰਨਲੀ ਤੁਹਾਡੇ ਵੀ ਕਈ ਮਸਲੇ ਨੇ, ਇਕਾਈਆਂ ਭੰਗ ਹੋਈਆਂ ਪਈਆਂ, ਸਾਰਾ ਕੁਝ ਹੈ, ਨਵਾਂ ਢਾਂਚਾ ਤਿਆਰ ਹੋਏਗਾ। ਸਵਾਲ ਵੱਡਾ ਹੈ ਕਿ ਉਸ ਪੋਜੀਸ਼ਨ ਦੇ ਵਿੱਚ ਤੁਸੀਂ ਵੀ ਆ ਪਾਓਗੇ ਜਾਂ ਕਿਤੇ ਇਹੀ ਹਾਲ ਨਾ ਹੋ ਜਾਏ ਜੋ ਹੋ ਰਿਹਾ ਹੈ। ਨਹੀਂ 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 ਨਹੀਂ, ਅਸੀਂ ਬੜੇ ਸਪਸ਼ਟ ਹੈ। ਅਸੀਂ ਜਿਸ ਦਿਨ ਤੋਂ ਵੀ ਚਾਹੇ ਇਹਨਾਂ ਨੇ ਕਰਫਿਊ ਵੀ ਲਾਤਾ, ਆਮ ਆਦਮੀ ਪਾਰਟੀ ਸੜਕਾਂ ਤੇ ਹੈ ਔਰ ਹਰ ਪਲੇਟਫਾਰਮ ਤੇ ਅੱਜ ਵੀ ਸਾਡੇ ਧਰਨਾ ਲਾ ਕੇ ਤਰਨਤਾਰਨ ਜਿਹੜੀ ਸ਼ਰਾਬ ਦੇ ਵਿੱਚ ਲੋਕ ਮਰੇ ਨੇ ਉੱਥੇ ਸਾਡੇ ਬੈਠੇ ਨੇ ਸਾਰੇ ਪੰਜਾਬ ਤੋਂ ਵਲੰਟੀਅਰ। ਔਰ ਹਰ ਫਰੰਟ ਤੇ ਕੈਪਟਨ ਅਮਰਿੰਦਰ ਸਿੰਘ ਦੀ ਮਹਾਰਾਜਾ ਸਾਹਿਬ ਦੀ ਕੋਠੀ ਘੇਰਨ ਅਸੀਂ ਉੱਥੇ ਵੀ ਪਹੁੰਚੇ ਔਰ ਇੱਥੇ ਵੀ ਹਰ ਜਗ੍ਹਾ ਜੇ ਪਟਿਆਲੇ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਅਸੀਂ ਧਰਨੇ ਦਿੱਤੇ, ਗ੍ਰਿਫਤਾਰੀਆਂ ਦਿੱਤੀਆਂ। ਆਮ ਆਦਮੀ ਪਾਰਟੀ ਲੋਕਾਂ ਦੇ ਮੁੱਦੇ ਉਠਾਉਣ ਵਾਸਤੇ ਹਰ ਮੈਂ ਅੰਦਰੂਨੀ ਗੱਲ ਕੀਤੀ ਬਸੰਤ ਸਾਹਿਬ, ਅੰਦਰੂਨੀ ਪਹਿਲੀ ਗੱਲ ਅੰਦਰੂਨੀ ਗੱਲ ਹਾਲਾਤ ਦੀ, ਪਾਰਟੀ ਦੀ ਨਹੀਂ, ਪਾਰਟੀ ਪੂਰੀ ਤਰ੍ਹਾਂ ਅਰਵਿੰਦ ਕੇਜਰੀਵਾਲ ਜੀ ਦੀ ਕਮਾਂਡ ਥੱਲੇ ਇੱਕਜੁੱਟ ਹੈ। ਬਾਕੀ ਠੀਕ ਹੈ, ਮੈਂ ਪਹਿਲਾਂ ਦੱਸ ਚੁੱਕਿਆ ਕਮੀਆਂ ਹਰ ਜਗ੍ਹਾ ਹੁੰਦੀਆਂ ਨੇ, ਇਨਸਾਨੀ ਫਿਤਰਤ ਹੈ। ਜਿਹੜੇ ਲੋਕ ਅੱਜ ਕਾਂਗਰਸ ਪਾਰਟੀ ਦੇ ਵਿੱਚ ਬੋਲ ਰਹੇ ਨੇ ਉਹ ਅੱਜ ਬੋਲਣ ਲੱਗੇ ਨੇ 4 ਸਾਲ ਬਾਅਦ। 4 ਸਾਲਾਂ ਦੇ ਵਿੱਚ ਤਾਂ ਵਿਗੜਦੇ ਜਾ ਰਿਹਾ ਸੀ। ਉਸੇ ਤਰ੍ਹਾਂ ਅਕਾਲੀ ਦਲ ਚ ਜਿਹੜੇ ਅੱਜ ਬੋਲ ਰਹੇ ਨੇ 10 ਸਾਲ ਤਾਂ ਕੋਈ ਬੋਲਿਆ ਨਹੀਂ, ਉਦੋਂ ਸਾਰੇ ਚੰਗੇ ਸੀ, ਇਕੱਠੇ ਸੀ। ਔਰ ਪੰਜਾਬ ਦਾ ਜੋ ਹਾਲ ਪਿਛਲੇ 20 ਸਾਲਾਂ ਚ ਅੱਜ 2.5 ਲੱਖ ਕਰੋੜ ਦਾ ਕਰਜ਼ਾ ਹੀ ਹੋਇਆ, ਇਹਦੇ ਵਾਸਤੇ ਕਾਂਗਰਸ ਤੇ ਅਕਾਲੀ ਦੋਨੋਂ ਦੋਸ਼ੀ ਨੇ। ਔਰ ਜੋ ਪੰਜਾਬ ਦੀ ਇਕਨੋਮੀ ਬਰਬਾਦ ਹੋ ਗਈ, ਪੰਜਾਬ ਦੇ ਬੱਚੇ ਅੱਜ ਬਾਹਰ ਭੱਜ ਰਹੇ ਨੇ, ਤਾਂ ਹੀ ਭੱਜ ਰਹੇ ਨੇ ਨਾ, ਉਹਨਾਂ ਦਾ ਵਿਸ਼ਵਾਸ ਉੱਠ ਗਿਆ ਲੀਡਰਸ਼ਿਪ ਤੋਂ। ਔਰ ਦੂਜੇ ਪਾਸੇ ਕੋਈ ਸਾਡੇ ਅਦਾਰੇ ਬਰਬਾਦ ਹੋ ਗਏ। ਅੱਜ ਕੋਈ ਹਸਪਤਾਲ ਸਾਡੇ ਪਟਿਆਲੇ ਰਜਿੰਦਰਾ ਹਸਪਤਾਲ ਜਿਹੜਾ ਮਹਾਰਾਜਾ ਸਾਹਿਬ ਦਾ ਆਪਣਾ ਹਸਪਤਾਲ ਗਿਣਿਆ ਜਾਂਦਾ, ਉੱਥੇ ਦਾ ਬੁਰਾ ਹਾਲ ਹੈ। ਔਰ ਪੰਜਾਬੀ ਯੂਨੀਵਰਸਿਟੀ ਦੇ ਸਾਰੇ ਲੋਕ ਧਰਨੇ ਮੁਜ਼ਾਹਰਿਆਂ ਤੇ ਬੈਠੇ ਨੇ। ਔਰ ਜਿਹੜੀ ਤੁਸੀਂ ਕਾਂਗਰਸ ਦੀ ਗੱਲ ਕਰਦੇ ਹੋ ਨਾ, ਉਹਦੀਆਂ ਕਮੀਆਂ ਕਰਕੇ ਹੀ ਭਾਰਤੀ ਜਨਤਾ ਪਾਰਟੀ ਰਾਜ ਚ ਆਈ ਹੈ। ਭਾਰਤੀ ਜਨਤਾ ਪਾਰਟੀ ਦੀ ਆਪਣੀ ਮਤਲਬ ਤੁਸੀਂ ਕਹਿਣਾ ਕੀ ਚਾਹ ਰਹੇ ਹੋ, ਦੂਜੀਆਂ ਪਾਰਟੀਆਂ ਕਿਸੇ ਦੀ ਕਮੀਆਂ ਕਰਕੇ ਆਉਂਦੀਆਂ ਨੇ? ਬਿਲਕੁਲ, ਭਾਰਤੀ ਜਨਤਾ ਪਾਰਟੀ ਇਸ ਕਰਕੇ ਸੱਤਾ ਚ ਆਈ ਹੈ ਕਿ ਕਾਂਗਰਸ ਦਾ ਹਾਲ ਬਹੁਤ ਮਾੜਾ ਹੋ ਗਿਆ ਸੀ ਔਰ ਆਪਣੀ ਕ੍ਰੈਡੀਬਿਲਿਟੀ ਤੇ ਸਿਰਫ ਅਰਵਿੰਦ ਕੇਜਰੀਵਾਲ ਆਏ ਨੇ ਦੁਬਾਰਾ ਦਿੱਲੀ ਚ। ਵਿਨੀ ਜੀ ਜਵਾਬ ਦਿਓ। ਵਿਨੀ ਜੀ ਕਲੇ ਸਾਹਿਬ ਆ ਰਹੇ ਜਵਾਬ ਦਿਓ। ਬਸੰਤ ਸਾਹਿਬ, ਤੁਸੀਂ ਪਹਿਲੇ ਵੀ ਹਾਸੋ ਹੋਣੀਆਂ ਗੱਲਾਂ ਕੀਤੀਆਂ, ਹੁਣ ਵੀ ਤੁਸੀਂ ਹਾਸੋ ਹੋਣੀਆਂ ਗੱਲਾਂ ਕਰੀ ਜਾਂਦੇ ਹੋ। ਮੇਰੀ ਬੇਨਤੀ ਇਹ ਹੈ ਕਿ ਕੇਜਰੀਵਾਲ ਸਾਹਿਬ ਜਦ ਪਹਿਲੀ ਵਾਰ ਸੱਤਾ 'ਚ ਆਏ ਤਾਂ ਉਹਨਾਂ ਨੂੰ ਕਾਂਗਰਸ ਦੀ ਗਲਤੀਆਂ ਦੀ ਵੋਟ ਪਈ ਸੀਗੀ ਜਾਂ ਫਿਰ ਉਹਨੂੰ ਆਪਣੀ ਪਈ ਸੀਗੀ? ਹੁਣ ਤੁਸੀਂ ਜਦ ਉੱਥੇ ਪਾਰਲੀਮੈਂਟ ਇਲੈਕਸ਼ਨ ਹੁੰਦੇ ਨੇ ਤਾਂ ਕੇਜਰੀਵਾਲ ਸਾਹਿਬ ਦਾ ਸੁਪੜਾ ਸਾਫ਼ ਹੋ ਜਾਂਦਾ ਤਾਂ ਬੀਜੇਪੀ ਨੂੰ ਵੋਟਾਂ ਪੈ ਜਾਂਦੀ ਹੈ, ਤਾਂ ਕੀ ਹੁੰਦਾ ਹੈ? ਦੇਖੋ ਇਹ ਗੱਲਾਂ ਨੂੰ ਨਾ ਤੁਸੀਂ ਨਾ ਕਰੋ। ਤੁਸੀਂ ਕਿਹੜੇ ਪਾਸੇ ਡਿਬੇਟ ਕਮਾਉਂਦੇ ਹੋ? ਪਹਿਲੇ ਤੁਸੀਂ ਕਹਿ ਬੈਠੇ ਕਿ ਸਾਡੀ ਪਾਰਟੀ ਪਰਸਨੈਲਿਟੀ ਬੇਸ ਨਹੀਂ ਹੈ, ਫਿਰ ਜਵਾਬ ਨਹੀਂ ਦਿੱਤਾ ਕਿ ਪ੍ਰਸ਼ਾਂਤ ਭੂਸ਼ਣ, ਯੋਗਿੰਦਰ ਯਾਦਵ ਔਰ ਕੁਮਾਰ ਵਿਸ਼ਵਾਸ ਨੂੰ ਬੇਇੱਜ਼ਤ ਕਰਕੇ ਇਲੈਕਸ਼ਨ ਜਿੱਤਣ ਤੋਂ ਬਾਅਦ ਕਿਉਂ ਕੱਢਿਆ ਗਿਆ ਸੀਗਾ। ਉਹ ਹੱਦ ਤੱਕ ਸਾਰੇ ਸਾਹਮਣੇ ਹੀ ਹੋਈ ਹੈ ਬੇਇੱਜ਼ਤੀ। ਪੰਜਾਬ ਦੇ ਅੰਦਰ ਵੀ ਜਿਹੜਾ ਹੈ ਕੰਵਰ ਸੰਧੂ, ਖਹਿਰਾ ਹੋਰ ਕਈ ਸਾਰੇ ਐਮਐਲਏ ਬਾਹਰ ਕਿਉਂ ਗਏ ਹੈ? ਗੁਰਪ੍ਰੀਤ ਘੁੱਗੀ, ਗੁਰਪ੍ਰੀਤ ਇੱਕ ਮਿੰਟ ਮੇਰੀ ਬਸੰਤਾ ਮੇਰੀ ਪਾਰਟੀ ਦੇ 100 ਬੰਦਿਆਂ ਦੇ ਨਾਮ ਕਰਾ ਦਿੱਤੇ, ਮੇਰੀ ਬੇਨਤੀ ਛੱਡ ਕੇ ਗਏ ਨੇ ਭਾਰਤੀ ਜਨਤਾ ਪਾਰਟੀ। ਮੇਰੀ ਬੇਨਤੀ ਸੁਣ ਲਓ। ਤੁਸੀਂ ਜਲੀਲ ਕਰਕੇ ਕੱਢਿਆ ਪ੍ਰਸ਼ਾਂਤ ਭੂਸ਼ਣ ਨੂੰ। ਅਸੀਂ ਅਧਿਕਾਰ ਬਸੰਤ ਸਾਹਿਬ, ਮੈਂ ਆਪ ਜੀ ਦੇ ਵਿੱਚ ਨਹੀਂ ਬੋਲਿਆ। ਬਸੰਤ ਸਾਹਿਬ, ਬਸੰਤ ਜੀ ਮੈਂ ਆਪ ਜੀ ਦੇ ਵਿੱਚ ਨਹੀਂ ਬੋਲਿਆ। ਬਸੰਤ ਜੀ ਮੈਂ ਆਪ ਜੀ ਦੇ ਵਿੱਚ ਨਹੀਂ ਬੋਲਿਆ। ਤੁਸੀਂ ਜਿਹੜੀ ਗੱਲਾਂ ਕਹੀਏ ਮੈਂ ਤਾਂ ਉਹ ਹੀ ਸੁਣਾ ਰਿਹਾ। ਤੁਸੀਂ ਕਹਿੰਦੇ ਪਰਸਨੈਲਿਟੀ ਬੇਸਡ ਪਾਰਟੀ ਦੀ ਗੱਲ ਕਰਦੇ ਹੋ। ਅਰਵਿੰਦ ਕੇਜਰੀਵਾਲ, ਬਸੰਤ ਸਾਹਿਬ ਗੱਲ ਤਾਂ ਪੂਰੀ ਹੋ ਲੈਣ ਦਿਓ। ਕੇਜਰੀਵਾਲ ਸਾਹਿਬ, ਬਸੰਤ ਸਾਹਿਬ ਇਹ ਗਲਤ ਗੱਲ ਹੈ, ਐਵੇਂ ਫਿਰ ਫਾਇਦਾ ਨਹੀਂ ਡਿਬੇਟ ਦਾ। ਲੋਕ ਮਜ਼ਾਕ ਉਡਾਉਂਦੇ ਨੇ, ਲੋਕ ਕਹਿੰਦੇ ਨੇ ਇੱਕ ਦੂਜੇ ਨੂੰ ਬੋਲਣ ਨਹੀਂ ਦਿੰਦੇ। ਬਸੰਤ ਸਾਹਿਬ, ਕੇਜਰੀਵਾਲ ਸਾਹਿਬ ਮੁੱਖ ਮੰਤਰੀ ਬਣੇ ਪਹਿਲੀ ਵਾਰ, ਮੀਟਿੰਗ ਹੋਈ, ਮੀਟਿੰਗ ਦੇ ਅੰਦਰ ਪ੍ਰਸ਼ਾਂਤ ਭੂਸ਼ਣ ਫਾਊਂਡਰ ਮੈਂਬਰ, ਯੋਗਿੰਦਰ ਯਾਦਵ ਫਾਊਂਡਰ ਮੈਂਬਰ, ਕੁਮਾਰ ਵਿਸ਼ਵਾਸ ਫਾਊਂਡਰ ਮੈਂਬਰ ਜਲੀਲ ਕਰਕੇ ਕੱਢੇ, ਸਾਰੇ ਮੀਡੀਆ ਨੇ ਦੇਖੇ। ਕਿਆ ਉਹ ਪਰਸਨੈਲਿਟੀ ਬੇਸ ਨਹੀਂ ਸੀਗਾ? ਤਾਂ ਕਿਆ ਤੁਸੀਂ ਉਹ ਧੱਕਾ ਨਹੀਂ ਕੀਤਾ ਸੀ? ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਜਿਹੜੀ ਲੜਾਈ ਹੈ ਬਾਕੀਆਂ ਦੇ ਨਾਲ ਕਿਸੇ ਛੁਪੀ ਪਈ ਹੈਗੀ ਹੈ। ਭਗਵੰਤ ਮਾਨ ਘਰੇ ਬਹਿ ਗਏ ਸੀਗੇ, ਬਾਹਰ ਨਹੀਂ ਨਿਕਲੇ, ਗੱਲ ਕਿਸੇ ਛੁਪੀ ਪਈ ਹੈਗੀ ਹੈ। ਤੁਸੀਂ ਆਪਣੀ ਪਾਰਟੀ ਦੇ ਅੰਦਰ ਘੁੱਗੀ ਨੂੰ ਕਿਵੇਂ ਕੱਢਿਆ ਬਾਹਰ, ਖੈਰੇ ਨੂੰ ਕਿਵੇਂ ਕੱਢਿਆ ਗਿਆ? ਹੁਣ ਘੁੱਗੀ, ਖੈਰਾ ਜਿਹੜਾ ਜਿਹਨੂੰ ਤੁਸੀਂ ਘੁੱਗੀ ਨੂੰ ਜਿਹਨੂੰ ਪਹਿਲੇ ਪ੍ਰਧਾਨ ਬਣਾਤਾ ਤੁਸੀਂ ਕਹੋਗੇ ਮਾੜਾ ਆਦਮੀ ਹੈ, ਖੈਰਾ ਜਿਹਨੂੰ ਤੁਸੀਂ ਲੀਡਰ ਆਪੋਜੀਸ਼ਨ ਬਣਾਤਾ ਤੁਸੀਂ ਕਹੋਗੇ ਮਾੜਾ ਆਦਮੀ ਹੈ। ਹੁਣ ਜਿਹੜੇ ਲੋਕਾਂ ਤੁਸੀਂ ਬਣਾਉਂਦੇ ਹੋ, ਜਦੋਂ ਕੋਈ ਆਬਜੈਕਸ਼ਨ ਚੱਕਦੇ ਨੇ ਪਰਸਨੈਲਿਟੀ ਬੇਸ ਤੇ ਤੁਸੀਂ ਬਾਹਰ ਕੱਢ ਦਿੰਦੇ ਹੋ। ਸੋ ਇਹ ਪਰਸਨੈਲਿਟੀ ਬੇਸ ਵਾਲੀ ਗੱਲਾਂ ਤੁਸੀਂ ਨਾ ਕਰੋ, ਆਮ ਆਦਮੀ ਪਾਰਟੀ ਨਾ ਕਰੇ, ਇਹਨੂੰ ਛੱਡ ਦੇਵੇ। ਮੇਰੀ ਬੇਨਤੀ ਹੈ ਆਮ ਆਦਮੀ ਪਾਰਟੀ ਨੂੰ, ਤੇ ਮੇਰੀ ਬੇਨਤੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਬਾਲੀ ਸਾਹਿਬ ਨੂੰ ਵੀ ਕਿ ਅਸੀਂ ਅੱਜ ਦੀ ਡਿਬੇਟ ਸਿਰਫ ਕਾਂਗਰਸ ਦੇ ਉੱਪਰ ਫੋਕਸ ਕਰ ਲਈਏ, ਕਿਉਂਕਿ ਬੱਲੇਵਾਲ ਸਾਹਿਬ ਬਹੁਤ ਮੁਸਕਰਾ ਰਹੇ ਨੇ ਬੈਠੇ ਬੈਠੇ ਕਿ ਇਹਨਾਂ ਦੀ ਲੜਾਈ ਦੇ ਵਿੱਚ ਸਾਡਾ ਕਾਂਗਰਸ ਦਾ ਫੋਕਸ ਖਤਮ ਹੋ ਗਿਆ। ਤੇ ਅੱਜ ਦਾ ਮੁੱਦਾ ਤਾਂ ਇਹ ਹੈ ਕਿ ਕਾਂਗਰਸ ਦੇ ਉਹ ਲੀਡਰ ਜਿਹੜੇ ਕਾਂਗਰਸ ਦੇ ਪਿਛਲੇ 10 ਸਾਲ ਲਗਾਤਾਰ ਸਰਕਾਰ 'ਚ ਵਜ਼ੀਰ ਰਹੇ,
ਮਿਨਿਸਟਰਸ ਰਹੇ, ਪਾਰਟੀ ਚਲਾਉਂਦੇ ਰਹੇ, ਜਿਹੜੇ ਕੋਰਟਾਂ ਦੇ ਅੰਦਰ ਹੁਣ ਵੀ ਕਾਂਗਰਸ ਨੂੰ ਡਿਫੈਂਡ ਕਰਦੇ ਨੇ, ਜਿਹੜੇ ਰਾਜ ਸਭਾ 'ਚ ਵਿਪਕਸ਼ ਦੇ ਨੇਤਾ ਨੇ ਗੁਲਾਮ ਨਬੀ ਆਜ਼ਾਦ, ਉਹ ਲੋਕ ਕਹਿ ਰਹੇ ਨੇ ਚਿੱਠੀ ਲਿਖ ਕੇ ਸ਼ਰੇਆਮ ਕਰਕੇ ਟਵੀਟ ਕਰਕੇ ਕਿ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ। ਤੇ ਮੈਨੂੰ ਲੱਗਦਾ ਬੱਲੇਵਾਲ ਸਾਹਿਬ ਇਹਦਾ ਜਵਾਬ ਤਾਂ ਤੁਸੀਂ ਹੁਣ ਦੇ ਕੇ ਜਾਓ, ਔਰ ਪੰਜਾਬ ਦੇ ਅੰਦਰ ਪ੍ਰਤਾਪ ਬਾਜਵਾ ਦੁੱਲੋ ਉਹਦਾ ਵੀ ਜਵਾਬ ਦੇ ਕੇ ਜਾਓ। बसंत साहब कुछ कहना चाह रहे, फिर मैं आ रहे हैं बाली साहब को, फिर कलेर साहब को ला रहे हैं। ਜੋਸ਼ੀ ਜੀ ਨੂੰ ਕਹਿਣਾ ਚਾਹੁੰਦਾ ਹੈ, ਇਹ ਸਾਰੀਆਂ ਪਾਰਟੀਆਂ ਬਾਰੇ ਆਪ ਤਾਂ ਸਭ ਕੁਝ ਬੋਲੀ ਜਾਂਦੇ ਨੇ, ਹਾਂ। ਫਿਰ ਕਹਿੰਦੇ ਨੇ ਸਿਰਫ ਆਪਾਂ ਮੁੱਦੇ ਤੇ ਰਹੀਏ। ਮੁੱਦੇ ਤੇ ਕਿਵੇਂ ਰਹੀਏ ਜੇ ਤੁਸੀਂ ਦੂਜਿਆਂ ਬਾਰੇ ਗੱਲ ਕਰੋਗੇ? ਤੁਸੀਂ ਆਪਣੀ ਪਾਰਟੀ ਦੇ ਜਿਹੜੇ ਮਾਰਗਦਰਸ਼ਕ ਮੰਡਲ 'ਚ ਬੈਠੇ ਨੇ ਉਹਨਾਂ ਬਾਰੇ ਵੀ ਗੱਲ ਕਰ ਦਿਓ, ਤੁਸੀਂ ਸ਼ਤਰੂਘਨ ਸਿਨਹਾ ਬਾਰੇ ਵੀ ਗੱਲ ਕਰ ਦਿਓ। ਸ਼ਿਕਾਇਤ ਲਗਾਈ ਹੈ ਕਿਸੇ ਨੇ? ਤੁਹਾਨੂੰ ਸ਼ਿਕਾਇਤ ਜਸਵੰਤ ਲਗਾਈ ਹੈ? ਅਖਬਾਰ 'ਚ ਬੋਲਿਆ, ਟਵੀਟ ਕੀਤਾ, ਬਲੌਗ ਲਿਖਿਆ, ਐਵੇਂ ਬੋਲੀ ਜਾਓਗੇ? ਸਾਡੀ ਪਾਰਟੀ ਦੇ ਸਾਰੇ ਖੁਸ਼ ਨੇ, ਸਾਡੇ ਬਜ਼ੁਰਗ ਖੁਸ਼ ਨੇ, ਤੁਸੀਂ ਕਿਉਂ ਹੋ ਰਹੇ ਹੋ? ਤੁਹਾਡੇ ਤਾਂ ਸ਼ਰੇਆਮ ਬੋਲਦੇ ਨੇ, ਟਵੀਟ ਕਰਦੇ ਨੇ, ਪ੍ਰੈਸ ਕਾਨਫਰੰਸ ਕਰਦੇ ਨੇ, ਫੇਸਬੁੱਕ ਤੇ ਬੋਲਦੇ ਨੇ ਤੁਹਾਡੇ ਲੀਡਰ। ਸਾਡੇ ਲੀਡਰ ਤਾਂ ਕਿਤੇ ਨਹੀਂ ਬੋਲਦੇ। ਤੁਸੀਂ ਸਾਡੇ ਲੀਡਰਾਂ ਦੀ ਚਿੰਤਾ ਕਾਹਨੂੰ ਕਰਦੇ ਹੋ? ਜਿਹੜੇ ਤੁਹਾਡੇ ਸ਼ਰੇਆਮ ਬੋਲਦੇ ਨੇ, ਤੁਸੀਂ ਉਹਨਾਂ ਦੀ ਗੱਲ ਕਰੋ। ਜਿਹੜੀਆਂ ਗੱਲਾਂ ਮੋਦੀ ਜੀ ਅੱਜ ਕਰਦੇ ਨੇ, ਇਹਨਾਂ ਕੋਲ ਵੀ ਉਹ ਪਾਵਰ ਬਸੰਤ ਸਾਹਿਬ, ਸਾਡੇ ਕਿਸੇ ਮਾਰਗਦਰਸ਼ਕ ਮੰਡਲ ਨੇ ਪ੍ਰੈਸ 'ਚ ਬਿਆਨ ਨਹੀਂ ਦਿੱਤਾ, ਟਵੀਟ ਨਹੀਂ ਕੀਤਾ, ਫੇਸਬੁੱਕ ਤੇ ਨਹੀਂ ਪਾਇਆ, ਕਿਸੇ ਨੇ ਕਦੀ ਕੋਈ ਨਾਰਾਜ਼ਗੀ ਜ਼ਾਹਿਰ ਨਹੀਂ ਕੀਤੀ। ਤੁਹਾਨੂੰ ਕਿੱਥੋਂ ਪਤਾ ਲੱਗ ਗਿਆ? ਤੁਹਾਡੇ ਲੀਡਰ ਸ਼ਰੇਆਮ ਬੋਲਦੇ ਨੇ। जोगिंदर चलो ठीक है मेरे को समा विनीत जी समा घट है बसंत जी अपनी गल रखण दिओ पूरी। चंगी गल है, यही तो डेमोक्रेसी है, खूबसूरती डेमोक्रेसी है, डिक्टेटरशिप है जिवें मोदी जी विनीत जी मैनू समा साडे किहड़ी डिक्टेटरशिप है, डेमोक्रेसी है। साडा प्रधान विनीत जी बसंत जी नू गल रखण दिओ प्लीज। साडा नेशनल प्रेसिडेंट 3 साल बाद बदलाया जाता है। ठीक है, तुहाडा नेशनल प्रेसिडेंट जब तक ਹੈਗਾ ਤਦ ਤੱਕ नहीं तो ਉਹਨਾਂ ਦੀ ਆਪਣੀ ਵਰਕਿੰਗ ਕਮੇਟੀ ਤੈਅ ਕਰਦੀ ਹੈ ਕਿ ਵਰਕਿੰਗ ਕਮੇਟੀ ਦੀ ਤੇ ਲੋਕ ਤੈਅ ਕਰਦੇ ਨੇ, ਉਹਨਾਂ ਦੀ ਪਾਰਟੀ ਦੇ ਵੀ, ਬਾਕੀਆਂ ਦੇ ਵੀ, ਕਾਂਗਰਸ ਪਾਰਟੀ ਦੇ ਵੀ, ਉਹਨਾਂ ਦੇ ਵੀ ਚੱਕੇ ਬਾਹਰ ਮਾਰਦੇ ਨੇ। ਕਾਂਗਰਸ ਚ ਨੈਸ਼ਨਲ ਪ੍ਰੈਜ਼ੀਡੈਂਟ ਢਿੱਡ ਤੋਂ ਪੈਦਾ ਹੁੰਦਾ ਹੈ। चलो ठीक है बाली साहब कुछ कहना चाह रहे, फिर मैं आ रहा हूं बाली साहब। ਨਹੀਂ ਮੈਂ ਜਿਹੜੀ ਗੱਲ ਕਹਿ ਰਿਹਾ ਸੀ, ਜਿੱਦਾਂ ਜੋਸ਼ੀ ਸਾਹਿਬ ਨੇ ਵੀ ਇਹ ਗੱਲ ਕਹੀ ਹੈ, ਮੈਂ ਤੁਹਾਨੂੰ ਹੁਣ ਵੀ ਦੱਸ ਦਿਆਂ, ਅੰਦਰੂਨੀ ਕਾਂਗਰਸੀਆਂ, ਬਾਹਰੋਂ ਵੀ ਕਾਂਗਰਸੀਆਂ, ਠੀਕ ਹੈ ਇੱਕ ਪੀਰੀਅਡ ਇਹੋ ਜਿਹਾ ਆਇਆ ਸੀ, ਮੈਨੂੰ ਜਾਣਾ ਪੈ ਗਿਆ, ਇੱਕ ਮਾਨਯੋਗ ਸਤਿਕਾਰਯੋਗ ਆਏ ਸਨ, ਮੈਨੂੰ ਉਹਨਾਂ ਦਾ ਇੱਜ਼ਤ ਮਾਨ ਰੱਖਣਾ ਪੈ ਗਿਆ। ਮੈਂ ਅੱਜ ਵੀ ਕਾਂਗਰਸੀ ਹਾਂ, ਕਾਂਗਰਸ ਦੀ ਵੀ ਗੱਲ ਮੈਂ ਨਹੀਂ ਸੁਣ ਸਕਦਾ, ਜੇ ਮੈਂ ਉਹਦੇ ਤੇ ਨਹੀਂ ਵੀ ਹੈਗਾ ਤਾਂ ਵੱਖਰੀ ਗੱਲ ਹੈ। ਬਾਕੀ ਤੁਸੀਂ ਬੜਾ ਲੰਬਾ ਚੌੜਾ ਭਾਸ਼ਣ ਦੇ ਦਿੱਤਾ ਗੁਲਾਮ ਨਬੀ ਆਜ਼ਾਦ ਸਾਹਿਬ ਦਾ, ਤੁਸੀਂ ਪਤਾ ਨਹੀਂ ਗੁਲਾਮ ਨਬੀ ਆਜ਼ਾਦ ਸਾਹਿਬ ਨੂੰ ਕਿੱਥੋਂ ਔਰ ਕਦੋਂ ਦੇ ਜਾਣਦੇ ਹੋ। ਮੈਂ ਗੁਲਾਮ ਨਬੀ ਆਜ਼ਾਦ ਸਾਹਿਬ ਨੂੰ 1984 ਦਾ ਜਾਣਦਾ, ਔਰ ਉਦੋਂ ਵੀ ਮੇਰੀ ਪੋਲੀਟਿਕਸ ਸ਼ੁਰੂ ਹੋਈ ਸੀ 84 ਤੋਂ, ਤਾਂ ਉਹ ਪਹਿਲਾਂ ਹੀ ਮੈਂ ਬਲਾਕ ਪ੍ਰਧਾਨ ਬਣਿਆ ਸੀ। ਤੁਸੀਂ ਗੁਲਾਮ ਨਬੀ ਆਜ਼ਾਦ ਦੀ ਗੱਲ ਤਾਂ ਜ਼ਰੂਰ ਕਰ ਰਹੇ ਹੋ ਇੱਥੇ ਬਹਿ ਕੇ, ਮਗਰ ਤੁਹਾਨੂੰ ਗੁਲਾਮ ਨਬੀ ਆਜ਼ਾਦ ਸਾਹਿਬ ਦੇ ਬਾਰੇ ਪਤਾ ਨਹੀਂ ਹੈਗਾ। ਇਸ ਕਰਕੇ ਮੈਂ ਤੁਹਾਡੇ ਅੱਗੇ ਬੇਨਤੀ ਕਰਾਂਗਾ ਕਿ ਤੁਸੀਂ ਆਪਣੇ ਲੀਡਰਾਂ ਬਾਰੇ ਮੇਰੇ ਕੋਲੋਂ ਨਾ ਕਹਾਓ। ਤੁਸੀਂ ਉਹਨਾਂ ਲੀਡਰਾਂ ਦੀ ਗੱਲ ਕਰ ਰਹੇ ਹੋ ਵੀ ਉਹਨਾਂ ਲੀਡਰਾਂ ਨੇ ਆਹ ਕੀਤਾ, ਉਹਨਾਂ ਲੀਡਰਾਂ, ਜੇ ਮੈਂ ਤੁਹਾਨੂੰ ਗਿਣਾ ਲਗਾਂਗਾ ਤਾਂ ਤੁਹਾਡੇ ਪੋਟੇ ਘੱਟ ਪੈ ਜਾਣਗੇ। ਤਾਂ ਮੈਨੂੰ ਬੀਜੇਪੀ ਦਾ ਵੀ ਪਤਾ, ਤਾਂ ਮੈਨੂੰ ਅੱਛਾ ਵੀ ਲੱਗਾ ਬੀਜੇਪੀ 'ਚ ਮੈਂ ਤੁਹਾਡੇ ਆਲ ਇੰਡੀਆ ਪ੍ਰੈਜ਼ੀਡੈਂਟ ਸਾਹਿਬ ਨੂੰ ਮਿਲਣ ਗਿਆ ਸੀ, ਮਾਨਯੋਗ ਨੱਡਾ ਸਾਹਿਬ ਨੂੰ, ਉਦੋਂ ਮੈਂ ਅਕਾਲੀ ਦਲ 'ਚ ਸੀ, ਬੀਜੇਪੀ ਅਲਾਇੰਸ ਸੀ। ਮੈਂ ਕਿਸੇ ਨਾਲ ਬੜੀ ਅੱਛੀ ਤਰ੍ਹਾਂ ਮਿਲੇ, ਬੜੀ ਵਧੀਆ ਤਰੀਕੇ ਨਾਲ ਮਿਲੇ, ਇਹੋ ਜਿਹੀ ਗੱਲ ਨਹੀਂ ਹੈਗੀ। ਮਗਰ ਇਹ ਬਾਰ-ਬਾਰ ਨਾ ਗਿਣਾਓ ਕਾਂਗਰਸੀਆਂ ਦੀ ਗੱਲ, ਜੇ ਤੁਹਾਡੀ ਗਿਣਾਈ ਸ਼ੁਰੂ ਕਰ ਦਿੱਤੀ ਫਿਰ ਡਿਬੇਟ ਖਤਮ ਹੋ ਜਾਏਗੀ। ਇਹ ਧਿਆਨ ਰੱਖਣਾ, ਬਹੁਤ ਲੰਬੀ ਲਾਈਨ ਹੈ ਸਾਡੇ ਕੋਲ ਕਿ ਕਿਹੜਾ ਬੰਦਾ ਕਿੱਥੇ ਕੀ ਬੋਲਿਆ, ਮਗਰ ਤੁਸੀਂ ਬੋਲਣ ਹੀ ਨਹੀਂ ਦਿੰਦੇ ਕਿਸੇ ਨੂੰ। ਤੁਸੀਂ ਤਾਂ ਉਹਦਾ ਗਾਲੀ ਨੱਪ ਦਿੰਦੇ ਹੋ। ਤੇ ਬੋਲੇਗਾ ਕੋਈ ਯਸ਼ਵੰਤ ਸਿਨਹਾ ਨੂੰ ਜਾਣਦੇ ਹੋ ਕਿ ਕੌਣ ਹੈ ਯਸ਼ਵੰਤ ਸਿਨਹਾ? ਉਹਦੇ ਘਰ 'ਚ ਕਲੇਸ਼ ਪਾਤਾ ਤਾਂ ਉਹਦੇ ਮੁੰਡੇ ਨੂੰ ਮੰਤਰੀ ਬਣਾਤਾ। ਸ਼ਤਰੂਘਨ ਸਿਨਹਾ ਨੂੰ ਜਾਣਦੇ ਹੋ? ਮੁੰਡਰੀ ਬਲੋਰ ਜੋਸ਼ੀ ਜੀ ਨੂੰ ਜਾਣਦੇ ਹੋ? ਤੇ ਤੁਸੀਂ ਇਹਨਾਂ ਨੂੰ ਕੀ ਕਹਿੰਦੇ ਨੇ, ਜਿਹੜੇ ਅਡਵਾਨੀ ਜੀ ਨੇ ਉਹਨਾਂ ਨੂੰ ਜਾਣਦੇ ਹੋ? ਹੱਥ ਜੋੜ ਕੇ ਖੜੇ ਰਹਿੰਦੇ ਨੇ। 9 ਮਹੀਨੇ ਮਾਨਯੋਗ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਾਹਿਬ ਦੀ ਖਬਰ ਲੈਣ ਨਹੀਂ ਗਏ ਦਿੱਲੀ 'ਚ ਹੁੰਦਿਆਂ। ਤੁਸੀਂ ਇਹ ਸਾਨੂੰ ਨਾ ਦੱਸੋ ਇਹੋ ਜਿਹੀ ਗੱਲ। 9 ਮਹੀਨੇ ਤੇ ਜਦੋਂ ਉਹ ਹਿੰਦੁਸਤਾਨ 'ਚੋਂ ਚਲੇ ਗਏ, ਜਦੋਂ ਇਸ ਦੁਨੀਆ ਤੋਂ ਚਲੇ ਗਏ, ਤੇ ਉਹਨਾਂ ਦੀ ਅਰਥੀ ਕਿਵੇਂ ਸਜਾ ਕੇ ਤੇ ਪ੍ਰਧਾਨ ਮੰਤਰੀ ਉਹਨਾਂ ਨਾਲ ਪੈਦਲ ਚੱਲੇ। ਇਹ ਮੈਂ ਨਹੀਂ ਕਹਿ ਰਿਹਾ, ਉਹਨਾਂ ਦੀ ਜਿਹੜੀ ਭਤੀਜੀ ਏ ਮਿਸ਼ਰਾ, ਜਿੱਥੇ ਉਹ ਵਿਆਹੇ ਹੋਏ ਨੇ, ਅਨੂਪ ਮਿਸ਼ਰਾ ਦੀ ਜਿਹੜੀ ਇਹ ਭੈਣ, ਉਹਨਾਂ ਨੇ ਇਹ ਗੱਲ ਕਹੀ ਸੀ। ਔਰ ਗਵਾਲੀਅਰ ਦੇ ਰਹਿਣ ਵਾਲੇ ਨੇ। ਮਹਾਰਾਜ ਮੈਨੂੰ ਬੜੀ ਹਿਸਟਰੀਆਂ ਪਤਾ ਨੇ, ਇਸ ਕਰਕੇ ਇਹ ਵਜ੍ਹਾ ਤੰਜ਼ ਨਾ ਕੱਸੋ ਕਿ ਕਾਂਗਰਸ ਨੇ ਆਹ ਕੀਤਾ ਤੇ ਕਾਂਗਰਸ ਨੇ ਉਹ ਕੀਤਾ। ਹਰ ਪਾਰਟੀ ਦੇ ਅੰਦਰ ਕੋਈ ਨਾ ਕੋਈ ਡਿਸਪਿਊਟ ਹੁੰਦਾ, ਕੋਈ ਨਾ ਕੋਈ ਗੱਲਬਾਤ ਹੁੰਦੀ ਹੈ, ਕੋਈ ਨਾ, ਉਹ ਸਾਰਾ ਠੀਕ ਹੋ ਜਾਂਦਾ। ਅਗਰ 23 ਲੀਡਰਾਂ ਨੇ ਲਿਖ ਦਿੱਤਾ, ਅਗਰ ਚਿੱਠੀ ਲਿਖ ਦਿੱਤੀ, ਕਿਆ ਸੋਨੀਆ ਗਾਂਧੀ ਪ੍ਰਧਾਨ ਨਹੀਂ ਬਣੀ? ਮੈਂ ਤਾਂ ਸਵੇਰ ਦਾ ਫੇਸਬੁੱਕ ਤੇ ਪਾਇਆ ਹੋਇਆ, ਸਵੇਰ ਦਾ। ਅਗਰ ਤੁਸੀਂ ਫੇਸਬੁੱਕ ਦੇਖੀ ਹੋਵੇ ਤਾਂ ਫਿਰ ਇਨਫੋਰਮੇਸ਼ਨ ਤਾਂ ਸਾਡੇ ਕੋਲ ਵੀ ਸੀ ਇਸ ਗੱਲ ਦੀ।
ਤੁਸੀਂ ਇਹੋ ਜਿਹੀ ਜੋਸ਼ੀ ਸਾਹਿਬ ਗੱਲਾਂ ਨਾ ਕਰੋ। ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਦਾ, ਬਹੁਤ ਕਰ ਅੱਜ ਵੀ ਕਾਂਗਰਸੀ ਆ, ਫਿਰ ਵੀ ਕਾਂਗਰਸੀ ਇੱਕ ਰਵਾਂਗੇ। ਸੈਕਿੰਡ ਬਾਲੀ ਸਾਹਿਬ ਆਪ ਜੀ ਨੂੰ ਬੇਨਤੀ ਹੈ, ਬਾਲੀ ਸਾਹਿਬ ਆਪ ਜੀ ਨੂੰ ਬੇਨਤੀ ਹੈ ਕਿ ਡਾਕਟਰ ਮੁਰਲੀ ਮਨੋਹਰ ਜੋਸ਼ੀ, ਲਾਲ ਕ੍ਰਿਸ਼ਨ ਅਡਵਾਨੀ ਜੀ ਕਿਸੇ ਨੇ ਪਬਲਿਕ ਡੋਮੇਨ 'ਚ ਕੋਈ ਗੱਲ ਨਹੀਂ ਕਹੀ ਹੈ। ਸਰ ਮੈਂ ਇਹਦੇ ਤੇ ਕਲੀਅਰੈਂਸ ਗੱਲ ਨਹੀਂ ਚਾਹੁੰਦਾ, ਬਾਲੀ ਸਾਹਿਬ ਮੈਂ ਕਲੀਅਰੈਂਸ ਨਹੀਂ ਚਾਹੁੰਦਾ ਸਰ। ਸਰ ਮੈਂ ਨਹੀਂ ਚਾਹੁੰਦਾ ਕਲੀਅਰੈਂਸ, ਨਹੀਂ ਮੈਂ ਨਹੀਂ ਚਾਹੁੰਦਾ। ਤੁਸੀਂ ਗੁਲਾਮ ਨਬੀ ਆਜ਼ਾਦ, ਗੁਲਾਮ ਨਬੀ ਆਜ਼ਾਦ ਲਈ ਜਾਂਦੇ ਹੋ, ਤੁਹਾਨੂੰ ਪਤਾ ਹੀ ਨਹੀਂ ਕਿਸੇ ਚੀਜ਼ ਦਾ ਯਾਰ, ਤੁਹਾਨੂੰ ਪਤਾ ਹੀ ਨਹੀਂ ਹੈਗਾ, ਐਵੇਂ ਤੁਸੀਂ ਲੀਡਰਾਂ ਨਾਲ ਲਈ ਪੁਰਾਣੀ ਗੱਲਾਂ ਤੇ ਨਾ ਆਓ, ਮੈਨੂੰ ਬੋਲ ਲੈਣ ਦਿਓ। ਮੈਂ ਤੁਹਾਡੇ ਵਿੱਚ ਬੋਲਿਆ ਨਹੀਂ, ਮੁਰਲੀ ਮਨੋਹਰ ਜੋਸ਼ੀ ਜੀ ਨੇ ਕੁਝ ਨਹੀਂ ਬੋਲਿਆ, ਲਾਲ ਕ੍ਰਿਸ਼ਨ ਅਡਵਾਨੀ ਜੀ ਨੇ ਕੁਝ ਨਹੀਂ ਬੋਲਿਆ, ਤੁਸੀਂ ਬੋਲੀ ਜਾਓ। ਮੇਰੀ ਗੱਲ ਬੜੀ ਸਾਫ਼ ਔਰ ਸਪਸ਼ਟ ਹੈ। ਅਟਲ ਬਿਹਾਰੀ ਵਾਜਪਾਈ ਜੀ ਦੇ ਘਰੇ ਮੋਦੀ ਜੀ ਰੈਗੂਲਰਲੀ ਜਾਂਦੇ ਸੀਗੇ, ਅਮਿਤ ਸ਼ਾਹ ਜੀ ਵੀ ਜਾਂਦੇ ਸੀ, ਸਾਡੇ ਬਾਕੀ ਲੀਡਰ ਵੀ ਜਾਂਦੇ ਸੀ, ਔਰ ਐਸਪੀ ਜੀ ਤਾਂ ਔਨ ਰਿਕਾਰਡ ਹੈ। ਜਿਹੜੇ ਲੋਕ ਹੁਣ ਕਾਂਗਰਸ ਜੁਆਇਨ ਕਰ ਗਏ, ਉਹ ਲੋਕ ਜੇ ਬੋਲਦੇ ਪਏ ਆ ਤਾਂ ਫਿਰ ਕਾਂਗਰਸ ਹੀ ਖਵਾਉਂਦੀ ਪਈ ਹੈ, ਕੋਈ ਫਰਕ ਨਹੀਂ ਪੈਂਦਾ। ਸਾਡੀ ਪਾਰਟੀ ਦੇ ਅੰਦਰ ਸਾਰੇ ਲੋਕ ਅਨੂਪ ਮਿਸ਼ਰਾ, ਸਾਡਾ ਅਨੂਪ ਸਾਡੇ ਮਿਸ਼ਰਾ ਨੂੰ ਪਾਰਟੀ ਜਾਣਦੇ ਹੋ? ਦੇ ਅੰਦਰ ਵੱਡੇ ਲੋਕਾਂ ਨੂੰ ਸਤਿਕਾਰ ਦਿੰਦੇ ਆ, ਸਾਡੇ ਪਾਰਟੀ 'ਚ ਮੇਰੀ- ਵੱਡੇ ਲੀਡਰਾਂ ਨੂੰ ਸਤਿਕਾਰ ਦਿੰਦੇ। ਮੇਰੀ ਗੱਲ ਸੁਣੋ। ਬਾਲੀ ਸਾਹਿਬ ਆਪਣੀ ਗੱਲ ਬੋਲ ਚਲੋ ਚੁੱਕੇ, ਠੀਕ ਹੈ, ਮੇਰੀ ਸੁਣ ਮੈਨੂੰ- ਲਓ, ਮੈਨੂੰ ਸਮਝ ਮੇਰੀ ਆ ਸੁਣ ਲਓ। ਇਹ ਗਲਤ ਨਹੀਂ ਦੂੰਗਾ, ਮੈਂ ਇਹ ਅਖੀਲਾ ਪੁਰਾਣੀ ਕਮੈਂਟ ਗੱਲ ਬਲੀਵਾਲ ਸਾਹਿਬ, ਬਾਲੀ ਸਾਹਿਬ ਬਲੀਵਾਲ ਸਾਹਿਬ ਇਹ ਅਖੀਲਾ ਗੱਲ ਨਹੀਂ ਕਮੈਂਟ ਚੱਲਣ ਦੂੰਗਾ ਕਿ ਆਪ ਠੀਕ ਹੈ। ਬੋਲ ਕੇ ਗਲਤ ਵਿਨੀਤ ਜੀ ਮੈਨੂੰ ਸਮਾਂ, ਮੈਨੂੰ ਵੀ ਨਹੀਂ ਇਜਾਜ਼ਤ ਦੇ ਰਿਹਾ। ਠੀਕ ਹੈ, ਠੀਕ ਹੈ ਕਲੇਰ ਸਾਹਿਬ, ਇੱਕ ਮਿੰਟ ਦਿਓ। ਠੀਕ ਹੈ ਬਲੀਵਾਲ ਸਾਹਿਬ ਅਖੀਲਾ ਕਮੈਂਟ। ठीक है चलो बाली साहब मैं आ रहा अखीला कमेंट करे बलीवाल साहब। कलेर साहब माफी चाहूंगा, अखीला कमेंट बलीवाल साहब। ਬਾਲੀ ਸਾਹਿਬ ਬੇਨਤੀ ਇਹ ਆ ਕਿ ਇਸ ਚੀਜ਼ ਦਾ ਆਪਾਂ ਨੂੰ ਅੱਜ ਡਿਬੇਟ 'ਚ ਪਤਾ ਲੱਗ ਗਿਆ ਕਿ ਮੈਂ ਇਸੇ ਕਰਕੇ ਬੇਨਤੀ ਕੀਤੀ ਸੀ। ਸਾਰੀਆਂ ਪਾਰਟੀਆਂ ਦੇ ਆਪਦੇ ਅੰਦਰਲੇ ਮਸਲੇ ਹੁੰਦੇ ਨੇ, ਉਹ ਘਰ ਦੇ ਵਿੱਚ ਹੀ ਸੋਲਵ ਕਰ ਲੈਣ, ਵਧੀਆ ਗੱਲ ਹੈ। ਵਿਨੀਤ ਜੋਸ਼ੀ ਜੀ ਗੱਲ ਕਰ ਰਹੇ, ਬਥੇਰੇ ਲੀਡਰਾਂ ਦੀ ਗੱਲ ਇਹ ਹੈ ਕਿ ਇੱਕ ਇਹਨਾਂ ਦੇ ਪ੍ਰਵਕਤਾ ਸੀਗੇ ਆਈਪੀ ਸਿੰਘ, ਉਹਨਾਂ ਨੇ ਨਾ ਪ੍ਰਧਾਨ ਮੰਤਰੀ ਜਗ੍ਹਾ ਪ੍ਰਚਾਰ ਮੰਤਰੀ ਲਿਖਤਾ ਸੀ ਤੇ 6 ਸਾਲ ਦੀ ਇਹਨੇ ਕੱਢ ਕੇ ਬਾਹਰ ਮਾਰਿਆ। ਐਸੀ ਡੈਮੋਕ੍ਰੇਸੀ ਦੇ ਵਿੱਚ ਤਾਂ ਬੀਜੇਪੀ ਵਾਲੇ ਬੈਠੇ ਨੇ। ਤਾਂ ਇਸ ਕਰਕੇ ਆਪਾਂ ਇੱਕ ਦੂਜੇ ਦੇ ਤਿੱਖਾ ਟਿੱਪਣੀ ਨਾ ਕਰੀਏ, ਕਿਉਂਕਿ ਸਾਰੀਆਂ ਪਾਰਟੀਆਂ ਆਪਦੀ ਪਾਰਟੀ ਨੂੰ ਪ੍ਰਮੋਟ ਕਰਦੀਆਂ ਨੇ, ਹਰੇਕ ਦੇ ਮਸਲੇ ਹੁੰਦੇ ਆ। ਡੈਮੋਕ੍ਰੈਟਿਕ ਤੌਰ ਤੇ ਅਸੀਂ ਵਿਚਰਦੇ ਆ, 135 ਸਾਲ ਪੁਰਾਣੀ ਪਾਰਟੀ ਹੈ ਸਾਡੀ, ਮਤਭੇਦ ਹੋਣਗੇ ਹਰੇਕ ਪਾਰਟੀਆਂ ਦੇ ਵਿੱਚ ਹੁੰਦੇ ਆ, ਪਰ ਉਹਨੂੰ ਸੋਲਵ ਕਰ ਲਿਆ ਜਾਊਗਾ। ਪਾਰਟੀ ਪਲੇਟਫਾਰਮ ਤੇ ਜਿਹੜੀਆਂ ਗੱਲਾਂ ਹੁਣ ਵਧੀਆ ਰਹਿੰਦੀਆਂ ਨੇ, ਤੇ ਅੱਜ ਸਾਡਾ ਰੈਜ਼ੋਲੂਸ਼ਨ ਵੀ ਇਹੀ ਹੈ ਤੇ ਇਹਨੂੰ ਸੋਲਵ ਕਰ ਲਿਆ ਜਾਊ। ਤੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੀ ਅਗਵਾਈ ਦੇ ਵਿੱਚ ਅਸੀਂ ਅੱਗੇ ਵੀ ਕੰਮ ਕਰਦੇ ਰਵਾਂਗੇ। ਧੰਨਵਾਦ। अच्छा मतलब मैं ਜਿਹੜੀ ਗੱਲ ਸਮਝ ਨਹੀਂ ਚਾਹ ਰਿਹਾ ਅਖੀਰ ਚ ਬਲੀਵਾਲ ਸਾਹਿਬ, ਕਿਉਂਕਿ ਵੈਸੇ ਤਾਂ ਸਮਾਂ ਹੋ ਗਿਆ ਪਰ नहीं एक मिनट नहीं बाली साहब कह रहे नया मुख्यमंत्री आ रहा है, वो पूछ लो। नहीं नवा मुख्यमंत्री तो मैं बाली साहब बोल गए ना, मैं नहीं कोई गल नहीं, मुख्यमंत्री आ रहे हैं। बाली साहब कौन आ रहे हैं? चलो मैं ਉਹਦੇ ਤੇ ਨਹੀਂ ਜਾਣਾ ਚਾਹ ਰਿਹਾ। ਮੈਨੂੰ ਸਮਾਂ ਕਲੇਰ ਸਾਹਿਬ ਨੇ ਤੁਸੀਂ ਪ੍ਰਧਾਨ ਮੰਤਰੀ ਹੋ ਦੇਸ਼ ਦੇ। ਚਲੋ ਠੀਕ ਹੈ, ਸਮਾਂ ਮੈਨੂੰ ਬਿਲਕੁਲ ਇਜਾਜ਼ਤ ਨਹੀਂ ਦੇ ਰਿਹਾ। ਅੱਜ ਬਹੁਤ ਧੰਨਵਾਦ ਜੋਸ਼ੀ ਜੀ, ਕਲੇਰ ਸਾਹਿਬ, ਬਲੀਵਾਲ ਸਾਹਿਬ, ਬਸੰਤ ਜੀ, ਬਾਲੀ ਸਾਹਿਬ। ਪਰ ਸਵਾਲ ਵੱਡੇ ਨੇ। ਮਸਲਾ ਕਾਂਗਰਸ ਪਾਰਟੀ ਦਾ ਅੰਦਰੂਨੀ ਹੈ, ਪਰ ਚूंकि ਜਦੋਂ ਧੂਆਂ ਨਿਕਲਿਆ ਤੇ ਅੱਗ ਹੋਏਗੀ ਔਰ ਅੱਗ ਹੈ ਤੇ ਮਸਲਾ ਪੱਖਦਾ, ਔਰ ਇਸ ਕਰਕੇ ਚਰਚਾ ਜ਼ਰੂਰੀ ਹੈ। ਇਜਾਜ਼ਤ ਦਿਓ, ਧੰਨਵਾਦ, ਸਤਿ ਸ਼੍ਰੀ ਅਕਾਲ।